ਵੈਲਕਮ ਟੂ ਵਾਰਤਾ ਇਕੋ ਐਜੂਕੇਸ਼ਨ। ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਬੇਸਿਕ ਆਫ ਸਾਇੰਸ ਐਂਡ ਟੈਕਨੋਲੋਜੀ ਦੀ ਮੈਰਾਥਨ ਪਾਰਟ 2। ਠੀਕ ਹੈ, ਇਸ ਤੋਂ ਪਹਿਲਾਂ ਕੀ ਕੀਤਾ ਸੀ ਆਪਾਂ ਨੇ, ਫਸਟ ਪਾਰਟ ਕੀਤਾ ਸੀ ਜਿਹਦੇ ਵਿੱਚ ਕੀ ਆਪਾਂ ਨੇ ਕੈਮਿਸਟਰੀ ਪਲੱਸ ਫਿਜ਼ਿਕਸ ਦੇ ਜਿੰਨੇ ਵੀ ਇੰਪੋਰਟੈਂਟ ਕੁਐਸਚਨ ਬਣਦੇ ਸੀ ਸਾਰੇ ਡਿਸਕਸ ਕੀਤੇ ਸੀਗੇ। ਅੱਜ ਕੀ ਕਰਾਂਗੇ ਆਪਾਂ, ਅੱਜ ਕਰਾਂਗੇ ਆਪਾਂ ਜਿਹੜੀ ਸਾਇੰਸ ਐਂਡ ਟੈਕਨੋਲੋਜੀ ਹੈ ਪਲੱਸ ਜਿਹੜੀ ਕਿ ਆਪਣੀ ਕਰੰਟ ਅਫੇਅਰਸ ਹੋ ਗਏ ਪਲੱਸ ਜਿਹੜੇ ਬਾਇਓਲੋਜੀ ਹੈ, ਤਿੰਨੇ ਚੀਜ਼ਾਂ ਨੂੰ ਆਪਾਂ ਕੰਪਰੀਹੈਂਸਿਵਲੀ ਕਵਰ ਕਰਾਂਗੇ MCQ ਦੀ ਫੋਰਮ 'ਚ। ਨਾਲ ਹੀ ਤੁਹਾਡੇ ਜੇ ਬੇਸਿਕ ਮਤਲਬ ਕੰਸੈਪਟ ਵੀ ਮੈਂ ਲੈ ਕੇ ਆਇਆ ਤੁਹਾਡੇ ਲਈ, ਜਿਹੜੇ ਕਿ ਕੁਐਸਚਨ ਪੁੱਛੇ ਜਾ ਸਕਦੇ ਨੇਗੇ ਜਾਂ ਪੁੱਛੇ ਗਏ ਨੇਗੇ। ਠੀਕ ਹੈ, ਤੇ ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਦਾ ਆਪਾਂ ਲੈਕਚਰ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਕੀ ਹੈ, ਵਿਚ ਕੰਟਰੀ ਅਟੈਂਪਟਡ ਟੂ ਕ੍ਰੀਏਟ ਆਰਟੀਫਿਸ਼ੀਅਲ ਸਨ। ਠੀਕ ਹੈ, ਆਰਟੀਫਿਸ਼ੀਅਲ ਸਨ ਬਣਾਉਣ ਦੀ ਕਿਹੜੀ ਕੰਟਰੀ ਨੇ ਕੋਸ਼ਿਸ਼ ਕੀਤੀ ਹੈ, ਕਿਹਨੇ ਕੀਤੀ ਹੈ? ਚਾਈਨਾ। ਠੀਕ ਹੈ, ਮੰਨ ਲਓ ਜਦੋਂ ਰਾਤ ਹੋ ਜਾਂਦੀ ਹੈ ਨਾ, ਉਦੋਂ ਸੂਰਜ ਕੀ ਕਰਦਾ ਹੈਗਾ, ਛਿਪ ਜਾਂਦਾ ਹੈਗਾ, ਤਾਂ ਚਾਈਨਾ ਸੀਗਾ ਕਿ ਚਾਈਨਾ ਸੋਚਦਾ ਕਿ ਆਪਾਂ ਉਦੋਂ ਵੀ ਵਰਕਿੰਗ ਆਵਰਸ ਕ੍ਰੀਏਟ ਕਰ ਸਕੀਏ। ਵਰਕਿੰਗ ਆਵਰਸ ਮੀਨਸ ਮਤਲਬ ਲੋਕ ਉਦੋਂ ਵੀ ਕੰਮ ਕਰ ਸਕਣ, ਉਦੋਂ ਵੀ ਚਾਨਣਾ ਹੋ ਸਕੇ, ਇਸ ਕਰਕੇ ਉਹਨੇ ਸੋਚਿਆ ਕਿ ਆਰਟੀਫਿਸ਼ੀਅਲ ਸਨ ਬਣਾਇਆ ਜਾਵੇ। ਠੀਕ ਹੈ, ਤਾਂ ਉਹਨੇ ਅਟੈਂਪਟ ਕੀਤਾ ਆਰਟੀਫਿਸ਼ੀਅਲ ਸਨ ਬਣਾਉਣ ਲਈ। ਠੀਕ ਹੈ, ਤੇ ਆਰਟੀਫਿਸ਼ੀਅਲ ਸਨ ਕਿਵੇਂ ਕ੍ਰੀਏਟ ਕੀਤਾ ਉਹਨੇ? ਐਨਰਜੀ ਦੇ ਸੋਰਸਸ ਲੈ ਕੇ। ਆਪਾਂ ਨੂੰ ਪਤਾ ਵੀ ਜਿਹੜਾ ਸਨ ਹੈਗਾ, ਆਪਣਾ ਸਨ ਹੈਗਾ, ਉਹ ਕਿਹੜੀ ਵਰਕ ਕਰਦਾ, ਕਿਹੜੀ ਪ੍ਰਕਿਰਿਆ 'ਤੇ ਵਰਕ ਕਰਦਾ ਹੈਗਾ? ਫਿਊਜ਼ਨ 'ਤੇ। ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਹੈਗਾ ਕਿ ਸਨ ਕਿਹੜੀ ਪ੍ਰਕਿਰਿਆ 'ਤੇ ਵਰਕ ਕਰਦਾ, ਕਿਹੜੀ ਕਿਰਿਆ ਹੁੰਦੀ ਹੈ ਉਹਦੇ ਵਿੱਚ? ਫਿਊਜ਼ਨ ਹੁੰਦੀ ਹੈ। ਫਿਊਜ਼ਨ ਦਾ ਮਤਲਬ ਹੁੰਦਾ ਫਿਊਜ਼ ਕਰਨਾ, ਮੀਨਸ ਦੋ ਚੀਜ਼ਾਂ ਜਿਵੇਂ ਹਾਈਡਰੋਜਨ ਤੇ ਹਾਈਡਰੋਜਨ ਮਿਲ ਕੇ ਹੀਲੀਅਮ ਦਾ ਬਣਨਾ। ਇੱਕ ਐਟਮ ਹੀਲੀਅਮ ਦਾ, ਹਾਈਡਰੋਜਨ ਦਾ, ਇੱਕ ਹਾਈਡਰੋਜਨ ਦੂਜੇ ਦਾ। ਠੀਕ ਹੈ, ਮਿਲ ਕੇ ਕੀ ਬਣਾਉਂਦੇ ਨੇ? ਹੀਲੀਅਮ ਬਣਾਉਂਦੇ ਨੇ। ਇਹਨੂੰ ਕਹਿੰਦੇ ਨੇ ਫਿਊਜ਼ਨ। ਇਸੇ ਦੇ ਨਾਲ ਨਾਲ ਐਨਰਜੀ ਵੀ ਪ੍ਰੋਡਿਊਸ ਹੁੰਦੀ ਹੈ ਜਿਹੜੀ ਕਿ ਆਪਣੇ ਤੱਕ ਪਹੁੰਚਦੀ ਹੈ, ਜਿਹੜੀ ਕਿ ਸੂਰਜ ਨੂੰ ਐਨਰਜੀ ਪ੍ਰਦਾਨ ਕਰਦੀ ਹੈ। ਤਾਂ ਹੀ ਟੈਂਪਰੇਚਰ ਹੈ ਜਿਹੜਾ ਸੂਰਜ ਦਾ ਬਹੁਤ ਜ਼ਿਆਦਾ ਹਾਈ ਹੈ। ਠੀਕ ਹੈ, ਐਵੇਂ ਹੀ ਚਾਈਨਾ ਨੇ ਕੀ ਕੀਤਾ, ਕੋਸ਼ਿਸ਼ ਕੀਤੀ ਕਿ ਆਪਾਂ ਇੱਕ ਆਰਟੀਫਿਸ਼ੀਅਲ ਸਨ ਬਣਾਇਆ ਜਾਵੇ। ਠੀਕ ਹੈ, ਤਾਂ ਜਿਹੜਾ ਆਰਟੀਫਿਸ਼ੀਅਲ ਸਨ ਬਣਾਇਆ ਗਿਆ ਉਹਦਾ ਲਗਭਗ 120 ਮਿਲੀਅਨ ਡਿਗਰੀ ਸੈਲਸੀਅਸ ਟੈਂਪਰੇਚਰ ਸੀ। ਠੀਕ ਹੈ, ਇੰਨਾ ਟੈਂਪਰੇਚਰ ਸੀਗਾ ਜਿਹੜਾ ਸਨ ਬਣਾਇਆ ਗਿਆ, ਕੋਸ਼ਿਸ਼ ਕੀਤੀ ਗਈ ਬਣਾਉਣ ਦੀ। ਠੀਕ ਹੈ, ਤਾਂ ਕਿ ਵਰਕਿੰਗ ਆਵਰਸ ਨੂੰ ਵਧਾਇਆ ਜਾ ਸਕੇ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ ਆਪਣਾ, ਫਸਟ ਇੰਡੀਜੀਨੀਅਸਲੀ ਡਿਜ਼ਾਈਨਡ ਐਂਡ ਬਿਲਟ ਹਾਈਡਰੋਗ੍ਰਾਫਿਕ ਸਰਵੇ ਸ਼ਿਪ ਆਫ ਇੰਡੀਅਨ ਨੇਵੀ ਵਾਜ਼। ਜਿਹੜੀ ਫਸਟ ਇੰਡੀਜੀਨੀਅਸ ਮੀਨਸ ਜਿਹੜੀ ਇੰਡੀਆ ਦੇ ਵਿੱਚ ਹੀ ਬਣਾਈ ਗਈ, ਡਿਜ਼ਾਈਨ ਕੀਤੀ ਗਈ। ਹਾਈਡਰੋਗ੍ਰਾਫਿਕ ਮੀਨਸ, ਹਾਈਡਰੋ ਮੀਨਸ ਪਾਣੀ ਨਾਲ ਰਿਲੇਟਡ। ਠੀਕ ਹੈ, ਗ੍ਰਾਫਿਕ ਮੀਨਸ ਜਿਹੜੀ ਕਿ ਨਕਸ਼ੇ ਵਗੈਰਾ, ਨੈਵੀਗੇਸ਼ਨ ਵਗੈਰਾ ਨਾਲ ਡੀਲ ਕਰੇ। ਠੀਕ ਹੈ, ਉਹ ਕਿਹੜੀ ਸੀਗੀ? INS ਸੰਧਾਇਕ। INS ਸੰਧਾਇਕ ਸੀ ਜਿਹੜੀ, ਉਹ ਕੀ ਸੀਗੀ? ਹਾਈਡਰੋਗ੍ਰਾਫਿਕ ਸੀਗੀ ਜਿਹੜੀ ਸੀਗੀ। ਤੇ ਇਹ ਕਿਉਂ ਨਿਊਜ਼ 'ਚ ਹੈ ਐਟ ਏ ਟਾਈਮ? ਇਹ ਤਾਂ ਕਰਕੇ ਨਿਊਜ਼ 'ਚ ਹੈ ਕਿਉਂਕਿ ਇਹ 4 ਜੂਨ ਨੂੰ ਕੀ ਕਰ ਦਿੱਤੀ ਗਈ? ਡੀਕਮਿਸ਼ਨ ਕਰ ਦਿੱਤੀ ਗਈ, ਮੀਨਸ ਇਹਨੂੰ ਰਿਟਾਇਰ ਕਰ ਦਿੱਤਾ ਗਿਆ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ, ਫਸਟ ਇੰਡੀਜੀਨਿਅਸ ਬਿਲਟ 에ਅਰਕ੍ਰਾਫਟ ਕੈਰੀਅਰ ਆਫ ਇੰਡੀਆ ਇਜ਼। ਠੀਕ ਹੈ, ਜਿਹੜਾ ਫਸਟ ਇੰਡੀਅਨ 에ਅਰਕ੍ਰਾਫਟ ਸੀਗਾ, ਕੈਰੀਅਰ ਬਣਾਇਆ ਗਿਆ, ਉਹ ਕਿਹੜਾ ਹੈਗਾ? INS ਵਿਕਰਾਂਤ। ਠੀਕ ਹੈ, ਜਿਹੜਾ ਫਸਟ ਵੈਸੇ ਸੀਗਾ ਉਹ ਵੀ ਕੀ ਸੀਗਾ? ਵਿਕਰਾਂਤ ਹੀ ਸੀਗਾ। ਉਹ ਰਿਟਾਇਰ ਹੋ ਚੁੱਕਿਆ, ਉਹ ਡੀਕਮਿਸ਼ਨ ਕਰ ਦਿੱਤਾ ਗਿਆ ਹੈਗਾ। ਠੀਕ ਹੈ, ਉਹ ਆਪਣੀ ਰਸ਼ੀਆ ਦੀ ਹੈਲਪ ਨਾਲ ਉਹ ਕੀਤਾ ਸੀਗਾ। ਠੀਕ ਹੈ, ਤੇ ਇਹ ਤੁਸੀਂ ਪੱਕਾ ਯਾਦ ਰੱਖਣਾ ਹੈ, ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਹੈੱਡ ਕਾਂਸਟੇਬਲ ਦੇ ਵਿੱਚ। ਠੀਕ ਹੈ, ਕਾਂਸਟੇਬਲ ਇੰਟੈਲੀਜੈਂਸ ਦੇ ਵਿੱਚ, ਸਾਰਿਆਂ 'ਚ ਇਹ ਕੁਐਸਚਨ ਕਿਸੇ ਨਾ ਕਿਸੇ ਸ਼ਿਫਟ ਦੇ ਵਿੱਚ ਪੁੱਛਿਆ ਗਿਆ ਹੈ ਕਿ ਫਸਟ ਇੰਡੀਜੀਨੀਅਸਲੀ ਜਿਹੜਾ ਬਿਲਟ ਕੀਤਾ ਗਿਆ 에ਅਰਕ੍ਰਾਫਟ ਕੈਰੀਅਰ ਉਹ ਕੌਣ ਹੈਗਾ, ਕਿਹੜਾ ਹੈਗਾ? INS ਵਿਕਰਾਂਤ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈ। ਨੈਕਸਟ ਕੁਐਸਚਨ ਕੀ ਹੈ, ਪਾਈਥਨ 5 ਇਜ਼ ਵਿਚ ਟਾਈਪ ਆਫ ਮਿਸਾਈਲ। ਠੀਕ ਹੈ, ਜਿਹੜੀ ਪਾਈਥਨ 5 ਹੈ ਉਹ ਕਿਹੜੀ ਮਿਸਾਈਲ ਹੈ? ਠੀਕ ਹੈ, ਆਪਾਂ ਨੂੰ ਪਤਾ ਹੈ ਕਿ ਇੱਕ ਹੁੰਦੀ ਹੈ ਸਰਫੇਸ ਟੂ ਸਰਫੇਸ। ਠੀਕ ਹੈ, ਇੱਕ ਹੁੰਦੀ ਹੈ ਸਰਫੇਸ ਟੂ 에ਅਰ। ਠੀਕ ਹੈ, ਇੱਕ ਹੁੰਦੀ ਹੈ 에ਅਰ ਟੂ 에ਅਰ। ਇਹ ਕਿਹੜੀ ਹੈਗੀ? 에ਅਰ ਟੂ 에ਅਰ ਮਿਸਾਈਲ ਹੈ ਕਿ ਜਿਹੜੀ LCA ਤੇਜਸ, ਲਾਈਟ, ਠੀਕ ਹੈ, ਲਾਈਟ ਕੰਬਾਟ 에ਅਰਕ੍ਰਾਫਟ। ਠੀਕ ਹੈ, ਲਾਈਟ ਕੰਬਾਟ 에ਅਰਕ੍ਰਾਫਟ ਹੈ ਜਿਹੜਾ ਤੇਜਸ। ਠੀਕ ਹੈ, ਉਹ ਇੰਡੀਆ ਦਾ ਹੀ ਇਹ ਵੀ। ਠੀਕ ਹੈ, ਉਹਦੇ ਵਿੱਚ ਇੰਸਟਾਲ ਕੀਤੀ ਗਈ ਕਿਹੜੀ ਮਿਸਾਈਲ ਸੀਗੀ? ਉਹ ਪਾਈਥਨ 5। ਇਹ ਤੁਸੀਂ ਯਾਦ ਰੱਖਣਾ ਹੈ, ਕੁਐਸਚਨ ਪੁੱਛਿਆ ਜਾ ਸਕਦਾ। ਨੈਕਸਟ ਕੀ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ, ਸਟਾਰ ਮਾਰਕ ਕਰ ਲਿਓ। ਵਿਚ ਇਜ਼ ਫਸਟ ਸਬਮਰੀਨ ਆਫ ਇੰਡੀਆ। ਫਸਟ ਜਿਹੜੀ ਸਬਮਰੀਨ ਹੈ ਇੰਡੀਆ ਦੀ, ਪਣਡੁੱਬੀ, ਜਿਹਨੂੰ ਆਪਾਂ ਪੰਜਾਬੀ 'ਚ ਪਣਡੁੱਬੀ ਕਹਿ ਦਿੰਦੇ ਹਾਂ, ਉਹ ਕਿਹੜੀ ਹੈ? INS ਕਲਵਰੀ। ਕਲਵਰੀ ਹੈ ਜਿਹੜੀ ਉਹ ਫਸਟ ਇੰਡੀਜੀਨਸ ਬਿਲਡ, ਫਸਟ ਸਬਮਰੀਨ ਆਫ ਇੰਡੀਆ, ਸੌਰੀ, ਫਸਟ ਸਬਮਰੀਨ ਆਫ ਇੰਡੀਆ ਕਿਹੜੀ ਹੈ? INS ਕਲਵਰੀ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ, ਵਿਚ ਇਜ਼ ਵਰਲਡਸ ਫਸਟ ਆਰਟੀਫਿਸ਼ੀਅਲ ਇੰਟੈਲੀਜੈਂਟ ਬੇਸਡ ਸ਼ਿਪ ਬਣਾਈ ਗਈ ਵਰਲਡ ਦੀ ਫਸਟ ਹੈ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਟ ਦੇ ਬੇਸਡ ਹੈ, ਉਹ ਕਿਹੜੀ ਹੈ? ਮੇਫਲਾਵਰ 400। ਇਹ ਤੁਸੀਂ ਯਾਦ ਰੱਖਣਾ, ਫੈਕਚੁਅਲ ਕੁਐਸਚਨ ਹੈ। ਇਹ ਹਾਲਾਂਕਿ ਕਰੰਟ ਦੇ ਵਿੱਚ ਕਈ ਪੇਪਰਾਂ ਦੇ ਵਿੱਚ ਕਰੰਟ ਦੇ ਮਹੱਤਤਾ ਨਾਲ ਪੁੱਛਿਆ ਗਿਆ, ਇਸ ਕਰਕੇ ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦਾ ਹੈਗਾ। ਠੀਕ ਹੈ, ਨੈਕਸਟ ਮੇਰੇ ਖਿਆਲ 'ਚ ਜੂਨ ਜਾਂ ਜੁਲਾਈ ਗੱਲ ਹੈਗੀ ਜਦੋਂ ਇਹ ਬਣਾਇਆ ਗਿਆ। ਠੀਕ ਹੈ, ਤੁਸੀਂ ਯਾਦ ਰੱਖਣਾ ਮੇਫਲਾਵਰ 400। ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਕੀ ਹੈ, ਵਿਚ ਇਜ਼ ਦਾ ਫਸਟ ਕੰਟਰੀ ਟੂ ਲਾਂਚ 5G ਸਰਵਿਸਿਜ਼ ਆਲ ਓਵਰ ਦਾ ਕੰਟਰੀ। ਇਹ ਤੁਹਾਨੂੰ ਕੰਪਿਊਟਰ ਦੇ ਵਿੱਚ ਵੀ ਪੁੱਛਿਆ ਜਾ ਸਕਦਾ ਹੈ। ਠੀਕ ਹੈ, ਇਹ SI ਦੇ ਪੇਪਰ 'ਚ ਪੁੱਛਿਆ ਗਿਆ ਸੀਗਾ।
ठीक है, इस करके मैं तुहानूं करा रहा। साउथ कोरिया यह जी कंट्री है जिहदे विच ऑल ओवर कंट्री दे विच की लॉन्च किया गया 5G नैटवर्क लॉन्च किया गया। ठीक है, एक क्वेश्चन पूछा जाता है कि ਜਿਹੜਾ 1G ਸੀਗਾ ਉਹ ਕਿਹਨੇ ਲਾਂਚ ਕੀਤਾ ਸੀ ਫਸਟ ਟਾਈਮ, ਤਾਂ ਕਿਹਨੇ ਕੀਤਾ ਸੀਗਾ ਜਾਪਾਨ। ਠੀਕ ਹੈ, ਜਾਪਾਨ ਦੇ ਵਿੱਚ ਫਸਟ NNT ਇੱਕ ਕੰਪਨੀ ਹੈ, NNT ਕੰਪਨੀ ਸੀਗੀ। ਠੀਕ ਹੈ, ਜਿਹਦੇ ਵਿੱਚ ਜਾਪਾਨ ਨੇ ਕੀ ਕੀਤਾ ਸੀ 5G ਨੂੰ ਲਾਂਚ ਕੀਤਾ ਸੀ, ਇਹ ਤੁਸੀਂ ਯਾਦ ਰੱਖਿਓ। ਠੀਕ ਹੈ, ਵਟ ਇਜ਼ ਇੰਦਰਜਾਲ, ਇੰਦਰਜਾਲ ਕੀ ਹੈ। ਠੀਕ ਹੈ, ਆਪਾਂ ਨੂੰ ਪਤਾ ਹੈ ਨਾ ਅੱਜ ਕੱਲ੍ਹ ਡਰੋਨਸ ਦੀ ਕਿੰਨੀ ਮਹੱਤਤਾ ਬਣਦੀ ਹੈ, ਵਿਆਹਾਂ 'ਚ ਵੀ ਅੱਜ ਕੀ ਗੱਲ ਕਰਦੇ ਨੇਗੇ, ਜਿਹੜੀ ਮੂਵੀ ਬਣਦੀ ਹੈ ਬਾਏ ਡਰੋਨਸ ਬਣਦੀ ਹੈ। ਠੀਕ ਹੈ, ਬਾਕੀ ਫੂਡ ਡਿਲੀਵਰੀ ਲਈ, ਮੈਡੀਸਨ ਡਿਲੀਵਰੀ ਲਈ ਡਰੋਨ ਦਾ ਯੂਜ਼ ਕੀਤਾ ਜਾ ਰਿਹਾ ਹੈਗਾ। ਠੀਕ ਹੈ, ਤਾਂ ਡਰੋਨ ਨੂੰ ਐਜ਼ ਏ ਸਿਕਿਉਰਿਟੀ ਪਰਪਜ਼ ਵੀ ਯੂਜ਼ ਕੀਤਾ ਜਾ ਸਕਦਾ ਹੈਗਾ। ਠੀਕ ਹੈ, ਮੀਨਜ਼ ਹੁਣ ਕੀ ਹੋ ਰਹੇਗਾ, ਆਪਾਂ ਨੂੰ ਖਤਰਾ ਵੀ ਹੈ। ਕਿਉਂ ਖਤਰਾ ਹੈ, ਕਿਉਂਕਿ ਬਾਹਰਲੀ ਜਿਹੜੀ ਕੰਟਰੀਜ਼ ਨੇ ਆਪਣੇ 'ਤੇ ਨਿਗਰਾਨੀ ਰੱਖਣ ਲਈ ਜਾਂ ਆਪਣੇ 'ਤੇ ਬੰਬ ਸਿੱਟਣ ਲਈ ਜਾਂ ਕੁਛ ਵੀ ਕਰਨ ਲਈ, ਆਪਣੇ 'ਤੇ ਹਮਲਾ ਕਰਨ ਲਈ ਡਰੋਨਸ ਦਾ ਯੂਜ਼ ਕਰ ਸਕਦੀਆਂ ਨੇ। ਬਟ ਡਰੋਨਸ ਨੂੰ ਡਿਫੈਂਸ ਕਰਨ ਲਈ, ਮੀਨਜ਼ ਉਹਨਾਂ ਨੂੰ ਖਤਮ ਕਰਨ ਲਈ ਆਪਾਂ ਨੇ ਇੱਕ ਆਪਦਾ ਇੰਡੀਜਨਸ ਕੀ ਬਣਾਇਆ ਹੈਗਾ, ਇੱਕ ਘੇਰਾ ਬਣਾਇਆ ਹੈਗਾ, ਇੱਕ ਤਰ੍ਹਾਂ ਦਾ ਸਫੇਅਰ ਬਣਾਇਆ ਹੈਗਾ, ਉਹਨੂੰ ਕਹਿੰਦੇ ਨੇ ਇੰਦਰਜਾਲ। ਠੀਕ ਹੈ, ਤੁਸੀਂ ਯਾਦ ਰੱਖਣਾ ਹੈ ਕਿ ਇੰਦਰਜਾਲ ਕੀ ਹੈ, ਫਸਟ ਇੰਡੀਜਨਸ ਡਰੋਨ ਡਿਫੈਂਸ ਸਿਸਟਮ ਹੈ। ਠੀਕ ਹੈ, ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਕੀ ਆ ਗਿਆ, ਵੇਅਰ ਇਜ਼ ਹੈਡਕੁਆਟਰ ਆਫ ਇੰਟਰਪੋਲ। ਠੀਕ ਹੈ, ਇੰਟਰਪੋਲ ਕੀ ਹੈ, ਪੁਲਿਸ ਦਾ ਇੱਕ ਮਤਲਬ ਕਿ ਇੱਕ ਸੰਗਠਨ ਹੈ ਜਿਹਦੇ ਵਿੱਚ ਆਪਣੀ ਜਿਹੜੀ NCB ਆ ਉਹ ਪਾਰਟ ਲੈਂਦੀ ਹੈਗੀ। ਠੀਕ ਹੈ, ਇੰਟਰਪੋਲ ਕੀ ਹੈਗਾ, ਮਤਲਬ ਕਿ ਇੰਟਰਨੈਸ਼ਨਲ ਪੁਲਿਸ ਉਹ ਬਣ ਗਿਆ, ਇੱਕ ਸੰਗਠਨ ਬਣ ਗਿਆ। ਠੀਕ ਹੈ, ਉਹਨੂੰ ਇੰਟਰਪੋਲ ਕਹਿੰਦੇ ਨੇ। ਉਹਦਾ ਹੈਡਕੁਆਟਰ ਕਈ ਵਾਰ ਪੁੱਛ ਲਿਆ ਜਾਂਦਾ ਹੈਗਾ, ਕਿੱਥੇ ਹੈਗਾ, ਲਿਓਨ ਫਰਾਂਸ ਦੇ ਵਿੱਚ। ਕਿੱਥੇ ਹੈ, ਲਿਓਨ ਫਰਾਂਸ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ ਹੈ, ਇਹ ਕੁਐਸਚਨ ਪੁੱਛਿਆ ਜਾ ਚੁੱਕਿਆ। ਵਿਚ ਆਰਗੇਨਾਈਜੇਸ਼ਨ ਟੈਸਟ ਫਾਇਰਡ ਨਿਊ ਜਨਰੇਸ਼ਨ ਆਕਾਸ਼ ਮਿਸਾਈਲ। ਠੀਕ ਹੈ, ਜਿਹੜੀ ਆਕਾਸ਼ ਮਿਸਾਈਲ ਸੀਗੀ, ਜਿਹੜੀ ਕਿ ਸਰਫੇਸ ਟੂ ਏਅਰ ਮਿਸਾਈਲ ਹੈ, ਮੈਂ ਤੁਹਾਨੂੰ ਦੱਸਿਆ 3 ਤਰ੍ਹਾਂ ਦੀਆਂ ਹੁੰਦੀਆਂ ਨੇ ਨਾ, ਉਹ ਵਿੱਚ ਸਰਫੇਸ ਟੂ ਏਅਰ ਮਿਸਾਈਲ ਜਿਹੜੀ ਆਕਾਸ਼ ਸੀਗੀ ਉਹਨੂੰ ਕਿਹਨੇ ਟੈਸਟ ਫਾਇਰ ਕੀਤਾ, ਕਿਹਨੇ ਕੀਤਾ, DRDO ਨੇ। ਠੀਕ ਹੈ, ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜੇਸ਼ਨ ਇਹਦਾ ਫੁੱਲ ਫਾਰਮ ਹੈ, ਇਹ ਤੁਸੀਂ ਯਾਦ ਰੱਖਿਓ। ਠੀਕ ਹੈ, ਕਦੋਂ ਬਣੀ ਸੀ, 1958 ਦੇ ਵਿੱਚ ਬਣੀ ਸੀ, 1958 ਦੇ ਵਿੱਚ ਬਣੀ ਸੀ। ਇਹਦਾ ਹੈਡਕੁਆਟਰ ਕਿੱਥੇ ਹੈ, ਦਿੱਲੀ ਦੇ ਵਿੱਚ। ਠੀਕ ਹੈ, ਜਿੰਨੇ ਵੀ ਆਪਣੀਆਂ ਮਿਸਾਈਲ ਜਾਂ ਰੋਕਟ ਹੁੰਦੇ ਨੇ ਲਗਭਗ ਹੈ ਨਾ, ਜਿਹੜੇ ਸੈਟੇਲਾਈਟਸ ਹੁੰਦੇ ਨੇਗੇ ਉਹ ਤਾਂ ਬਣਾਉਂਦੀ ਹੈ ਆਪਣੀ ISRO। ਠੀਕ ਹੈ, ਬਟ ਇਹ ਡਿਫੈਂਸ ਨਾਲ ਰਿਲੇਟਡ ਜ਼ਿਆਦਾਤਰ ਚੀਜ਼ਾਂ ਨੇਗੀਆਂ, ਮੀਨਸ ਡਿਫੈਂਸ ਨਾਲ ਚਾਹੇ ਆਰਮੀ ਨਾਲ ਰਿਲੇਟਡ, ਨੇਵੀ ਨਾਲ, ਉਹ ਜ਼ਿਆਦਾਤਰ ਰੋਕਟਸ ਵਗੈਰਾ ਕੌਣ ਬਣਾਉਂਦੀ ਹੈ, ਆਪਣੀ DRDO ਬਣਾਉਂਦੀ ਹੈ। ਇਹ ਤੁਸੀਂ ਯਾਦ ਰੱਖਿਓ। ਠੀਕ ਹੈ, ਅਤੇ ਕਦੋਂ ਬਣੀ ਸੀ, 1958 'ਚ ਦਿੱਲੀ ਦੇ ਵਿੱਚ ਇਹਦਾ ਕੀ ਹੈ, ਹੈਡਕੁਆਟਰ ਹੈ। ਹੋਰ ਕਿਹੜੇ ਕਿਹੜੇ ਵਰਕ ਇਹਨੇ ਕੀਤੇ ਨੇਗੇ, ਅਗਨੀ P ਮਿਸਾਈਲ ਇਹਨੇ ਬਣਾਈ। ਠੀਕ ਹੈ, ਯਾਦ ਰੱਖਿਓ। ਪਿਨਾਕਾ ਰੋਕਟਸ ਇਹਨੇ ਬਣਾਈਆਂ, ਪੁੱਛ ਲੈਂਦੇ ਨੇਗੇ ਕਿ ਪਿਨਾਕਾ ਰੋਕਟਸ ਕਿਹਨੇ ਬਣਾਈਆਂ, ਹੂ ਡਿਵੈਲਪਡ ਪਿਨਾਕਾ ਰੋਕਟਸ। ਠੀਕ ਹੈ, ਪੁੱਛ ਲਿਓ, DRDO ਆਂਸਰ ਆਏਗਾ। ਠੀਕ ਹੈ, ਆਲਸੋ ਡਿਵੈਲਪਡ ਬਾਈਕ ਐਂਬੂਲੈਂਸ, ਕਰੰਟ ਅਫੇਅਰ ਦਾ ਕੁਐਸਚਨ ਇੰਪੋਰਟੈਂਟ, ਸਟਾਰ ਮਾਰਕ ਕਰ ਲਿਓ। ਜਿਹੜੀ ਐਂਬੂਲੈਂਸ ਸਰਵਿਸ ਹੈ, ਬਾਈਕ ਐਂਬੂਲੈਂਸ, ਮੀਨਜ਼ ਇਹਦਾ ਨਾਮ ਰੱਖਿਆ ਗਿਆ ਸੀ ਰਕਸ਼ਿਤ ਨਾਮ ਰੱਖਿਆ ਗਿਆ। ਠੀਕ ਹੈ, ਇੱਕ ਬਾਈਕ ਐਂਬੂਲੈਂਸ ਸਟਾਰਟ ਕੀਤੀ CRPF ਵਾਸਤੇ। ਠੀਕ ਹੈ, ਤੁਸੀਂ ਯਾਦ ਰੱਖਣਾ ਕਿਹਨੇ ਕੀਤੀ, DRDO ਨੇ ਕੀਤੀ। ਇੱਕ ਅਸਮੀ ਨਾਂ ਦੀ ਕੀ ਬਣਾਈ ਗਈ, 9mm ਪਿਸਟਲ ਬਣਾਈ ਗਈ। ਇਹ ਵੀ ਕਿਹਦੇ ਦੁਆਰਾ ਬਣਾਈ ਗਈ, DRDO ਦੁਆਰਾ ਬਣਾਈ ਗਈ। ਇਹ ਵੀ ਪੁੱਛਿਆ ਜਾ ਸਕਦਾ ਹੈਗਾ, ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਕੀ ਹੈ, ਫਸਟ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਨੀਵਰਸਿਟੀ ਸੈਟਅਪ ਇਨ। ਠੀਕ ਹੈ, ਇੰਡੀਆ ਦੇ ਵਿੱਚ ਜਿਹੜੀ ਫਸਟ ਆਰਟੀਫਿਸ਼ੀਅਲ ਯੂਨੀਵਰਸਿਟੀ ਕਿਹੜੀ ਬਣ ਗਈ, IIT ਹੈਦਰਾਬਾਦ। ਠੀਕ ਹੈ, ਤੇਲੰਗਾਨਾ ਦੇ ਵਿੱਚ IIT ਹੈਦਰਾਬਾਦ ਹੈ ਜਿਹੜੀ, ਉਹ ਫਸਟ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਨੀਵਰਸਿਟੀ ਬਣ ਗਈ। ਕਿਉਂ, ਕਿਉਂਕਿ ਉਹਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ BTech ਕਰਨ ਦਾ ਕੋਰਸ ਕਰਤਾ। ਮੀਨਜ਼ ਉੱਥੇ ਆਪਾਂ ਕੋਰਸ ਕਰ ਸਕਦੇ ਹਾਂ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ BTech ਕਰ ਸਕਦੇ ਹਾਂ। ਠੀਕ ਹੈ, ਤੁਸੀਂ ਯਾਦ ਰੱਖਣਾ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ, ਹਾਲ ਹੀ SSC ਦੇ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਸੀਗਾ। ਠੀਕ ਹੈ, ਵਿਚ IIT ਡਿਵੈਲਪਸ ਜੀਵਨ ਵਾਯੂ ਮਸ਼ੀਨ, ਬਹੁਤ ਜ਼ਿਆਦਾ ਇੰਪੋਰਟੈਂਟ ਕਰੋਨਾ ਕਰਕੇ। ਠੀਕ ਹੈ, ਇਹ ਕੁਐਸਚਨ ਪੁੱਛਿਆ ਜਾ ਚੁੱਕਿਆ। ਠੀਕ ਹੈ, ਤੁਸੀਂ ਯਾਦ ਰੱਖਣਾ, ਜੀਵਨ ਵਾਯੂ ਜਿਹੜਾ ਮਸ਼ੀਨ ਸੀਗੀ ਕਿਹਨੇ ਡਿਵੈਲਪ ਕੀਤੀ, IIT ਰੋਪੜ ਨੇ। ਇਹ ਪੰਜਾਬ ਨਾਲ ਰਿਲੇਟਡ ਹੈ ਨਾ, IIT ਰੋਪੜ ਪਤਾ ਆਪਾਂ ਨੂੰ ਰੂਪਨਗਰ ਡਿਸਟ੍ਰਿਕਟ ਦੇ ਵਿੱਚ ਪੈ ਜਾਂਦੀ ਹੈ। ਠੀਕ ਹੈ, IIT ਰੋਪੜ ਤਾਂ ਕਰਕੇ ਇੰਪੋਰਟੈਂਟ ਹੋ ਜਾਂਦੀ ਹੈ। ਹੁਣ ਜੀਵਨ ਵਾਯੂ ਕੀ ਹੈ, ਇਹ ਇੱਕ ਤਰ੍ਹਾਂ ਦੀ ਮਸ਼ੀਨ ਹੈ ਜਿਹੜੀ ਕਿ ਆਕਸੀਜਨ ਪੈਦਾ ਕਰਦੀ ਹੈ। ਆਕਸੀਜਨ ਪੈਦਾ ਕਰਦੀ ਹੈ, ਆਪਾਂ ਨੂੰ ਪਤਾ ਵੈਂਟੀਲੇਟਰਸ ਜਿਹੜੇ ਨੇਗੇ ਉੱਥੇ ਆਕਸੀਜਨ ਦੀ ਲੋੜ ਪੈਂਦੀ ਹੈ ਨਾ। ਜਦੋਂ ਕਰੋਨਾ ਦਾ ਕੰਮ ਵੱਧ ਗਿਆ ਸੀਗਾ ਤਾਂ ਉੱਥੇ ਆਕਸੀਜਨ ਦੀ ਕਮੀ ਹੋ ਰਹੀ ਸੀਗੀ, ਅਤੇ ਆਕਸੀਜਨ ਪ੍ਰਦਾਨ ਕਰਨ ਲਈ ਕਿਹੜੀ ਮਸ਼ੀਨ ਬਣਾਈ ਗਈ, ਜੀਵਨ ਵਾਯੂ ਬਣਾਈ ਗਈ। ਇਹ ਵਿਦਾਊਟ ਇਲੈਕਟ੍ਰਿਸਿਟੀ ਵੀ ਵਰਕ ਕਰ ਸਕਦੀ ਹੈ, ਇਸ ਕਰਕੇ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। ਕੀ ਹੈ, ਜੀਵਨ ਵਾਯੂ ਮਸ਼ੀਨ ਕਿਹਨੇ ਕੀਤੀ, IIT ਰੋਪੜ ਨੇ। ਠੀਕ ਹੈ, ਨੈਕਸਟ ਕੁਐਸਚਨ ਕੀ ਹੈ, ਵਟ ਇਜ਼ ਨੈਨੋ ਸਨੀਫਰ ਕੀ ਹੈ, ਕਹਿੰਦੇ ਟੂ ਡਿਟੈਕਟ ਐਕਸਪਲੋਜ਼ਿਵਸ ਇਨ ਲੈਸ ਦੈਨ 10 ਸੈਕਿੰਡਸ। ਠੀਕ ਹੈ, ਇਹ ਫਸਟ ਮਤਲਬ ਇਹੋ ਜਿਹੀ ਚੀਜ਼ ਹੈ। ਠੀਕ ਹੈ, ਜਿਹੜੀ ਆਪਣੇ ਇੰਡੀਆ ਦੇ ਵਿੱਚ ਹੈ ਹੁਣ ਨੈਨੋ ਸਨੀਫਰ, ਕਿ ਜੇ ਕੋਈ ਐਕਸਪਲੋਜ਼ਿਵਸ ਨੇ, ਆਪਾਂ ਦੇਖਦੇ ਹਾਂ ਆਪਣਾ ਫਿਲਮਾਂ 'ਚ ਦੇਖਦੇ ਹਾਂ ਨਾ, ਬੰਬ ਲੱਭਣ ਵਾਲੇ ਆਉਂਦੇ ਨੇਗੇ, ਤੋਂ ਬੰਬ ਲੱਭਦੇ ਨੇਗੇ, ਤਾਂ ਨੈਨੋ ਸਨੀਫਰ ਇੱਕ ਇਹੋ ਜਿਹੀ ਟੈਕਨੋਲੋਜੀ ਹੈ, ਇਹੋ ਜਿਹਾ ਡਿਟੈਕਟ ਮਤਲਬ ਇੰਸਟਰੂਮੈਂਟ ਹੈ ਜਿਹੜਾ ਕਿ ਜਿਹੜੇ ਐਕਸਪਲੋਜ਼ਿਵਸ ਨੇ ਉਹਨਾਂ ਨੂੰ 10 ਸਕਿੰਟਾਂ ਦੇ ਵਿੱਚ ਲੱਭ ਲੈਂਦਾ। ਠੀਕ ਹੈ, ਤੁਸੀਂ ਯਾਦ ਰੱਖੋ ਨੈਨੋ ਸਨੀਫਰ ਕੀ ਹੈ। ਸਿੱਧਾ ਹੀ ਕੁਐਸਚਨ ਆਊਗਾ ਕਿ ਨੈਨੋ ਸਨੀਫਰ ਕਿਸ ਨਾਲ ਰਿਲੇਟਡ ਹੈ, ਤਾਂ ਤੁਸੀਂ ਇਹ ਆਨਸਰ ਦੇ ਦੇਣਾ। ਨੈਕਸਟ ਕੁਐਸਚਨ ਹੈ, ਹੂ ਡਿਵੈਲਪਡ ਵਰਲਡਸ ਫਸਟ ਨੈਨੋ ਯੂਰੀਆ ਲਿਕੁਇਡ।
बहुत ज़्यादा इंपोर्टेंट क्वेश्चन स्टार मार्क कर लो, क्योंकि ये इंटैलीजेंस कॉन्स्टेबल इंटैलीजेंस ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ ਹੈ, ठीक है। हैड कॉन्स्टेबल ਦੇ ਵਿੱਚ ਵੀ ਆਇਆ ਸੀਗਾ ਤੇ SI ਦੇ ਵਿੱਚ ਵੀ ਆਇਆ ਸੀਗਾ, ठीक है। ਕੀ ਹੈ ਇਹਦਾ ਆਨਸਰ? ਇਫਕੋ। ਇਫਕੋ ਫੁੱਲ ਫਾਰਮ ਕੀ ਹੈ? ਇੰਡੀਅਨ ਫਾਰਮਰਸ ਫਰਟੀਲਾਈਜ਼ਰ ਕੋਆਪਰੇਟਿਵ ਲਿਮਟਿਡ, ठीक है। एक और कंपनी है कि इंडियन फार्मर्स फर्टिलाइजर कोऑपरेटिव लिमिटेड है जी इफको, उन्हें की डिवेलप किया फस्ट नैनो यूरिया। नैनो यूरिया मतलब ਜਿਹੜੇ ਯੂਰੀਆ ਨੇਗੇ ਆਪਣੇ ਉਹਨਾਂ ਦੇ ਛੋਟੇ ਛੋਟੇ ਪੈਕਟਸ ਡਿਵੈਲਪ ਕੀਤੇ, ਲਿਕੁਇਡ ਉਹਨਾਂ ਡਿਵੈਲਪ ਕੀਤਾ ਤਾਂ ਕਿ ਜਿਹੜੇ ਆਪਣੇ ਕਿਸਾਨ ਭਰਾ ਨੇ ਹੈ ਨਾ, ਆਪਣੇ ਫਾਰਮਰਸ ਨੇ, ਉਹਨਾਂ ਦੀ ਹੈਲਪ ਹੋ ਸਕੇ ਤੇ ਘੱਟ ਤੋਂ ਘੱਟ ਯੂਰੀਆ ਦੇ ਵਿੱਚ ਆਪਾਂ ਵੱਧ ਤੋਂ ਵੱਧ ਫਸਲ ਉਗਾ ਸਕੀਏ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ? ਵਰਲਡਸ ਮੋਸਟ ਪਾਵਰਫੁਲ ਸੁਪਰ ਕੰਪਿਊਟਰ ਡਿਵੈਲਪਡ ਬਾਈ, ਠੀਕ ਹੈ। ਇਹ ਕੰਪਿਊਟਰ ਦਾ ਕੁਐਸਚਨ ਵੀ ਬਣ ਜਾਂਦਾ ਹੈ, ਇਹ ਬਹੁਤ ਵਾਰ ਪੁੱਛਿਆ ਜਾ ਚੁੱਕਿਆ ਹੈ। ਜਾਪਾਨ ਨੇ ਡਿਵੈਲਪ ਕੀਤਾ ਹੈ, ਉਹਦਾ ਨਾਮ ਕੀ ਹੈ? ਫੁਗਾਕੂ। ਜਿਹੜਾ ਫੁਗਾਕੂ ਹੈ ਉਹ ਸੁਪਰ ਕੰਪਿਊਟਰ ਜਿਹੜਾ ਐਟ ਏ ਟਾਈਮ ਮੋਸਟ ਪਾਵਰਫੁਲ ਸੁਪਰ ਕੰਪਿਊਟਰ ਹੈ, ਤੁਸੀਂ ਯਾਦ ਰੱਖਿਓ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ? ਨਿਊ ਵੇਰੀਐਂਟ ਆਫ ਕੋਵਿਡ-19 ਫਾਊਂਡ ਇਨ ਇੰਡੀਆ, ਠੀਕ ਹੈ। ਇਹ ਕੁਐਸਚਨ ਦੇਖ ਲਓ ਤੁਸੀਂ ਕੋਆਪਰੇਟਿਵ ਬੈਂਕ ਦੇ ਵਿੱਚ, ਠੀਕ ਹੈ, ਆਪਣੇ ਪਟਵਾਰੀ ਦੇ ਮੇਨਸ ਦੇ ਵਿੱਚ, ਠੀਕ ਹੈ। ਤੇ ਨਾਲ ਹੀ ਆਪਾਂ ਗੱਲ ਕਰੀਏ SSC ਦੇ ਵਿੱਚ, ਸਾਰਿਆਂ ਵਿੱਚ ਕੁਐਸਚਨ ਪੁੱਛਿਆ ਜਾ ਚੁੱਕਿਆ ਕਿ ਆਪਣੇ ਜਿਹੜੇ ਨਿਊ ਵੇਰੀਐਂਟ ਨੇ, ਫੋਰਮਸ ਨੇਗੀਆਂ ਕੋਵਿਡ-19 ਦੀਆਂ, ਉਹ ਕਿਹੜੀਆਂ ਇੰਡੀਆ ਦੇ ਵਿੱਚ ਫਾਊਂਡ ਕੀਤੀਆਂ ਗਈਆਂ ਨੇ? ਕਾਪਾ ਤੇ ਡੈਲਟਾ, ਠੀਕ ਹੈ। ਕੁਐਸਚਨ ਐਂ ਵੀ ਆ ਸਕਦਾ ਤੁਹਾਨੂੰ ਕਿ ਕਾਪਾ ਤੇ ਡੈਲਟਾ ਕਿਹਦੇ ਨਾਲ ਰਿਲੇਟਡ ਨੇ, ਠੀਕ ਹੈ, ਕਿਹਦੇ ਨਾਲ? ਕੋਵਿਡ-19 ਦੀਆਂ ਇੱਕ ਵੇਰੀਐਂਟ ਨੇ, ਤੁਸੀਂ ਇਹ ਯਾਦ ਰੱਖਣਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ। ਨੈਕਸਟ ਇਹਨੂੰ ਵੀ ਸਟਾਰ ਮਾਰਕ ਕਰ ਲਿਓ। ਕੋਵੈਕਸੀਨ ਇਜ਼ ਡਿਵੈਲਪਡ ਬਾਈ, ਜਿਹੜੀ ਕੋਵੈਕਸੀਨ ਹੈ, ਜਿਹੜੀ ਵੈਕਸੀਨ ਆਪਣੇ ਲੱਗ ਰਹੀ ਹੈਗੀ, ਉਹ ਕਿਹਨੇ ਡਿਵੈਲਪ ਕੀਤੀ? ਕਿਹਨੇ ਕੀਤੀ? ਭਾਰਤ ਬਾਇਓਟੈਕ ਨੇ। ਇਹਦੇ ਹੈੱਡਕੁਆਟਰ ਕਿੱਥੇ ਨੇ? ਹੈਦਰਾਬਾਦ ਦੇ ਵਿੱਚ। ਜਿਹੜੀ ਹੈਦਰਾਬਾਦ ਹੈ ਉੱਥੇ ਕੀ ਨੇ? ਇਹਦੇ ਹੈੱਡਕੁਆਟਰ ਨੇ ਭਾਰਤ ਬਾਇਓਟੈਕ ਦੇ। ਕੀ ਕੀਤੀ ਇਹਨੇ? ਕੋਵੈਕਸੀਨ ਵੈਕਸੀਨ ਨੂੰ ਡਿਵੈਲਪ ਕੀਤਾ, ਠੀਕ ਹੈ। ਕੋਵਾਸ਼ੀਲਡ ਬਹੁਤ ਜ਼ਿਆਦਾ ਮਸ਼ਹੂਰ, ਠੀਕ ਹੈ। ਕੋਵਾਸ਼ੀਲਡ ਵੀ ਹੈ ਜਿਹੜੀ, ਉਹ ਕਿੱਥੇ ਬਣਾਈ ਜਾ ਰਹੀ ਹੈ? ਸੀਰਮ ਇੰਸਟੀਚਿਊਟ ਆਫ ਇੰਡੀਆ। ਬਹੁਤ ਵਾਰ ਕੁਐਸਚਨ ਪੁੱਛਿਆ ਜਾ ਚੁੱਕਿਆ ਹੈ, ਠੀਕ ਹੈ। 21 ਵਾਲੀ ਸ਼ਿਫਟ ਸੀ ਜਿਹੜੀ ਸਬ ਇੰਸਪੈਕਟਰ ਦੀ, ਉਹਦੇ ਵਿੱਚ ਵੀ ਪੁੱਛਿਆ ਗਿਆ ਸੀਗਾ ਕਿ ਕੋਵਾਸ਼ੀਲਡ ਡਿਵੈਲਪਡ ਬਾਈ ਕਿਹਨੇ ਕੀਤੀ? ਸੀਰਮ ਇੰਸਟੀਚਿਊਟ ਆਫ ਇੰਡੀਆ ਪੁਣੇ, ਠੀਕ ਹੈ। ਇਹਦੇ ਹੈੱਡਕੁਆਟਰ ਪੁੱਛ ਲੈਂਦੇ ਨੇਗੇ, ਯਾਦ ਰੱਖਿਓ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ SII ਦੇ ਕਿੱਥੇ ਨੇਗੇ? ਪੁਣੇ ਨੇਗੇ, ਠੀਕ ਹੈ। ਤੇ ਭਾਰਤ ਬਾਇਓਟੈਕ ਦੇ ਕਿੱਥੇ ਸੀਗੇ? ਹੈਦਰਾਬਾਦ ਸੀਗੇ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪਾਰਟ, ਕਿ ਜਿਹੜੀਆਂ ਇੰਪੋਰਟੈਂਟ ਐਕਸਰਸਾਈਜ਼ ਜਿਹੜੀਆਂ ਹੋਈਆਂ ਨੇਗੀਆਂ 2021 'ਚ ਹੋਈਆਂ ਨੇ, ਜਾਂ ਅੱਗੇ ਹੋਣੀਆਂ ਨੇ, ਜਾਂ ਹੁੰਦੀਆਂ ਆ ਰਹੀਆਂ ਨੇਗੀਆਂ ਅਲੱਗ-ਅਲੱਗ ਕੰਟਰੀਜ਼ ਨਾਲ, ਐਕਸਰਸਾਈਜ਼ਸ ਆਪਣੀ ਮਿਲਟਰੀ ਕਰਦੀ ਆ, ਆਰਮੀ ਕਰਦੀ ਆ, ਠੀਕ ਹੈ, ਏਅਰਫੋਰਸ ਕਰਦੀ, ਨੇਵੀ ਕਰਦੀ, ਉਹ ਕਿਹੜੀਆਂ ਐਕਸਰਸਾਈਜ਼ ਨੇਗੀਆਂ? ਸਭ ਤੋਂ ਜ਼ਿਆਦਾ ਇੰਪੋਰਟੈਂਟ ਬਣ ਜਾਂਦੀ ਹੈ ਕਵਚ। ਕਵਚ ਇਸ ਲਈ ਇੰਪੋਰਟੈਂਟ ਬਣ ਜਾਂਦੀ ਹੈ ਕਿਉਂਕਿ ਇਹ ਜਿਹੜੀਆਂ ਆਪਣੀਆਂ 4 ਸਰਵਿਸਿਜ਼ ਨੇਗੀਆਂ, ਇੰਡੀਅਨ ਆਰਮੀ ਹੋ ਗਈ, ਨੇਵੀ ਹੋ ਗਈ, ਏਅਰਫੋਰਸ ਹੋ ਗਈ, ਤੇ ਇੰਡੀਅਨ ਕੋਸਟ ਗਾਰਡ, ਜਿਹੜੀ ਕਿ ਆਪਣੀ ਕੋਸਟ ਹੈਗੀ, ਠੀਕ ਹੈ, ਲਗਭਗ 7600 ਕਿਲੋਮੀਟਰ ਆਪਣੀ ਕੋਸਟ ਹੈਗੀ ਲਗਭਗ, ਠੀਕ ਹੈ, 56 ਸ਼ਾਇਦ, ਠੀਕ ਹੈ। ਤੁਸੀਂ ਉਹ ਯਾਦ ਰੱਖਣੀ ਹੈ ਕਿ ਉਹਦੀ ਰੱਖਿਆ ਕਰਨ ਲਈ ਕਿਹੜੀ ਫੋਰਸ ਬਣਾਈ ਗਈ? ਇੰਡੀਅਨ ਕੋਸਟ ਗਾਰਡ ਹੈਗੀ। ਤੇ ਚਾਰੇ ਮਿਲ ਕੇ ਇੱਕ ਐਕਸਰਸਾਈਜ਼ ਕਰਦੀਆਂ ਨੇ, ਉਹਦਾ ਨਾਮ ਹੈਗਾ ਕਵਚ। ਕਵਚ ਐਕਸਰਸਾਈਜ਼ ਹੈ ਜਿਹੜੀ, ਉਹ ਕੀਤੀ ਜਾਂਦੀ ਹੈ, ਤੁਸੀਂ ਯਾਦ ਰੱਖਿਓ। ਨੈਕਸਟ ਕੀ ਹੈ? ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਸੀ ਵਿਜ਼ਲ 21 ਬਾਈ ਇੰਡੀਅਨ ਨੇਵੀ ਔਨ ਆਰ ਕੋਸਟ ਲਾਈਨ। ਕੋਸਟ ਲਾਈਨ 'ਤੇ ਕਿਹੜੀ ਕੀਤੀ ਗਈ? ਸੀ ਵਿਜ਼ਲ, ਮਤਲਬ ਸੀ ਨੂੰ ਦੇਖਣਾ, ਸੀ ਵਿਜ਼ਲ ਮਤਲਬ ਕਿ ਤੁਸੀਂ ਯਾਦ ਰੱਖ ਸਕਦੇ ਹੋ ਵੀ ਇੰਡੀਅਨ ਨੇਵੀ ਕਰੂਗੀ, ਸੀ ਨਾਲ ਰਿਲੇਟਡ ਹੈਗੀ ਇੰਡੀਅਨ ਨੇਵੀ, ਠੀਕ ਹੈ। ਨੈਕਸਟ ਕੁਐਸਚਨ ਹੈ, ਡੈਜ਼ਰਟ ਨਾਈਟ ਜਿਹੜੀ ਹੁੰਦੀ ਹੈਗੀ, ਠੀਕ ਹੈ, ਉਹ ਕੌਣ ਕੌਣ ਕਰਦੀ ਹੈ? ਫਰੈਂਚ ਤੇ ਆਪਣੀ ਇੰਡੀਅਨ ਏਅਰਫੋਰਸ, ਠੀਕ ਹੈ। ਫਰੈਂਚ ਦੀ ਏਅਰਫੋਰਸ ਹੈ ਜਿਹੜੀ, ਤੇ ਇੰਡੀਅਨ ਦੀ ਏਅਰਫੋਰਸ ਹੈ ਜਿਹੜੀ, ਉਹ ਡੈਜ਼ਰਟ ਨਾਈਟ ਕਰਦੀ ਹੈਗੀ। ਨਾਲ ਹੀ 3 ਹੋਰ ਕਰਦੀ ਹੈ, ਗਰੁੜ, ਵਰੁਣ ਤੇ ਸ਼ਕਤੀ, ਠੀਕ ਹੈ। ਗਰੁੜ, ਵਰੁਣ, ਸ਼ਕਤੀ, 3 ਇਹੋ ਜਿਹੀਆਂ ਐਕਸਰਸਾਈਜ਼ ਨੇ ਜਿਹੜੀਆਂ ਆਪਾਂ ਫਰੈਂਚ ਨਾਲ ਕਰ ਦਿਆਂਗੇ, ਠੀਕ ਹੈ। ਜਿਹੜੀ ਕਿ ਹੁਣ ਚੱਲ ਰਹੀ ਹੈ, ਐਟ ਏ ਟਾਈਮ ਚੱਲ ਰਹੀ ਹੈ, ਉਹ ਹੈਗੀ ਹੈ ਸੂਰਿਆ ਕਿਰਨ, ਠੀਕ ਹੈ। ਇਹ ਉੱਤਰਾਖੰਡ ਦੇ ਵਿੱਚ ਮੇਰੇ ਖਿਆਲ ਚੱਲ ਰਹੀ ਹੈਗੀ। ਸੂਰਿਆ ਕਿਰਨ ਕਿਹਦੇ ਨਾਲ ਹੁੰਦੀ ਹੈ? ਨੇਪਾਲ ਦੇ ਨਾਲ। ਕਰੰਟ ਦਾ ਕੁਐਸਚਨ ਵੀ ਬਣ ਜਾਂਦਾ ਤੁਹਾਡਾ, ਤੇ ਇਹ ਵੈਸੇ ਵੀ ਫੈਕਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਆਪਣਾ ਪੜੋਸੀ ਦੇਸ਼ ਹੈ। ਪੁੱਛਿਆ ਜਾ ਸਕਦਾ ਕਿ ਸੂਰਿਆ ਕਿਰਨ ਜਿਹੜੀ ਐਕਸਰਸਾਈਜ਼ ਆ ਉਹ ਕਿਹਦੇ ਨਾਲ ਹੁੰਦੀ ਹੈ? ਨੇਪਾਲ ਨਾਲ, ਠੀਕ ਹੈ। US ਨਾਲ ਕਿਹੜੀਆਂ ਹੁੰਦੀਆਂ ਨੇ ਆਪਣੀਆਂ? ਯੁੱਧ ਅਭਿਆਸ, ਠੀਕ ਹੈ। ਟਾਈਗਰ ਟਰੰਪ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਵਜਰ ਪ੍ਰਹਾਰ, ਠੀਕ ਹੈ। ਤੇ ਨਾਲ ਹੀ ਰੈੱਡ ਫਲੈਗ। ਇਹ ਜਿਹੜੀਆਂ ਐਕਸਰਸਾਈਜ਼ ਨੇ ਕਿਹਦੇ ਨਾਲ ਹੁੰਦੀਆਂ ਨੇਗੀਆਂ? ਆਪਣੀਆਂ USA ਨਾਲ ਹੁੰਦੀਆਂ ਨੇਗੀਆਂ। ਸਕਰੀਨਸ਼ਾਟ ਲੈ ਲਓ ਜਾਂ ਕਾਪੀ 'ਚ ਨੋਟ ਕਰ ਲਓ। ਬਾਕੀ ਤੁਹਾਨੂੰ ਜਿਹੜੀ PDF ਹੈ ਉਹ ਆਪਣੇ ਟੈਲੀਗ੍ਰਾਮ ਚੈਨਲ 'ਤੇ ਤੁਸੀਂ ਜਾ ਕੇ ਲੈ ਸਕਦੇ ਹੋ, ਠੀਕ ਹੈ। ਤੁਸੀਂ ਬਾਕੀ ਨੈਕਸਟ ਚੱਲਦੇ ਆਪਾਂ। ਨੋਮੈਡਿਕ ਐਲੀਫੈਂਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਬਹੁਤ ਵਾਰ ਪੇਪਰ 'ਚ ਪੁੱਛੀ ਜਾ ਚੁੱਕੀ ਹੈ। ਨੋਮੈਡਿਕ ਐਲੀਫੈਂਟ ਕਿਹਦੇ ਨਾਲ ਹੁੰਦੀ ਹੈ? ਮੰਗੋਲੀਆ ਨਾਲ, ਠੀਕ ਹੈ। ਮੰਗੋਲੀਆ ਨਾਲ ਹੁੰਦੀ ਹੈ। ਚਾਈਨਾ ਨਾਲ ਕਿਹੜੀ ਹੁੰਦੀ ਹੈ? ਹੈਂਡ ਇਨ ਹੈਂਡ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਵੀ। ਹੈਂਡ ਇਨ ਹੈਂਡ ਕਿਹਦੇ ਨਾਲ ਹੁੰਦੀ ਹੈ? ਚਾਈਨਾ ਨਾਲ। ਕੋਰਪਟ ਹੁੰਦੀ ਹੈਗੀ ਥਾਈਲੈਂਡ ਨਾਲ, ਠੀਕ ਹੈ। ਮੈਤਰੀ ਆਪਾਂ ਨੇ ਪਹਿਲਾਂ ਪੜ੍ਹੀ ਸੀਗੀ, ਕਿਹੜੀ ਪੜ੍ਹੀ ਸੀਗੀ ਆਪਣੇ ਵਰੁਣ, ਗਰੁੜਾ, ਵਰੁਣ ਤੇ ਸ਼ਕਤੀ। ਜਿਹੜੀ ਸ਼ਕਤੀ ਸੀਗੀ, ਇਹ ਤਿੰਨੇ ਕਿਹੜੀਆਂ ਹੁੰਦੀਆਂ ਸੀਗੀਆਂ? ਫਰੈਂਚ ਨਾਲ। ਜੇ ਹੀ ਆਪਾਂ ਗੱਲ ਕਰੀਏ ਆਪਣੀ ਧਰਮਾ ਗਾਰਡੀਅਨ ਦੀ ਜਾਂ ਕੋਰਪਟ ਨਾਲ, ਮੈਤਰੀ ਤੁਸੀਂ ਯਾਦ ਰੱਖਿਓ। ਮੈਤਰੀ ਦੇ ਨਾਲ ਇੱਕ ਮਿੱਤਰਾ ਸ਼ਕਤੀ ਯਾਦ ਰੱਖਣੀ ਆ ਤੁਸੀਂ। ਮਿੱਤਰਾ ਸ਼ਕਤੀ ਹੁੰਦੀ ਹੈਗੀ ਸ਼੍ਰੀਲੰਕਾ ਨਾਲ। ਮੈਤਰੀ ਹੁੰਦੀ ਹੈ ਥਾਈਲੈਂਡ ਨਾਲ। ਮਿੱਤਰ ਸ਼ਕਤੀ ਕਿਹਦੇ ਨਾਲ ਹੁੰਦੀ ਹੈ? ਸ਼੍ਰੀਲੰਕਾ ਨਾਲ ਹੁੰਦੀ ਹੈ। ਇਹੀ ਆਪਾਂ ਨੇ ਪਹਿਲਾਂ ਪੜ੍ਹਿਆ ਸੀਗਾ ਵੀ ਜਿਹੜੀ ਗਰੁੜਾ ਹੁੰਦੀ,
ठीक है। गरुड़ा ਹੁੰਦੀ ਉਹ ਹੁੰਦੀ ਹੈਗੀ ਆਪਣੀ ਫਰਾਂਸ ਨਾਲ ਹੀ ਤੁਸੀਂ ਯਾਦ ਰੱਖਣਾ ਹੈ ਇਹਦੇ ਵਿੱਚ ਹੀ ਧਰਮਾ ਗਾਰਡੀਅਨ ਕਿਹਨੂੰ ਦਿੰਦੀ ਹੈ ਜਾਪਾਨ ਨਾਲ। ठीक है। संप्रीति बहुत ज़्यादा इंपोर्टेंट पेपर बहुत बार पूछी जाती है कि होंगी है बांग्लादेश नाल। संप्रीति कि बांग्लादेश नाल। मित्र शक्ति मैं तुम्हें कराए दी। इंदिरा बहुत ज़्यादा ट्राई सर्विसिज हैगी ये कि होंगी हैगी रशिया नाल। खंजर कि होंगी है किर्गिस्तान नाल। ठीक है। नैक्सट की आ गया थोड़े लवे दस्तलिक, ये ज़्यादा इंपोर्टेंट है, इन्हू क्वेश्चन मार्क कर। ठीक है, स्टार मार्क कर लो सॉरी। ठीक है। दस्तलिक विद किहदे नाल होंदी है उज्बेकिस्तान नाल। ठीक है। गरुड़ा शक्ति विद इंडोनेशिया, हुणे पहलां भी आपां पढ़ के हटे हां जिहड़ी गरुड़ा धर्मा गार्डियन जापान नाल। उलझना नहीं, मित्रा शक्ति किहदे नाल होंदी है श्रीलंका नाल, धर्मा गार्डियन जापान नाल। जे आपां मित्रा शक्ति थां ते किहदी करिए गरुड़ा शक्ति की गल करिए तां होंदी है इंडोनेशिया नाल। अल नगा विद किहदे नाल होंदी है ओमान नाल। ठीक है। ओमान नाल किहड़ी होंदी हैगी अल नगा जां नसीम अल बहर। नसीम अल बहर जां अल नगा जिहड़ी है देखो अरबिन पर्शियन जा नाम है। ठीक है। तुसीं उमें याद रख सकते हो कि जो ओमन कंट्री है वो होंगी है अल नगा तो नसीम अल बहर। ठीक है। तुसीं याद रखियो, बहुत ही ज़्यादा इंपोर्टेंट। नैक्सट की है अजय वॉरियर तो इंद्रधनुष, दोनों कि होंगे नहीं यूके नाल, ब्रिटेन नाल। ठीक है। डेजर्ट ईगल बहुत ज़्यादा इंपोर्टेंट तां बन जाती है क्योंकि UAE ने हुणे फस्ट अपना मार्स मिशन किया सीगा होप। ठीक है। पेपर च बार बार पूछा गया है कि होप मिशन की है, होप मिशन की है, किहदा मिशन है ये UAE का है तो काहदे वास्ते है मार्स वास्ते। तुसीं याद रखना है। डेजर्ट ईगल किहदे नाल होगी UAE नाल। ठीक है। नैक्सट की है एक कंसैप्ट आ गया PSLV ते GSLV। ठीक है। पोलर सैटेलाइट लॉन्च व्हीकल। ठीक है। जियो स्टेशनरी लॉन्च व्हीकल। ठीक है। जियो सिक्रोनस भी कहते हैं इनू। ठीक है। याद रखना है जियो सिक्रोनस सैटेलाइट लॉन्च व्हीकल या पोलर सैटेलाइट लॉन्च व्हीकल। ठीक है। सब तो पहला इंडिया ने डिवेलप किया PSLV। ठीक है। फिर आया GSLV। जो PSLV है पोलर मीनस जिमें मान लो ये धरती अपनी। ठीक है। आ की ने अपने नॉर्थ पोल है, आ साउथ पोल है। जो एवें एवें रिवोल्व करते हैं अपने जो सैटेलाइट्स ने वो कि राही लॉन्च किए जाते हैं PSLV राही, क्योंकि इन्होंने जी दूरी होंगी है वो बहुत घट होंगी है। देखो तुसीं ठीक है। जे अपने 600 तो 900 किलोमीटर तक के एल्टीट्यूड तक भेजना हो, एल्टीट्यूड तक किसी सैटेलाइट को भेजना हो तो आप PSLV का यूज़ करते हैं। इस तो हायरली भेजना हो 36,000 नाल 25,000 किन्ने भी नाल भेजना हो तो किहड़े करांगे आप GSLV करांगे। ठीक है। हुण नाल ही तुसीं याद रखना है जिहड़ा PSLV हुंदा है ये हुंदा हैगा 4 स्टेज व्हीकल। ठीक है। यही GSLV जिहड़ा हुंदा हैगा वो कितना हुंदा हैगा अपना 3 स्टेज व्हीकल। ठीक है। ये तुसीं याद रखना है, बहुत बार क्वेश्चन च पूछा गया है कि जो GSLV है वो कितनी स्टेजेस होंगे ने, कितनी होंगे ने 3 स्टेजेस होंगे नहीं। ठीक है। एक सॉलिड, ठीक है, जिहदे सॉलिड मतलब कि अपना फ्यूल होंदा है, एक लिक्विड, ठीक है, एक क्रायोजनिक। क्रायोजनिक जी बहुत ज़्यादा इंपोर्टेंट है। एक जी क्रायोजनिक हैगी ना ये सिर्फ कितने GSLV च है। यही जे आप PSLV की गल करिए तो ये सॉलिड लिक्विड तो इलावा कोई होर स्टेज नहीं होंगी। एक लिक्विड एक सॉलिड, एक लिक्विड एक सॉलिड, एवें 4 स्टेजेस होंदियां नेगियां। यही यदि गल करिए एक लिक्विड एक सॉलिड तो एक क्रायोजनिक जी हैगी वो होंदी है। क्वेश्चन पूछा जाता है कि क्रायोजनिक किहदे विच पाई जाती है तो किहदे विच पाई जाती है GSLV। ठीक है। हुण यही गल करिए अपने पिछे जे हुण चंद्रयान छड्डिया सी है ना, चंद्रयान छड्डिया सीगा। ठीक है। तो बाकी जिहड़े हुण आपां गगनयान मिशन मेन एग्जाम्पल सब तो ज़्यादा इंपोर्टेंट गगनयान मिशन। ठीक है। जो गगनयान मिशन सीगा, ठीक है, अपने ह्यूमन भेजने ने स्पेस दे विच, आपां मैन भेज रहे स्पेस दे विच तां ओह किहदे राहीं भेजांगे GSLV Mark 3। ठीक है। ये बहुत बार पेपर च पूछा गया कि यह की है, ये GSLV Mark 3 की है, एक लॉन्च व्हीकल है जिस राही आपां जिहड़े अपने मैन नेगे वो आपां स्पेस पहुँचावांगे। किवें कितने तक पहुँचाने ने अपने 2022-23 तक। ठीक है। ये भी बहुत बार क्वेश्चन पूछा जाता है कि 2022-23 तक जो मिशन है वो किहड़ा गगनयान मिशन। ठीक है। ये तुसीं याद रखना है। नैक्सट क्वेश्चन है इसरो बारे। हुण इंडियन स्पेस रिसर्च ऑर्गेनाइजेशन हैगी। ठीक है। इंडियन स्पेस रिसर्च ऑर्गेनाइजेशन है, यदा काम की है जोड़े सैटेलाइट्स ने, चाहे वो अर्थ ऑब्जरवेटरी सैटेलाइट्स ने, चाहे वो डिफेंस नाल रिलेटेड सैटेलाइट्स ने। ठीक है। वो सारिਆਂ ਨੂੰ की करना है सैटेलाइट्स ਨੂੰ ऑर्बिट्स ਦੇ ਵਿੱਚ पहुँचाना। ठीक है। ਜਿਹੜੇ अपनी धरती है उदों आले दुआले ऑर्बिट्स ਹੁੰਦੇ ਨੇਗੇ। ठीक है। घूमती रहती है सैटेलाइट्स घूमते रहते हैं उत्थे तक पहुँचाने का काम किहदा ਹੁੰਦਾ ਹੈਗਾ इसरो का गल ਹੁੰਦਾ। ठीक है। इसरो है जी बहुत बार क्वेश्चन पूछा गया कि कदों फाउंड की गई 15 अगस्त 1969 ਦੇ ਵਿੱਚ 15 अगस्त 1969 ਦੇ ਵਿੱਚ ਕੀ ਕੀਤਾ ਗਿਆ इसरो ਨੂੰ फाउंड किया गया। हैडकुआटर इत्थे बंगलुरु ने गे। ठीक है। बेंगलुरु कर्नाटका ਦੇ ਵਿੱਚ ਇਹਦੇ हैडकुआटर ने। फाउंडर कौन सी विक्रम साराभाई। ठीक है। इंडियन स्पेस ਦੇ जे फादर पितामह किहनूं कहा जाता है विक्रम साराभाई ਨੂੰ बहुत बार फैक्चुअल क्वेश्चन पूछा जाता, स्टार मार्क कर लो। ठीक है। हुण एट ए टाइम उन्होंने एडमिनिस्ट्रेटर किहड़े ने K सिवान।
ਇਹ ਵੀ ਕੁਐਸਚਨ ਪੁੱਛਿਆ ਜਾ ਚੁੱਕਿਆ ਕਿ ਜਿਹੜੇ ਇਸਰੋ ਦੇ ਐਟ ਏ ਟਾਈਮ ਐਡਮਿਨਿਸਟ੍ਰੇਟਰ ਕਿਹੜੇ ਨੇ, CEO ਕੌਣ ਨੇਗੇ, ਐਡਮਿਨਿਸਟ੍ਰੇਟਰ ਕਿਹੜੇ ਨੇਗੇ, ਕੇ ਸਿਵਾਨ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ। ਪਿੱਛੇ ਇਹ ਕੁਐਸਚਨ ਆਇਆ ਸੀਗਾ ਕਿ PSLV C51 ਦੁਆਰਾ ਕਿਹੜਾ ਸੈਟੇਲਾਈਟ ਛੱਡਿਆ ਗਿਆ, ਠੀਕ ਹੈ। ਇੰਡੀਆ ਨੇ 19 ਸੈਟੇਲਾਈਟ ਛੱਡੇ ਸੀਗੇ PSLV C15 ਲਾਂਚ ਵਹੀਕਲ ਰਾਹੀਂ। ਉਹਦੇ ਵਿੱਚੋਂ ਇੱਕ ਸੀਗਾ ਐਮਾਜ਼ੋਨੀਆ 1, ਜਿਹੜਾ ਕਿ ਬਾਰ-ਬਾਰ ਪੇਪਰ 'ਚ ਪੁੱਛਿਆ ਜਾ ਰਿਹਾ। ਮੈਂ ਤਾਂ ਹੀ ਮੈਂਸ਼ਨ ਕੀਤਾ ਇਹਨੂੰ ਸਪੈਸ਼ਲ ਕਿ ਐਮਾਜ਼ੋਨੀਆ 1 ਕਿਹਦਾ ਸੀਗਾ ਬ੍ਰਾਜ਼ੀਲ ਦਾ। ਬ੍ਰਾਜ਼ੀਲ ਦਾ ਜਿਹੜਾ ਸੈਟੇਲਾਈਟ ਸੀਗਾ ਉਹ ਇੰਡੀਆ ਨੇ ਲਾਂਚ ਕੀਤਾ PSLV C51 ਲਾਂਚ ਵਹੀਕਲ ਦੁਆਰਾ, ਠੀਕ ਹੈ। ਹੁਣ ਗਗਨਯਾਨ ਮਿਸ਼ਨ ਮੈਂ ਤੁਹਾਨੂੰ ਦੱਸੇ ਦਿੱਤਾ ਹੈ ਨਾ। ਇਹਦੇ ਵਿੱਚ ਇੱਕ ਟਰਮ ਯਾਦ ਰੱਖਿਓ, ਵਿਕਾਸ ਇੰਜਨ ਨੂੰ ਯੂਜ਼ ਕੀਤਾ ਜਾ ਰਿਹਾ ਇਹਦੇ ਵਿੱਚ, ਇਹ ਤੁਸੀਂ ਬਸ ਯਾਦ ਰੱਖਣਾ, ਠੀਕ ਹੈ। ਹੁਣ ਲੂਨਰ ਮਿਸ਼ਨ ਮੈਂ ਤੁਹਾਨੂੰ ਦੱਸਿਆ ਹੀ ਸੀਗਾ, ਮੂਨ 'ਤੇ ਆਪਾਂ ਨੇ ਮਿਸ਼ਨ ਭੇਜਿਆ ਸੀ, ਜਿਹੜਾ ਕਿ ਆਪਾਂ ਔਰਬਿਟਰ ਤਾਂ ਭੇਜਣ 'ਚ ਕਾਮਯਾਬ ਹੋ ਗਏ ਸੀਗੇ, ਬਟ ਜਿਹੜਾ ਲੈਂਡਰ ਸੀਗਾ, ਠੀਕ ਹੈ, ਰੋਵਰ ਤੇ ਲੈਂਡਰ ਸੀਗੇ, ਉਹ ਆਪਾਂ ਉਹਨਾਂ ਨੂੰ ਮੂਨ ਦੀ ਧਰਤੀ 'ਤੇ ਰੱਖ ਨਹੀਂ ਪਾਏ ਸੀਗੇ, ਠੀਕ ਹੈ। ਉਹ ਫੇਲ ਹੋ ਗਿਆ ਸੀਗਾ, ਠੀਕ ਹੈ। ਪਰ ਬਹੁਤ ਕੋਸ਼ਿਸ਼ ਕੀਤੀ ਗਈ ਸੀ। ਪਿੱਛੇ 2019 ਦੀ ਗੱਲ ਹੈ, ਠੀਕ ਹੈ, ਤੁਸੀਂ ਯਾਦ ਰੱਖੋ, ਜੁਲਾਈ 2019 ਦੀ। ਅਤੇ ਉਹਦੇ ਵਿੱਚ ਕੁਐਸਚਨ ਕੀ ਪੁੱਛਿਆ ਜਾਂਦਾ ਹੈ ਕਿ ਜਿਹੜਾ ਲੂਨਰ ਮਿਸ਼ਨ ਸੀਗਾ ਉਹਦੇ ਵਿੱਚ ਜਿਹੜਾ ਰੋਵਰ ਸੀ ਉਹਦਾ ਨਾਮ ਕੀ ਸੀਗਾ, ਪ੍ਰਗਿਆਨ। ਰੋਵਰ ਦਾ ਨਾਮ ਸੀ ਪ੍ਰਗਿਆਨ ਅਤੇ ਲੈਂਡਰ ਦਾ ਨਾਮ ਕੀ ਸੀਗਾ, ਵਿਕਰਮ ਲੈਂਡਰ, ਠੀਕ ਹੈ, ਪ੍ਰਗਿਆਨ ਰੋਵਰ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ। ਹੁਣ ਇਹਦੇ ਨਾਲ ਇਹਨਾਂ ਨੇ ਜਿਹੜੇ ਹੁਣ ਕਰੋਨਾ ਕਰਕੇ ਜਿਹੜੇ ਵੈਂਟੀਲੇਟਰ ਦੀ ਲੋੜ ਪੈ ਰਹੀ ਸੀਗੀ, ਤਾਂ ਇਹਨਾਂ ਨੇ 3 ਵੈਂਟੀਲੇਟਰ ਡਿਵੈਲਪ ਕੀਤੇ ਸੀਗੇ, ਜਿਹਦਾ ਨਾਮ ਸੀਗਾ ਪ੍ਰਾਣ, ਵਾਯੂ ਤੇ ਸੀਸਟ, ਠੀਕ ਹੈ। ਪ੍ਰਾਣ, ਵਾਯੂ ਤੇ ਸੀਸਟ ਵੈਂਟੀਲੇਟਰਸ ਨੂੰ ਡਿਵੈਲਪ ਕਿਹਨੇ ਕੀਤਾ, ਸਿੱਧਾ ਕੁਐਸਚਨ ਆਉਂਦਾ, ਕਿਹਨੇ ਕੀਤਾ, ਇਸਰੋ ਨੇ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਜਿਹਦੇ ਹੈੱਡਕੁਆਟਰ ਬੈਂਗਲੁਰੂ ਨੇ, ਜਿਹਨੂੰ ਫਾਊਂਡ ਕੀਤਾ ਸੀ ਵਿਕਰਮ ਸਾਰਾਭਾਈ ਨੇ, ਐਡਮਿਨਿਸਟ੍ਰੇਟਰ ਕਿਹੜੇ ਨੇ, ਕੇ ਸਿਵਾਨ ਨੇ। ਅਤੇ ਕਦੋਂ ਫਾਊਂਡ ਕੀਤੀ ਗਈ, 1969 ਦੇ ਵਿੱਚ 15 ਅਗਸਤ ਨੂੰ, ਠੀਕ ਹੈ। ਇਹ ਸਾਰੇ ਕੁਐਸਚਨ ਤੁਹਾਨੂੰ ਰਿਵਾਈਜ਼ ਕਰਾਤੇ, ਠੀਕ ਹੈ। ਇੱਕ ਵਾਰ ਫਿਰ ਵੀ ਰਿਵਾਈਜ਼ ਕਰਕੇ ਜੇ ਕਿਸੇ ਨੂੰ ਕੁਛ ਵੀ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ 'ਚ ਲਿਖ ਦਿਓ, ਠੀਕ ਹੈ। ਨੈਕਸਟ ਕੀ ਆ ਗਿਆ, ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਕੀ ਪੁੱਛਿਆ ਜਾਂਦਾ ਇਹਦੇ ਵਿੱਚ ਕਿ ਜਿਵੇਂ USA ਦਾ ਕੀ ਹੈਗਾ, GPS ਹੈ। USA ਦਾ GPS ਹੈ। ਆਪਾਂ ਸਾਰੇ ਮੋਬਾਈਲ ਦੇ ਵਿੱਚ ਆਪਾਂ GPS ਲਗਾ ਕੇ ਹੈ ਨਾ, ਥਾਂ ਤੇ ਸੈਂਟਰ, ਜਦੋਂ ਆਪਾਂ ਐਗਜ਼ਾਮ ਸੈਂਟਰ ਵੀ ਦੇਖਦੇ ਹਾਂ ਨਾ, GPS ਲਗਾ ਕੇ ਦੇਖ ਲੈਂਦੇ ਵੀ ਹਾਂ ਆਪਣਾ ਸੈਂਟਰ ਇੱਥੇ, ਜੇ ਆਪਾਂ ਚਲੇ ਜਾਂਦੇ ਮੈਪ ਰਾਹੀਂ, ਠੀਕ ਹੈ। ਐਵੇਂ ਹੀ ਇੰਡੀਆ ਦਾ ਕਿਹੜਾ ਹੈਗਾ, ਰਸ਼ੀਆ ਦਾ ਕਿਹੜਾ ਹੈਗਾ, ਯੂਰਪੀਅਨ ਯੂਨੀਅਨ ਦਾ ਕਿਹੜਾ ਹੈ, ਇਹ ਸਾਰੇ ਕੁਐਸਚਨ ਪੁੱਛੇ ਜਾ ਚੁੱਕੇ ਨੇ। ਮੈਂ ਤਾਂ ਹੀ ਇਹਨਾਂ ਨੂੰ ਮੈਂਸ਼ਨ ਕਰ ਰਿਹਾ, ਬਾਰ-ਬਾਰ ਜ਼ੋਰ ਦੇ ਰਿਹਾ ਕਿ ਇਹ ਵੀਡੀਓ ਦੇ ਵਿੱਚ ਜਿੰਨੇ ਵੀ ਮੈਨੇ ਕੁਐਸਚਨ ਲੈਤੇ ਨੇ ਜਾਂ ਤਾਂ ਪੁੱਛੇ ਗਏ ਨੇ ਜਾਂ ਇੰਨੇ ਕੁ ਜ਼ਿਆਦਾ ਇੰਪੋਰਟੈਂਟ ਨੇ ਕਿ ਕਿਸੇ ਨਾ ਕਿਸੇ ਪੇਪਰ ਦੇ ਵਿੱਚ ਤੁਹਾਨੂੰ ਦਿਖ ਹੀ ਜਾਣਗੇ, ਠੀਕ ਹੈ। ਤੁਸੀਂ ਯਾਦ ਰੱਖਣਾ। GPS ਇੱਕ ਕੁਐਸਚਨ ਪੁੱਛਿਆ ਜਾਂਦਾ, ਕੰਪਿਊਟਰ ਦੇ ਵਿੱਚ ਪੁੱਛ ਲੈਂਦੇ ਨੇ, ਕਦੋਂ ਲਾਂਚ ਕੀਤਾ ਗਿਆ, 1978 ਦੇ ਵਿੱਚ, ਠੀਕ ਹੈ। ਜਿਹੜਾ 1978 ਹੈ ਉਹਦੇ ਵਿੱਚ ਇਹਨੂੰ ਕੀ ਕੀਤਾ ਗਿਆ, ਡਿਵੈਲਪ ਕੀਤਾ ਗਿਆ, ਠੀਕ ਹੈ। GPS, ਠੀਕ ਹੈ, ਗਲੋਬਲ ਪੋਜੀਸ਼ਨਿੰਗ ਸਿਸਟਮ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ। ਰਸ਼ੀਆ ਦਾ ਨਾਮ ਕੀ ਹੈਗਾ, ਜਿਵੇਂ USA ਦਾ GPS ਹੈ, ਰਸ਼ੀਆ ਦਾ ਹੈਗਾ ਗਲੋਨਾਸ, ਕੀ ਹੈ, ਗਲੋਨਾਸ, ਠੀਕ ਹੈ। ਯੂਰਪੀਅਨ ਯੂਨੀਅਨ ਦਾ ਬਹੁਤ ਵਾਰ ਪੁੱਛਿਆ ਗਿਆ ਹੈਗਾ, ਗਲੈਲੀਓ ਕੀ ਹੈਗਾ, ਯੂਰਪੀਅਨ ਯੂਨੀਅਨ ਦਾ। ਚਾਈਨਾ ਦਾ ਬੀਡੂ, ਠੀਕ ਹੈ, ਯਾਦ ਰੱਖਿਓ, ਬੀਡੂ, ਚਾਈਨਾ ਦਾ ਬੀਡੂ। ਜਾਪਾਨ ਦਾ QZSS, ਠੀਕ ਹੈ, QZSS। ਹੁਣ ਸਭ ਤੋਂ ਜ਼ਿਆਦਾ ਇੰਪੋਰਟੈਂਟ ਆਪਣੇ ਲਈ ਤਾਂ ਕੀ ਹੈ, ਇੰਡੀਆ ਦਾ ਕੀ ਹੈ, IRNS, ਇੰਡੀਅਨ ਰੀਜਨਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ, ਇੰਡੀਅਨ ਰੀਜਨਲ, ਠੀਕ ਹੈ, ਨੈਵੀਗੇਸ਼ਨ ਸੈਟੇਲਾਈਟ ਸਿਸਟਮ, ਠੀਕ ਹੈ, IRNSS, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈਗਾ। ਇਹਦੇ ਵਿੱਚ 7 ਸੈਟੇਲਾਈਟਸ ਨੇ, 7 ਸੈਟੇਲਾਈਟਸ ਤੋਂ ਮਿਲ ਕੇ ਕੀ ਬਣਿਆ, IRNSS, ਠੀਕ ਹੈ। ਹਲੇ ਚੰਗੀ ਤਰ੍ਹਾਂ ਮਤਲਬ ਇੰਨਾ ਫੇਮਸ ਨਹੀਂ ਹੋਇਆ GPS ਜਿੰਨਾ, ਇਸ ਕਰਕੇ ਹੀ ਆਪਣੇ ਮੋਬਾਈਲਾਂ 'ਚ ਹਲੇ GPS ਵਾਲੇ ਵੀ ਯੂਜ਼ ਕਰਦੇ। ਬਟ ਜਿਹੜਾ ਆਪਣਾ ਵੈਸੇ GPS ਸਿਸਟਮ ਹੈ, ਆਪਣਾ ਗਲੋਬਲ ਪੋਜੀਸ਼ਨਿੰਗ ਸਿਸਟਮ ਹੈਗਾ, ਠੀਕ ਹੈ, ਉਹ ਕਿਹੜਾ ਹੈਗਾ, IRNSS, ਜਿਹਨੂੰ ਨੈਵਿਕ ਵੀ ਕਹਿੰਦੇ ਨੇ ਨੈਵਿਕ, ਤੁਸੀਂ ਇਹ ਯਾਦ ਰੱਖਣਾ। ਨੈਕਸਟ ਕੀ ਹੈਗਾ, ਹੋਰ ਜਿਹੜੇ ਮਿਸ਼ਨ ਜਿਹੜੇ ਕਿ ਪੇਪਰਾਂ 'ਚ ਪੁੱਛੇ ਗਏ ਨੇਗੇ ਹੈ ਨਾ, ਮੈਂ ਉਹ ਸਾਰੇ ਇਹਦੇ ਵਿੱਚ ਰੱਖਤੇ ਕਿ ਤੁਹਾਨੂੰ ਕੋਈ ਵੀ ਜੇ ਕੋਈ ਕੁਐਸਚਨ ਮਿਲੇ ਉਹ ਤੁਸੀਂ ਗਲਤ ਨਾ ਕਰਕੇ ਆਓ। ਜਿਵੇਂ ਹੋਪ ਮਿਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ ਕਿਹਦਾ ਸੀਗਾ, UAE ਦਾ ਗਾ। ਫਸਟ ਅਰੇਬੀਅਨ ਕੰਟਰੀ ਸੀਗੀ ਜਿਹਨੇ ਕਿ ਆਪਣਾ ਮਾਰਸ 'ਤੇ ਮਿਸ਼ਨ ਭੇਜਿਆ, ਕਿਹੜਾ ਸੀਗਾ, ਹੋਪ ਮਿਸ਼ਨ, ਠੀਕ ਹੈ। ਕਿੱਥੇ, ਮਾਰਸ 'ਤੇ, ਮੰਗਲ ਗ੍ਰਹਿ 'ਤੇ ਭੇਜਿਆ। ਚੈਂਗੇਜ਼ 5 ਕੀ ਹੈ, ਇਹ ਲੂਨਰ ਮਿਸ਼ਨ ਹੈ, ਕਿਹਦਾ, ਚਾਈਨਾ ਦਾ। ਚੈਂਗੇਜ਼ 5 ਨਾਮ ਤੋਂ ਵੀ ਕਲੀਅਰ ਜਿਹਾ ਹੋ ਜਾਂਦਾ ਹੈਗਾ ਕਿ ਕਿਹਦਾ ਹੋ ਸਕਦਾ ਹੈਗਾ, ਚਾਈਨਾ ਦਾ ਹੋ ਸਕਦਾ, ਚੈਂਗੇਜ਼ 5। ਧਿਆਨਵਾਨ ਵੀ ਦੇਖੋ ਤੁਸੀਂ ਨਾਮ ਤੋਂ ਰੱਖ ਸਕਦੇ ਹੋ। ਧਿਆਨਵਾਨ 1 ਕੀ ਹੈ, ਮੂਨ ਦਾ ਜਰੋਂਗ ਰੋਵਰ ਭੇਜਿਆ ਗਿਆ, ਕਿਹਦੇ ਰਾਹੀਂ, ਚਾਈਨਾ ਰਾਹੀਂ, ਕਿੱਥੇ, ਮੂਨ 'ਤੇ। ਧਿਆਨਵਾਨ 1 ਮਿਸ਼ਨ ਸੀਗਾ, ਜਰੋਂਗ ਰੋਵਰ ਸੀਗਾ ਜਿਹੜਾ ਕਿ ਭੇਜਿਆ ਗਿਆ ਮੂਨ 'ਤੇ ਚਾਈਨਾ ਰਾਹੀਂ, ਠੀਕ ਹੈ। ਉਸ ਤੋਂ ਬਾਅਦ ਅੱਗੇ ਕੀ ਆ ਗਿਆ, ਪਰਜ਼ਰਵੇਰੈਂਸ, ਠੀਕ ਹੈ। ਪਰਜ਼ਰਵੇਰੈਂਸ ਮਾਰਸ ਰੋਵਰ ਜਿਹੜਾ ਸੀਗਾ ਉਹ ਕਿਹਦੇ ਰਾਹੀਂ ਭੇਜਿਆ ਗਿਆ, ਨਾਸਾ ਦੁਆਰਾ। ਸਿੱਧਾ ਹੀ ਪੁੱਛ ਲੈਂਦੇ, ਪਰਜ਼ਰਵੇਰੈਂਸ ਕਿਹਦੇ ਨਾਲ ਰਿਲੇਟਡ ਹੈ, ਨਾਸਾ ਨਾਲ ਰਿਲੇਟਡ ਹੈ, ਅਤੇ ਮਾਰਸ ਮਿਸ਼ਨ ਸੀਗਾ, ਠੀਕ ਹੈ। ਆਰਟਮਿਸ ਲੂਨਰ ਮਿਸ਼ਨ ਕਿਹਦਾ ਹੈਗਾ, ਨਾਸਾ ਦਾ, ਠੀਕ ਹੈ। ਨਾਲ ਹੀ ਜੂਸ਼ ਜਿਹੜਾ ਕਿ 18 ਤਰੀਕ ਨੂੰ, ਠੀਕ ਹੈ, ਹੈੱਡ ਕਾਂਸਟੇਬਲ ਦਾ, ਠੀਕ ਹੈ, ਪੇਪਰ ਹੋਇਆ ਸੀ, ਉਹਦੇ ਵਿੱਚ ਸਿੱਧਾ ਹੀ ਡਾਇਰੈਕਟ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਜੂਸ ਮਿਸ਼ਨ ਕਿਹਦੇ ਨਾਲ ਰਿਲੇਟਡ ਹੈ, ਠੀਕ ਹੈ। ਇਹ ਯੂਰਪੀਅਨ ਸਪੇਸ ਏਜੰਸੀ,
ਠੀਕ ਹੈ ਏਜੰਸੀ, ਠੀਕ ਹੈ ਯੂਰਪੀਅਨ ਸਪੇਸ ਏਜੰਸੀ ਸੀ ਜਿਹੜੀ, ਉਹਦਾ ਮਿਸ਼ਨ ਸੀਗਾ ਜੂਸ, ਜਿਹੜਾ ਕਿ ਜੁਪੀਟਰ ਤੇ ਜਾਊਗਾ। JU ਤੋਂ ਤੁਸੀਂ ਯਾਦ ਰੱਖ ਸਕਦੇ ਹੋ ਜੁਪੀਟਰ, ਠੀਕ ਹੈ। ਉਸ ਤੋਂ ਬਾਅਦ ਕੀ ਆ ਗਿਆ ਵੀਜ਼ਾ ਵੁੱਡ ਸੈਟਲਾਈਟ, ਠੀਕ ਹੈ ਵਰਲਡ ਦਾ ਫਸਟ ਵੁੱਡ ਸੈਟਲਾਈਟ ਜਿਹੜਾ ਕਿ ਲੱਕੜ ਤੋਂ ਬਣਿਆ ਹੋਇਆ ਸੀਗਾ, ਉਹ ਵੀਜ਼ਾ ਵੁੱਡ ਸੈਟਲਾਈਟ ਜਿਹਨੂੰ ਕਹਿੰਦੇ ਨੇਗੇ, ਉਹ ਕਿਹਨੇ ਭੇਜਿਆ, ਯੂਰਪੀਅਨ ਸਪੇਸ ਏਜੰਸੀ ਨੇ ਭੇਜਿਆ ਇਹ ਵੀ, ਠੀਕ ਹੈ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੇਪਰਾਂ 'ਚ ਪੁੱਛਿਆ ਗਿਆ ਚੁੱਕਿਆ ਤੇ ਤੁਸੀਂ ਯਾਦ ਰੱਖਣਾ। ਨੈਕਸਟ ਕੀ ਆ ਗਈ ਤੁਹਾਡੀ, ਹੁਣ ਸਟਾਰਟ ਹੋ ਗਈ ਤੁਹਾਡੀ ਬਾਇਓ, ਠੀਕ ਹੈ। ਬਾਇਓ ਦੇ ਜਿੰਨੇ ਵੀ ਕੁਐਸਚਨ ਬਣਦੇ ਨੇ ਆਪਾਂ ਡਿਸਕਸ ਕਰ ਲੈਣੇ ਹੈ ਨਾ, ਇੰਪੋਰਟੈਂਟ ਜੀ, ਠੀਕ ਹੈ। ਸਭ ਤੋਂ ਪਹਿਲਾਂ ਪੁੱਛ ਲੈਂਦੇ ਨੇ ਦ ਲਾਰਜੈਸਟ ਗਲੈਂਡ ਇਨ ਹਿਊਮਨ ਬੋਡੀ, ਠੀਕ ਹੈ। ਹਿਊਮਨ ਬੋਡੀ ਦੇ ਵਿੱਚ ਸਭ ਤੋਂ ਵੱਡੀ ਗਲੈਂਡ ਕਿਹੜੀ ਹੈਗੀ, ਲੀਵਰ, ਠੀਕ ਹੈ। ਸਿੱਧਾ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ, ਤੁਸੀਂ ਯਾਦ ਰੱਖਣਾ, ਠੀਕ ਹੈ। ਨੈਕਸਟ ਕੀ ਹੈ, ਦ ਲਾਰਜੈਸਟ ਐਂਡੋਕਰਾਈਨ ਗਲੈਂਡ ਇਨ ਹਿਊਮਨ ਬੋਡੀ, ਸਭ ਤੋਂ ਵੱਡੀ ਐਂਡੋਕਰਾਈਨ ਗਲੈਂਡ ਕਿਹੜੀ ਹੈ, ਥਾਇਰੋਇਡ ਗਲੈਂਡ, ਠੀਕ ਹੈ। ਆਪਾਂ ਨੂੰ ਪਤਾ ਜਿਹੜੀ ਥਾਇਰੋਇਡ ਗਲੈਂਡ ਹੁੰਦੀ ਹੈ ਆਪਣੇ ਥਾਇਰੋਇਡ ਦੇ ਵਿੱਚ ਹੁੰਦੀ ਹੈ, ਗਲੇ ਦੇ ਵਿੱਚ ਹੁੰਦੀ ਹੈ, ਤੇ ਜੇ ਜਿਹੜੀ ਇਹ ਗਲੈਂਡ ਹੈਗੀ ਆਪਣੇ ਗੋਇਟਰ ਨਾਮ ਦੀ ਬਿਮਾਰੀ ਹੈ ਇੱਕ, ਠੀਕ ਹੈ। ਉਹ ਬਿਮਾਰੀ ਕਿਉਂ ਹੁੰਦੀ ਹੈ, ਆਪਾਂ ਕਹਿੰਦੇ ਵੀ ਆਇਓਡੀਨ ਦੀ ਕਮੀ ਕਰਕੇ ਕੋਈ ਬਿਮਾਰੀ ਹੋ ਗਈ ਤਾਂ ਉਹ ਇਸ ਗਲੈਂਡ ਨੂੰ ਹੀ ਪ੍ਰਭਾਵਿਤ ਕਰਦੀ ਹੈ, ਤਾਂ ਗੋਇਟਰ ਹੁੰਦਾ ਹੈਗਾ, ਠੀਕ ਹੈ। ਆਪਾਂ DD ਨੈਸ਼ਨਲ 'ਤੇ ਇੱਕ ਬੜੀ ਪਹਿਲਾਂ ਚੱਲਦੀ ਹੁੰਦੀ ਸੀਗੀ ਆਇਓਡੀਨ ਕੀ ਕਮੀ, ਆਇਓਡੀਨ ਨਮਕ, ਠੀਕ ਹੈ। ਉਹ ਸਾਰਾ ਕਿਹਦੇ ਨਾਲ ਰਿਲੇਟਡ ਸੀ, ਥਾਇਰੋਇਡ ਗਲੈਂਡ ਨਾਲ ਰਿਲੇਟਡ ਸੀਗਾ, ਠੀਕ ਹੈ। ਦੋ ਤਰ੍ਹਾਂ ਦੀਆਂ ਗਲੈਂਡਸ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਐਗਜ਼ੋਕਰਾਈਨ, ਠੀਕ ਹੈ, ਇੱਕ ਹੁੰਦੀਆਂ ਨੇ ਐਂਡੋਕਰਾਈਨ। ਨਹੀਂ ਐਗਜ਼ੋਕਰਾਈਨ ਗਲੈਂਡਸ ਹੁੰਦੀਆਂ ਨੇਗੀਆਂ, ਜਿਵੇਂ ਸਵੈਟ ਗਲੈਂਡ ਹੋ ਗਈ, ਠੀਕ ਹੈ, ਜਿਹੜੀ ਆਪਣੀ ਸਵੈਟ ਨਿਕਲਦਾ, ਆਪਣੇ ਪਸੀਨਾ ਨਿਕਲਦਾ, ਉਹ ਸਵੈਟ ਗਲੈਂਡ ਕਰਕੇ ਨਿਕਲਦਾ ਹੈ, ਠੀਕ ਹੈ। ਉਹਨਾਂ ਦੀ ਹੁੰਦੀ ਹੈ ਡਕਟ ਰਿਲੇਟਡ ਹੁੰਦੀਆਂ ਨੇ, ਠੀਕ ਹੈ, ਡਕਟ ਹੁੰਦੀਆਂ ਨੇ, ਠੀਕ ਹੈ। ਐਂਡੋਕਰਾਈਨ ਦੇ ਵਿੱਚ ਡਕਟ ਨਹੀਂ ਹੁੰਦੇ। ਤੁਸੀਂ ਸਿਰਫ ਐਗਜ਼ਾਮਪਲ ਯਾਦ ਰੱਖਣੀਆਂ ਨੇ, ਟੀਅਰ ਗਲੈਂਡਸ ਹੋ ਗਈਆਂ, ਠੀਕ ਹੈ, ਸਵੈਟ ਗਲੈਂਡਸ ਹੋ ਗਈਆਂ, ਉਹ ਹੈਗੀ ਨੇ ਐਗਜ਼ੋਕਰਾਈਨ ਗਲੈਂਡਸ, ਠੀਕ ਹੈ। ਜਿਹੜੀਆਂ ਥਾਇਰੋਇਡ ਗਲੈਂਡ ਹੋ ਗਈਆਂ ਜਾਂ ਹੋਰ ਪੈਂਕਰੀਆਸ ਹੋ ਗਏ, ਇਹ ਸਾਰੀਆਂ ਗਲੈਂਡਸ ਕਿਹੜੀਆਂ ਨੇਗੀਆਂ, ਆਪਣੀਆਂ ਐਂਡੋਕਰਾਈਨ ਗਲੈਂਡਸ ਨੇਗੀਆਂ, ਤੁਸੀਂ ਯਾਦ ਰੱਖਣਾ, ਠੀਕ ਹੈ। ਨੈਕਸਟ ਕੀ ਹੈ, ਵਟ ਇਜ਼ ਦਾ pH ਵੈਲਿਊ ਆਫ ਬਲੱਡ, ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ, ਪੇਪਰ 'ਚ ਸਿੱਧਾ ਹੀ ਪੁੱਛਿਆ ਜਾਂਦਾ ਹੈ ਕਿ pH ਵੈਲਿਊ ਕਿੰਨੀ ਹੈ ਬਲੱਡ ਦੀ, ਕਿੰਨੀ ਹੈ, 7.5 to 8, ਠੀਕ ਹੈ। pH ਵੈਲਿਊ ਦਾ ਮਤਲਬ ਹੁੰਦਾ ਵੀ ਹਾਈਡਰੋਜਨ ਜਿਹੜੇ ਆਇਨ ਨੇ ਉਹ ਕਿੰਨੀ ਕੁ ਮਾਤਰਾ 'ਚ ਪ੍ਰੈਜੈਂਟ ਨੇ, ਠੀਕ ਹੈ, ਕਿੰਨੀ ਕੁ ਮਾਤਰਾ 'ਚ ਪ੍ਰੈਜੈਂਟ ਨੇ, ਉਹ pH ਵੈਲਿਊ ਥੋੜੀ ਦੱਸ ਦੇਣਗੇ, ਠੀਕ ਹੈ। ਤੇ 7.5 to 8 pH ਵੈਲਿਊ ਹੁੰਦੀ ਹੈ ਕਿਹਦੀ, ਬਲੱਡ ਦੀ, ਠੀਕ ਹੈ। ਕੁਝ ਕੁ ਵੈਲਿਊਜ਼ ਮੈਨੇ ਇੱਥੇ ਮੈਂਸ਼ਨ ਕੀਤੀਆਂ ਨੇ, ਕਿਉਂ ਇਹ ਕੁਐਸਚਨ ਸਿੱਧਾ ਬਣ ਜਾਂਦਾ ਹੈਗਾ, ਤੇ ਮੈਂ ਨਹੀਂ ਚਾਹੁੰਦਾ ਤੁਹਾਡਾ ਕੋਈ ਕੁਐਸਚਨ ਇੰਨਾ ਇਹੋ ਜਿਹਾ ਗਲਤ ਹੋਵੇ ਉੱਥੇ, ਠੀਕ ਹੈ, ਠੀਕ ਹੈ। ਜੇ 7 ਤੋਂ ਘੱਟ ਹੈ ਉਹ ਹੁੰਦੀਆਂ ਨੇ ਐਸਿਡਿਕ, ਕਿਹੜੀਆਂ ਹੁੰਦੀਆਂ ਨੇ, ਐਸਿਡਿਕ। 7 ਤੋਂ ਵੱਧ ਵਾਲੀਆਂ ਕਿਹੜੀਆਂ ਹੁੰਦੀਆਂ ਨੇ, ਬੇਸਿਕ, ਜਿਹਨਾਂ ਦੀ ਵੈਲਿਊ 7 ਤੋਂ ਵੱਧ ਹੁੰਦੀ ਹੈ ਉਹ ਬੇਸਿਕ ਹੁੰਦੀਆਂ ਨੇਗੀਆਂ, ਇਹ ਐਸਿਡਿਕ ਹੁੰਦੀਆਂ ਨੇ। ਵਿਚਕਾਰ ਕੀ ਆ ਗਿਆ, ਨਿਊਟਰਲ ਆ ਗਿਆ, ਠੀਕ ਹੈ। ਪਿਓਰ ਵਾਟਰ ਦੀ ਗੱਲ ਕਰੀਏ ਤਾਂ ਕੀ ਹੈ, ਨਿਊਟਰਲ ਹੈ, 7 ਆ ਗਿਆ, ਠੀਕ ਹੈ। ਯਾਦ ਰੱਖਣੀਆਂ ਨੇ, ਵੈਲਿਊਜ਼ ਲਿਖੀਆਂ ਨੇ, ਸਕਰੀਨਸ਼ਾਟ ਲੈ ਲਓ, ਹੈ ਨਾ, ਇੱਕ ਦੋ ਵਾਰ ਰਿਵਾਈਜ਼ ਕਰੋਗੇ ਤਾਂ ਯਾਦ ਹੋ ਜਾਏਗਾ, ਠੀਕ ਹੈ। ਜਿਵੇਂ ਹਾਈਡਰੋਕਲੋਰਿਕ ਐਸਿਡ ਹੈਗਾ ਬਹੁਤ ਘੱਟ ਹੋਏਗੀ, ਹੈ ਨਾ, 7 ਤੋਂ ਘੱਟ ਹੋਏਗੀ, 1 ਹੈ। ਸਲਫਿਊਰਿਕ ਐਸਿਡ ਦੀ 1.2 ਹੈ। ਜਿਹੜੀਆਂ ਇੰਪੋਰਟੈਂਟ ਨੇ, ਇੱਕ ਤਾਂ ਮਿਲਕ ਦੀ ਕਿੰਨੀ ਹੈ, 6.5, ਠੀਕ ਹੈ। ਇੱਕ ਤੁਸੀਂ ਯਾਦ ਰੱਖਣਾ ਗੈਸਟ੍ਰਿਕ ਜੂਸ ਦੀ, ਜਿਹੜਾ ਕਿ ਆਪਣੇ ਲੀਵਰ ਦੇ ਵਿੱਚ ਹੁੰਦਾ, ਆਪਣੇ ਪੇਟ ਦੇ ਵਿੱਚ ਹੁੰਦਾ, ਠੀਕ ਹੈ, ਕੀ ਹੁੰਦੀ ਹੈ ਜੀ, 2.0, ਇਹ ਤੁਸੀਂ ਯਾਦ ਰੱਖਣੀ ਹੈ। ਇੱਕ ਤੁਸੀਂ ਯਾਦ ਰੱਖਣੀ ਹੈਗੀ ਸੀ ਵਾਟਰ ਦੀ, ਕਿੰਨੀ ਹੁੰਦੀ ਹੈ, 8.5। ਨਮਕੀਨਾ ਪਾਣੀ ਹੁੰਦਾ ਨਾ, ਨਮਕ ਉਸੇ ਤੋਂ ਪ੍ਰਾਪਤ ਕਰਦੇ ਆਪਾਂ, ਨਮਕ ਹੁੰਦਾ ਬੇਸਿਕ ਹੁੰਦਾ, ਠੀਕ ਹੈ। ਇਹ ਤੁਸੀਂ ਯਾਦ ਰੱਖਣੀਆਂ ਨੇਗੀਆਂ। ਨੈਕਸਟ ਆਪਾਂ ਅੱਗੇ ਵਧਦੇ ਹਾਂ, ਕਹਿੰਦਾ ਯੈਲੋ ਕਲਰ ਆਫ ਯੂਰਾਈਨ ਇਜ਼ ਡਿਊ ਟੂ ਦਾ ਪ੍ਰੈਜੈਂਸ ਆਫ, ਠੀਕ ਹੈ। ਜਿਹੜਾ ਯੂਰਿਨ ਹੁੰਦਾ ਆਪਣਾ, ਠੀਕ ਹੈ, ਵਾਸ਼ਰੂਮ ਕਰਦੇ ਆਪਾਂ, ਠੀਕ ਹੈ, ਉਹਦੇ ਵਿੱਚ ਜਿਹੜਾ ਆਪਣਾ ਕਲਰ ਹੁੰਦਾ, ਯੈਲੋ ਕਲਰ ਹੁੰਦਾ, ਉਹ ਕਿਉਂ ਕਰਕੇ ਹੁੰਦਾ, ਯੂਰੋਕ੍ਰੋਮ ਤੁਸੀਂ ਸਿੱਧਾ ਯਾਦ ਰੱਖਣਾ, ਯੂਰੋਕ੍ਰੋਮ ਦੇ ਕਾਰਨ ਹੀ ਆਪਣਾ ਯੈਲੋ ਕਲਰ ਹੁੰਦਾ, ਠੀਕ ਹੈ। ਵਿਚ ਇਜ਼ ਐਸੈਂਸ਼ੀਅਲ ਫॉर ਬਲੱਡ ਕਲੋਟਿੰਗ, ਠੀਕ ਹੈ। ਆਪਾਂ ਨੂੰ ਪਤਾ ਹੈ ਵੀ ਜਿਹੜੀ ਬਲੱਡ ਦੇ ਕਲੋਟਸ ਬਣ ਜਾਂਦੇ ਨੇ, ਜਦੋਂ ਆਪਣੇ ਕੋਈ ਸੱਟ ਲੱਗ ਗਈ ਤਾਂ ਆਪਾਂ ਨੂੰ ਪਤਾ ਹੈ ਵੀ ਬਲੱਡ ਜੰਮ ਜੂਗਾ, ਤਾਂ ਹੀ ਉਹਦਾ ਬਲੱਡ ਨਿਕਲਣਾ ਬੰਦ ਹੋਏਗਾ, ਨਹੀਂ ਤਾਂ ਬੰਦ ਨਹੀਂ ਹੋਏਗਾ, ਲਿਕੁਇਡ ਨਿਕਲ ਹੀ ਜਾਏਗਾ, ਠੀਕ ਹੈ। ਤਾਂ ਉਹ ਕਿਹਦੀ ਪ੍ਰੈਜੈਂਸ ਕਰਕੇ ਹੁੰਦਾ, ਐਸੈਂਸ਼ੀਅਲ ਕੀ ਉਹਦੇ ਵਾਸਤੇ, ਲਿੰਫ, ਯਾਦ ਰੱਖਣਾ ਲਿੰਫ, ਠੀਕ ਹੈ। ਇਹ ਤੁਹਾਨੂੰ ਵਿਟਾਮਿਨ ਪੁੱਛ ਲੈਣ, ਵਿਟਾਮਿਨ ਕਿਹੜਾ ਯੂਜ਼ ਹੁੰਦਾ ਹੈਗਾ, ਕੇ ਵਿਟਾਮਿਨ ਹੈ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਪਣੇ ਵਾਸਤੇ, ਤਾਂ ਕਿ ਆਪਣੇ ਜਿਹੜੇ ਬਾਉਂਡਸ ਨੇ, ਆਪਣੇ ਜ਼ਖਮ ਨੇਗੇ, ਉਹ ਜਲਦੀ ਠੀਕ ਹੋ ਜਾਣ, ਵਿਟਾਮਿਨ ਕੇ, ਠੀਕ ਹੈ। ਨੈਕਸਟ ਕੀ ਹੈ, ਦ ਔਰਗਨ ਵਿਚ ਡਿਸਟਰੋਇਜ਼ ਵੋਰਨ ਆਊਟ RBCs ਇਨ ਦਾ ਬੋਡੀ ਆਫ ਏ ਵਰਟੀਬਰੇਟ। ਸਭ ਤੋਂ ਪਹਿਲਾਂ ਵਰਟੀਬਰੇਟ ਕੀ ਹੁੰਦੇ ਨੇ, ਜਿਨ੍ਹਾਂ ਦੀ ਰੀੜ੍ਹ ਦੀ ਹੱਡੀ ਹੁੰਦੀ, ਆਪਾਂ ਬਚਪਨ ਤੋਂ ਹੀ ਪੜ੍ਹਦੇ ਆ ਰਹੇ ਹਾਂ ਨਾ, ਵਰਟੀਬਰੇਟਸ। ਰੀੜ੍ਹ ਦੀ ਹੱਡੀ ਜਿਨ੍ਹਾਂ ਦੀ ਹੁੰਦੀ ਉਹ ਹੁੰਦੇ ਨੇ ਵਰਟੀਬਰੇਟਸ, ਜਿਨ੍ਹਾਂ ਦੀ ਨਹੀਂ ਹੁੰਦੀ ਉਹ ਹੁੰਦੇ ਨੇ ਨੋਨ ਵਰਟੀਬਰੇਟਸ, ਠੀਕ ਹੈ। ਤਾਂ ਕੀ ਕਹਿੰਦੇ ਨੇਗੇ, ਜਿਹੜੇ RBC ਹੁੰਦੇ ਨੇ, ਠੀਕ ਹੈ, ਰੈੱਡ ਬਲੱਡ ਸੈਲਸ, ਜਿਹਨਾਂ ਨੂੰ ਕਹਿੰਦੇ ਨੇ ਰੈੱਡ ਬਲੱਡ ਸੈਲਸ ਹੁੰਦੇ ਨੇ ਜਿਹੜੇ, ਉਹ ਕਿੱਥੇ ਜਾ ਕੇ ਕੀ ਕਰਦੇ ਨੇ, ਡਿਸਟਰੋਏ ਹੁੰਦੇ ਨੇ, ਕਿੱਥੇ, ਸੈਪਲਿਨ 'ਚ। ਤੁਸੀਂ ਯਾਦ ਰੱਖਣਾ, ਸੈਪਲਿਨ ਦੇ ਵਿੱਚ ਜਾ ਕੇ ਕੀ ਹੁੰਦੇ ਨੇਗੇ, ਇਹ ਡਿਸਟਰੋਏ ਹੁੰਦੇ ਨੇ। ਜੇ ਆਪਾਂ ਨਿਊ ਬੋਰਨ ਬੱਚੇ ਦੀ ਗੱਲ ਕਰੀਏ, ਵੈਸੇ ਤਾਂ ਇਹ ਬੋਨ ਮੈਰੋ 'ਚੋਂ ਬਣਦੇ ਨੇ, ਜਿਹੜਾ ਬੋਨ ਮੈਰੋ ਆਪਾਂ ਨੂੰ ਪਤਾ ਵੀ ਆਪਾਂ ਬੋਨ ਮੈਰੋ ਯੂਜ਼ ਕਰ ਦਿਆਂਗੇ, ਵੀ ਬੋਨ ਮੈਰੋ ਦੇ ਵਿੱਚ ਹੀ ਸਾਰਾ DNA ਮਟੀਰੀਅਲ ਹੁੰਦਾ ਆਪਣਾ, ਹੈ ਨਾ। ਜਿਹੜੇ DNA ਨਾਲ ਰਿਲੇਟਡ ਹੈ ਵੀ RBC ਹੈ ਜਿਹੜਾ, ਉਹ ਬੋਨ ਮੈਰੋ 'ਚ ਬਣਦਾ, ਬਟ ਖਤਮ ਕਿੱਥੇ ਹੁੰਦਾ ਹੈਗਾ, ਸੈਪਲਿਨ ਦੇ ਵਿੱਚ। ਅਤੇ ਇਹਦੀ ਜਿਹੜੀ ਐਵਰੇਜ ਲਾਈਫ ਪੁੱਛੀ ਜਾਂਦੀ ਹੈ ਕਿੰਨੀ ਹੁੰਦੀ ਹੈ, 120 ਡੇਜ਼, ਠੀਕ ਹੈ। ਹੁਣ ਤੁਹਾਨੂੰ ਮੈਂ ਜੇ ਡੀਪਲੀ ਥੋੜ੍ਹਾ ਜਿਹਾ ਦੱਸਾਂ ਤਾਂ ਜਿਹੜਾ ਬਲੱਡ ਹੁੰਦਾ ਆਪਣਾ, ਠੀਕ ਹੈ, ਜਿਹੜਾ ਬਲੱਡ ਹੁੰਦਾ ਹੈ
ਉਹਦੇ ਵਿੱਚ ਕੀ ਹੁੰਦੇ ਨੇਗੇ, ਇੱਕ ਤਾਂ WBC ਹੁੰਦੇ ਨੇ ਵਾਈਟ ਬਲੱਡ ਸੈੱਲ, ਇੱਕ ਹੁੰਦੇ ਨੇ ਰੈੱਡ ਬਲੱਡ ਸੈੱਲ, ਠੀਕ ਹੈ RBC, ਇੱਕ ਹੁੰਦੇ ਨੇ ਪਲੇਟਲੈਟਸ। ਕੀ ਹੁੰਦੇ ਨੇ ਪਲੇਟਲੈਟਸ। ਆਪਾਂ ਜਦੋਂ ਕਹਿ ਦਿੰਦੇ ਨੇ ਪਲੇਟਲੈਟਸ ਘਟ ਗਏ ਉਹਦੇ, ਹੈ ਨਾ, ਸੈੱਲ ਘਟ ਗਏ ਉਹਦੇ, ਉਹ ਸਾਰੀਆਂ ਇਹੀ ਚੀਜ਼ਾਂ ਨੇਗੀਆਂ ਜਿਹੜੀਆਂ ਕਿ ਬਲੱਡ ਦੇ ਵਿੱਚ ਪ੍ਰੈਜੈਂਟ ਹੁੰਦੀਆਂ ਨੇ, ਠੀਕ ਹੈ। WBC ਨੂੰ ਕੀ ਕਹਿੰਦੇ ਨੇਗੇ, ਲੀਕੋਸਾਈਟਸ ਵੀ ਕਹਿੰਦੇ ਨੇਗੇ। ਕੀ ਕਹਿੰਦੇ ਨੇ, ਲੀਕੋਸਾਈਟਸ, ਯਾਦ ਰੱਖਿਓ ਲੀਕੋਸਾਈਟਸ, ਠੀਕ ਹੈ। ਤੇ ਇਹਦੇ ਲਾਈਫ ਪੀਰੀਅਡ ਕਿੰਨਾ ਹੁੰਦਾ, 2 ਤੋਂ 3 ਦਿਨ ਦਾ, 2 ਤੋਂ 3 ਦਿਨ ਦਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ ਹੈ। ਇਹੀ RBC ਦੀ ਗੱਲ ਕਰੀਏ ਤਾਂ ਇਹਨੂੰ ਕੀ ਕਹਿੰਦੇ ਨੇ, ਇਰੀਥਰੋਸਾਈਟ, ਠੀਕ ਹੈ, ਇਰੀਥਰੋਸਾਈਟ, ਇਰੀਥਰੋਸਾਈਟ, ਠੀਕ ਹੈ। ਇਰੀਥਰੋਸਾਈਟ ਹੈ ਜਿਹੜਾ, ਠੀਕ ਹੈ, ਇਹ RBC ਨੂੰ ਕਹਿੰਦੇ ਨੇਗੇ। ਹੁਣ ਇੱਕ ਹੋਰ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਜਿਹੜਾ ਬਲੱਡ ਕੈਂਸਰ ਹੁੰਦਾ ਉਹ ਕਿਉਂ ਹੁੰਦਾ, ਉਹਦੇ ਵਿੱਚ ਕੀ ਹੁੰਦਾ, WBC ਕਰਕੇ ਹੁੰਦਾ। ਜਿਹੜੇ ਇਹ ਸੈੱਲ ਨੇਗੇ ਇਹਨਾਂ ਦੀ ਮਾਤਰਾ 'ਚ ਜਿਹੜੀ ਫਰਕ ਪੈਂਦਾ ਉਹਦੇ ਕਰਕੇ ਹੁੰਦਾ ਆਪਾਂ ਨੂੰ ਬਲੱਡ ਕੈਂਸਰ ਹੁੰਦਾ ਹੈਗਾ, ਠੀਕ ਹੈ। ਇਹੀ ਗੱਲ ਕਰੀਏ ਕਿ ਕਿਹਦੇ ਘਟਣ ਨਾਲ ਜਿਹੜਾ ਅਨੀਮੀਆ ਹੁੰਦਾ, ਜਿਹੜਾ ਅਨੀਮੀਆ ਪੜ੍ਹਦੇ ਹੈਗੇ ਆਪਾਂ, ਉਹ ਕਿਹਦੇ ਘਟਣ ਕਰਕੇ ਹੁੰਦਾ, RBC ਦੇ ਰੈੱਡ ਬਲੱਡ ਸੈੱਲ ਨੇ ਜਿਹੜੇ, ਉਹਨਾਂ ਦੇ ਘਟਣ ਕਰਕੇ ਕੀ ਹੁੰਦਾ ਹੈਗਾ, ਅਨੀਮੀਆ ਹੁੰਦਾ ਹੈਗਾ, ਠੀਕ ਹੈ। ਤੁਸੀਂ ਸਾਰੀਆਂ ਕਾਪੀ 'ਚ ਨੋਟ ਕਰ ਲਿਓ ਕਿਉਂਕਿ ਇਹ ਇੱਥੇ ਵਿੱਚ ਮੈਂਸ਼ਨ ਨਹੀਂ ਹੈਗੇ। ਮੈਂ ਚਾਹੁੰਦਾ ਸੀਗਾ ਵੀ ਘੱਟ ਤੋਂ ਘੱਟ ਤੁਹਾਡੇ ਜਿੰਨੇ ਵੀ ਕੁਐਸਚਨ ਬਣਦੇ ਨੇ ਮੈਂ ਤੁਹਾਨੂੰ ਮੂੰਹ ਜ਼ਬਾਨੀ ਦੱਸਦਾ, ਹੈ ਨਾ। ਬਾਕੀ ਤੁਸੀਂ ਲਿਖਣ ਦੀ ਆਦਤ ਪਾਓਗੇ ਤਾਂ ਤੁਹਾਡੇ ਜ਼ਿਆਦਾ ਯਾਦ ਰਹੇਗਾ, ਠੀਕ ਹੈ। ਨੋਟਸ ਬਣਾਓ ਇਹਦੇ ਤਾਂ ਕਿ ਤੁਸੀਂ ਪੇਪਰ ਤੋਂ ਇੱਕ ਦਿਨ ਪਹਿਲਾਂ ਵੀਡੀਓ ਦੇਖਣ ਦੀ ਤੁਹਾਨੂੰ ਲੋੜ ਨਾ ਪਵੇ, ਠੀਕ ਹੈ। ਨਾਲ ਦੀ ਨਾਲ ਤੁਸੀਂ ਕਾਪੀ ਚੱਕੀ ਆਪਦੇ ਰਿਵਾਈਜ਼ ਕੀਤੇ, ਕਿਉਂਕਿ ਸਾਰਾ ਕੁਝ ਤੁਹਾਡੇ ਦਿਮਾਗ ਦੇ ਵਿੱਚ ਪਾਏ ਦੇਣਾ ਮੈਨੇ, ਹੈ ਨਾ। ਉਸ ਤੋਂ ਬਾਅਦ ਤੁਹਾਡੇ ਜਿੰਨਾ ਯਾਦ ਹੋਊਗਾ ਨਾ, ਠੀਕ ਹੈ, ਉਹ ਕਿਸੇ ਤਰੀਕੇ ਨਾਲ ਨਹੀਂ ਯਾਦ ਹੋ ਸਕਦਾ, ਸਿਰਫ ਲਿਖ ਕੇ ਹੀ ਯਾਦ ਹੋ ਸਕਦਾ, ਠੀਕ ਹੈ। ਇਹ ਤੁਸੀਂ ਯਾਦ ਰੱਖਣੇ ਨੇ, ਠੀਕ ਹੈ। ਇੱਕ ਪਲਾਜ਼ਮਾ ਵਰਡ ਤੁਸੀਂ ਸੁਣਿਆ ਹੋਊਗਾ, ਠੀਕ ਹੈ। ਕੋਵਿਡ ਦੇ ਕਾਰਨ ਪਲਾਜ਼ਮਾ ਬਹੁਤ ਜ਼ਿਆਦਾ ਨਿਊਜ਼ 'ਚ ਆਇਆ ਕਿ ਜਿਹੜੇ ਐਂਟੀਬੋਡੀਜ਼ ਹੁੰਦੇ ਨੇ ਉਹ ਪਲਾਜ਼ਮਾ ਦੇ ਵਿੱਚ ਪ੍ਰੈਜੈਂਟ ਹੁੰਦੇ ਨੇ। ਜੇ ਆਪਾਂ ਬਲੱਡ ਦੇ ਵਿੱਚੋਂ RBC ਤੇ WBC ਕੱਢ ਦਈਏ, RBC ਤੇ WBC ਕੱਢ ਦਈਏ, ਜਿਹੜਾ ਲਿਕੁਇਡ ਬਚ ਗਿਆ ਉਹ ਹੁੰਦਾ ਆਪਣਾ ਪਲਾਜ਼ਮਾ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੁਐਸਚਨ ਕੀ ਆ ਗਿਆ, ਵਿਚ ਕੰਬੀਨੇਸ਼ਨ ਆਫ ਕ੍ਰੋਮੋਜ਼ੋਮਸ, ਠੀਕ ਹੈ, ਪ੍ਰੈਜੈਂਟ ਇਨ ਮੇਲਸ, ਠੀਕ ਹੈ। ਆਪਾਂ ਨੂੰ ਪਤਾ ਹੈ ਹਿਊਮਨ ਬੋਡੀ ਦੇ ਵਿੱਚ 23 ਪੇਅਰ ਆਫ ਕ੍ਰੋਮੋਜ਼ੋਮਸ ਹੁੰਦੇ ਨੇ, ਜਿਹਦੇ ਵਿੱਚੋਂ 44 ਤਾਂ ਵੈਸੇ ਹੁੰਦੇ ਨੇ ਤੇ ਜਿਹੜਾ ਇੱਕ ਪੇਅਰ ਹੁੰਦਾ ਹੈਗਾ, ਠੀਕ ਹੈ, ਉਹ ਹੁੰਦਾ ਆਪਣਾ ਸੈਕਸ ਹਾਰਮੋਨਸ, ਠੀਕ ਹੈ, ਜਿਹਨੂੰ ਕ੍ਰੋਮੋਜ਼ੋਮਸ ਕਹਿੰਦੇ ਨੇ, ਠੀਕ ਹੈ। ਤਾਂ ਆਪਣੇ ਮੇਲ ਦੇ ਵਿੱਚ ਕਿਹੜੇ ਪ੍ਰੈਜੈਂਟ ਹੁੰਦੇ ਨੇਗੇ, XY, ਠੀਕ ਹੈ। ਇਹ ਆਪਾਂ ਵੂਮੈਨ ਦੀ ਗੱਲ ਕਰੀਏ, ਫੀਮੇਲ ਦੀ ਗੱਲ ਕਰੀਏ ਤਾਂ ਉਹਨਾਂ 'ਚ ਹੁੰਦੇ ਨੇਗੇ XX। ਇਹ ਤੁਸੀਂ ਯਾਦ ਰੱਖਿਓ, ਸਿੱਧਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕ੍ਰੋਮੋਜ਼ੋਮਸ ਜਿਹੜੇ ਮੇਲ 'ਚ ਪ੍ਰੈਜੈਂਟ ਹੁੰਦੇ ਨੇ ਉਹ ਕਿਹੜੇ ਹੁੰਦੇ ਨੇ, XY, ਤੇ ਜਿਹੜੇ ਆਪਣੇ ਵੂਮੈਨ 'ਚ ਹੁੰਦੇ ਨੇ ਜਿਹੜੇ ਕਿ ਆਪਣਾ ਸੈਕਸ ਡਿਟਰਮਾਈਨ ਕਰਦੇ ਨੇ ਕਿ ਆਪਾਂ ਫੀਮੇਲ ਆ ਜਾਂ ਮੇਲ ਆ, ਉਹ ਇਹ ਕ੍ਰੋਮੋਜ਼ੋਮਸ ਕਰਦੇ ਨੇਗੇ। XY ਹੁੰਦੇ ਨੇਗੇ ਆਪਣੇ ਮੇਲਸ 'ਚ, XX ਕੀ 'ਚ ਹੁੰਦੇ ਨੇਗੇ ਫੀਮੇਲ 'ਚ, ਠੀਕ ਹੈ। ਨੈਕਸਟ ਕੁਐਸਚਨ ਹੈ, ਦ ਸਲਾਈਵਾ ਹੈਲਪਸ ਇਨ ਦ ਡਾਈਜੈਸ਼ਨ ਆਫ, ਜਿਹੜਾ ਸਲਾਈਵਾ ਹੁੰਦਾ ਹੈ, ਆਪਣੀਆਂ ਲਾਰਾਂ ਹੁੰਦੀਆਂ ਨੇ, ਆਪਣੇ ਗ੍ਰੰਥੀਆਂ ਹੁੰਦੀਆਂ ਨੇ ਆਪਣੇ ਮੂੰਹ ਦੇ ਵਿੱਚ, ਉਹ ਡਾਈਜੈਸ਼ਨ ਦੇ ਵਿੱਚ ਕਿਹਦੀ ਹੈਲਪ ਕਰਦੀਆਂ ਨੇ, ਸਟਾਰਚ ਦੇ ਵਿੱਚ, ਠੀਕ ਹੈ। ਸਟਾਰਚ ਜਿਹੜਾ ਆਪਾਂ ਖਾਂਦੇ ਹੈਗੇ, ਹੈ ਨਾ, ਉਹਨੂੰ ਡਾਈਜੈਸ਼ਨ ਕਰਨ ਦੇ ਵਿੱਚ ਸਲਾਈਵਾ ਹੈਲਪ ਕਰਦਾ ਹੈਗਾ ਆਪਣੇ, ਠੀਕ ਹੈ। ਜਿਹੜਾ ਸਕਿਨ ਦਾ ਕਲਰ ਹੈਗਾ, ਆਪਾਂ ਨੇ ਦੇਖਿਆ ਹੈਗਾ ਸਕਿਨ ਦਾ ਕਲਰ ਜਿਹੜਾ ਹੁੰਦਾ ਹੈਗਾ, ਹੈ ਨਾ, ਲਾਈਕ ਸਕਿੰਨੀ ਕਲਰ ਹੁੰਦਾ ਹੈਗਾ, ਆਪਾਂ ਕਹਿੰਦੇ ਹੁੰਦੇ ਵੀ ਇਹਦਾ ਸਕਿੰਨੀ ਕਲਰ ਹੈਗਾ, ਉਵੇਂ, ਠੀਕ ਹੈ। ਜਿਹੜਾ ਕਲਰ ਦਾ ਆਪਣਾ ਚਾਹੇ ਉਹ ਕੋਈ ਵੀ ਕਲਰ ਹੈਗਾ ਤਾਂ ਉਹ ਕਿਹਦੇ ਕਰਕੇ ਹੁੰਦਾ, ਇੱਕ ਮੈਲੇਨਿਨ ਹੁੰਦਾ ਹੈਗਾ, ਇੱਕ ਤਰ੍ਹਾਂ ਦਾ ਮਤਲਬ ਕਿ ਸਬਸਟਾਂਸ ਹੁੰਦਾ ਮੈਲੇਨਿਨ, ਠੀਕ ਹੈ। ਉਹਦੇ ਕਰਕੇ ਕੀ ਹੁੰਦਾ, ਆਪਣਾ ਸਕਿਨ ਦਾ ਕਲਰ ਕੀ ਹੁੰਦਾ ਹੈਗਾ, ਇਹ ਜਿਹਾ ਹੁੰਦਾ ਜੇ ਜਿਹਾ ਹੈਗਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੁਐਸਚਨ ਹੈ, ਦ ਐਸੇ ਨੋਡ ਆਫ ਮੈਮਲਿਨ ਹਰਟ ਇਜ਼ ਨੋਨ ਐਜ਼, ਠੀਕ ਹੈ। ਐਸੇ ਨੋਡ ਸਿੱਧਾ ਹੀ ਪੁੱਛਿਆ ਜਾਂਦਾ ਹੈ, ਇਹ ਮੈंने ਤਾਂ ਪਾ ਲਿਆ ਕਿਉਂਕਿ ਇਹ ਪੇਪਰ 'ਚ ਪੁੱਛਿਆ ਜਾ ਚੁੱਕਿਆ ਹੈੱਡ ਕਾਂਸਟੇਬਲ ਤੇ ਕਾਂਸਟੇਬਲ ਇੰਟੈਲੀਜੈਂਸ ਦੇ ਵਿੱਚ ਕਿ ਐਸੇ ਨੋਡ ਕਿਹਦੇ ਨਾਲ ਸੰਬੰਧਿਤ ਹੈ, ਪੇਸ ਮੇਕਰ ਨਾਲ, ਠੀਕ ਹੈ। ਆਪਣੇ ਹਰਟ ਦੇ ਵਿੱਚ, ਆਪਣੇ ਦਿਲ ਦੇ ਵਿੱਚ ਆਪਾਂ ਨੂੰ ਪਤਾ ਹੈ ਵੀ 4 ਖਾਨੇ ਹੁੰਦੇ ਨੇ, ਹੈ ਨਾ। 4 ਖਾਨੇ ਤੋਂ ਮਿਲ ਕੇ ਆਪਾਂ ਨੂੰ ਕੀ ਬਣਦਾ ਹੈਗਾ, ਆਪਣਾ ਹਰਟ ਬਣਦਾ ਹੈ। ਉਹਦੇ ਵਿੱਚ ਜਿਹੜਾ ਉੱਪਰਲਾ ਖਾਨਾ ਹੁੰਦਾ ਉਹਦੇ ਵਿੱਚ ਕੀ ਹੁੰਦਾ, ਇਹ ਪੇਸ ਮੇਕਰ ਸੌਰੀ, ਪੇਸ ਵਧਾ ਕੇ ਰੱਖਦਾ, ਠੀਕ ਹੈ। ਆਪਾਂ ਨੂੰ ਪਤਾ ਹੈ ਜਿਹੜਾ ਆਪਣਾ ਦਿਲ ਹੈ, ਆਪਣਾ ਹਰਟ ਹੈ, ਉਹ 1 ਮਿੰਟ ਦੇ ਵਿੱਚ 72 ਵਾਰ ਧੜਕਦਾ, ਠੀਕ ਹੈ। 72 ਵਾਰ ਕੀ ਕਰਦਾ, ਵਾਈਬਰੇਟ ਕਰਦਾ ਹੈਗਾ। ਇਹ ਤੁਸੀਂ ਯਾਦ ਰੱਖਿਓ, ਇਹ ਵੀ ਕਈ ਵਾਰ ਪੁੱਛ ਲੈਂਦੇ ਨੇਗੇ, ਠੀਕ ਹੈ। ਤੇ ਇੱਕ ਕੁਐਸਚਨ ਪੁੱਛਿਆ ਜਾਂਦਾ ਕਿ ਆਪਣੇ ਬਲੱਡ ਕਿੰਨਾ ਕੁ ਹੁੰਦਾ, ਠੀਕ ਹੈ, 6 ਲੀਟਰ ਦੇ ਕਰੀਬ, ਠੀਕ ਹੈ। 5-6 ਲੀਟਰ ਦੇ ਕਰੀਬ ਕੀ ਹੁੰਦਾ ਆਪਣੇ ਹਿਊਮਨ ਬੋਡੀ ਦੇ ਵਿੱਚ ਬਲੱਡ ਹੁੰਦਾ, 4 ਤੋਂ 6 ਕਹਿ ਦਿੰਦੇ ਨੇ ਕਈ ਵਾਰ, ਠੀਕ ਹੈ। ਇਹ ਬਲੱਡ ਇੰਨਾ ਪਾਇਆ ਜਾਂਦਾ ਹੈਗਾ, ਠੀਕ ਹੈ। ਪੇਸ ਮੇਕਰ ਕਿਹਦੇ ਨਾਲ ਰਿਲੇਟਡ ਹੈ, ਹਰਟ ਨਾਲ ਰਿਲੇਟਡ ਹੈ, ਤੇ ਐਸੇ ਨੋਡ ਇਹਦੇ ਨਾਲ ਰਿਲੇਟਡ ਹੈ। ਇਹ ਤੁਸੀਂ ਬਸ ਯਾਦ ਰੱਖਣਾ। ਨੈਕਸਟ ਕੀ ਹੈ, ਦ ਸਮੋਲੈਸਟ ਸੈਲਸ ਇਨ ਦਾ ਹਿਊਮਨ ਬੋਡੀ, ਸਭ ਤੋਂ ਛੋਟਾ ਸੈੱਲ ਕਿਹੜਾ ਹੁੰਦਾ, ਬਲੱਡ ਸੈੱਲ, ਯਾਦ ਰੱਖਿਓ, ਸਭ ਤੋਂ ਛੋਟਾ ਕਿਹੜਾ ਹੁੰਦਾ ਹੈਗਾ, ਬਲੱਡ ਸੈੱਲ। ਨੈਕਸਟ ਕੀ ਹੈ, ਦ ਮੇਨ ਫੰਕਸ਼ਨ ਆਫ ਇੰਸੂਲਿਨ ਇਨ ਦਾ ਹਿਊਮਨ ਬੋਡੀ ਇਜ਼, ਠੀਕ ਹੈ। ਜਿਹੜੀ ਆਪਣੀ ਪੈਂਕਰੀਅਸ ਹੈ ਉਹ ਕੀ ਰਿਲੀਜ਼ ਕਰਦੀ ਹੈ, ਇੰਸੂਲਿਨ ਹਾਰਮੋਨ ਹੁੰਦਾ ਇਹ, ਠੀਕ ਹੈ। ਹਾਰਮੋਨ ਕੀ ਕਰਦਾ, ਇਹ ਆਪਾਂ ਨੂੰ ਕੰਟਰੋਲ ਕਰਦਾ, ਆਪਣੀ ਅੰਦਰ ਦੀਆਂ ਜਿਹੜੀਆਂ ਚੀਜ਼ਾਂ ਨੇਗੀਆਂ ਉਹਨਾਂ ਨੂੰ ਕੰਟਰੋਲ ਕਰਦਾ। ਮੈਂ ਤੁਹਾਨੂੰ ਦੱਸਿਆ ਸੀ ਜਿਹੜੇ ਗਲੈਂਡਸ ਹੁੰਦੀਆਂ ਨੇਗੀਆਂ ਉਹ ਹਾਰਮੋਨਸ ਕੀ ਕਰਦੀਆਂ ਨੇ, ਰਿਲੀਜ਼ ਕਰਦੀਆਂ ਨੇ, ਉਹ ਵੱਖ-ਵੱਖ ਕੰਮ ਕਰਦੀਆਂ ਨੇ ਆਪਣੇ ਸਰੀਰ ਦੇ ਅੰਦਰ, ਠੀਕ ਹੈ। ਤਾਂ ਜਿਹੜਾ ਇੰਸੂਲਿਨ ਦਾ ਕੰਮ ਕੀ ਹੁੰਦਾ, ਜਿਹੜਾ ਸ਼ੂਗਰ ਲੈਵਲ ਹੁੰਦਾ, ਆਪਾਂ ਕਹਿੰਦੇ ਨੇ ਡਾਇਬਟੀਜ਼ ਹੋ ਗਈ ਜਾਂ ਹੋਰ ਹੋ ਗਈ, ਠੀਕ ਹੈ, ਉਹ ਇੰਸੂਲਿਨ ਦੀ ਕਮੀ ਕਰਕੇ ਹੋ ਜਾਂਦੀ ਹੈ। ਕਿਉਂਕਿ ਸ਼ੂਗਰ ਨੂੰ ਕੰਟਰੋਲ ਨਹੀਂ ਕਰ ਪਾਉਂਦਾ, ਫਿਰ ਆਪਣੀ ਜਿਹੜੀ ਬੋਡੀ ਹੈ ਉਹ ਕੰਟਰੋਲ ਨਹੀਂ ਕਰ ਪਾਉਂਦਾ ਤੇ ਡਾਇਬਟੀਜ਼ ਦੀ ਬਿਮਾਰੀ ਹੋ ਜਾਂਦੀ ਹੈ, ਸ਼ੂਗਰ ਹੋ ਜਾਂਦੀ ਹੈ, ਠੀਕ ਹੈ। ਤਾਂ ਸ਼ੂਗਰ ਵਿੱਚ ਕੰਟਰੋਲ ਕਰਨ ਵਾਸਤੇ ਕਿਹੜਾ ਹਾਰਮੋਨ ਜ਼ਰੂਰੀ ਹੈ, ਇੰਸੂਲਿਨ ਹਾਰਮੋਨ, ਤੁਸੀਂ ਇਹ ਯਾਦ ਰੱਖਣਾ।
ਨੈਕਸਟ ਹੈ ਫੂਡ ਇਜ਼ ਮੇਨਲੀ ਡਾਈਜੈਸਟਡ ਇਨ, ਫੂਡ ਕਿੱਥੇ ਡਾਈਜੈਸਟ ਹੁੰਦਾ ਜਾ ਕੇ, ਆਪਾਂ ਨੂੰ ਪਤਾ ਆਪਾਂ ਖਾਂਦੇ ਹਾਂ ਹੈ ਨਾ, ਠੀਕ ਹੈ, ਜਦੋਂ ਖਾਂਦੇ ਆਂਗੇ ਆਪਣੇ ਜਿਹੜੀ ਨਲੀ ਹੁੰਦੀ ਹੈ, ਠੀਕ ਹੈ, ਨਾਲੀ ਕਹਿੰਦੇ ਨੇ, ਠੀਕ ਹੈ, ਇਹਦੇ ਵਿੱਚੋਂ ਫੂਡ ਜਾ ਕੇ ਕਿੱਥੇ ਜਾ ਕੇ ਡਾਈਜੈਸਟ ਕਿੱਥੇ ਜਾ ਕੇ ਹੁੰਦਾ ਹੈਗਾ, ਮੇਨਲੀ ਸਮੋਲ ਇੰਟੈਸਟਾਈਨ 'ਚ, ਜਿਹੜੀ ਸਮੋਲ ਇੰਟੈਸਟਾਈਨ ਹੈਗਾ ਉੱਥੇ ਜਾ ਕੇ ਕੀ ਹੁੰਦਾ ਹੈਗਾ, ਇਹ ਡਾਈਜੈਸਟ ਹੁੰਦਾ, ਇਹ ਤੁਸੀਂ ਯਾਦ ਰੱਖੋ। ਇੱਕ ਕੁਐਸਚਨ ਬਹੁਤ ਜ਼ਿਆਦਾ ਵਾਰ ਪੁੱਛਿਆ ਗਿਆ ਹੈਗਾ, ਇਹਨੂੰ ਸਟਾਰ ਮਾਰਕ ਕਰ ਲਿਓ ਕਿ ਲੌਂਗੈਸਟ ਬੋਨ ਕਿਹੜੀ ਹੈ ਹਿਊਮਨ ਬੋਡੀ ਦੀ, ਕਿਹੜੀ ਹੈ, ਫੈਮੂਰ, ਠੀਕ ਹੈ, ਫੈਮੂਰ ਕਿੱਥੇ ਹੈ, ਇਹ ਥਾਈ 'ਚ, ਆਪਣੇ ਜਿਹੜੇ ਪੱਟ ਹੁੰਦੇ ਨੇਗੇ ਉੱਥੇ ਕੀ ਹੁੰਦੀ ਹੈਗੀ, ਥਾਈ ਦੇ ਵਿੱਚ ਫੈਮੂਰ ਬੋਨ ਹੁੰਦੀ ਹੈ, ਠੀਕ ਹੈ। ਇਹੀ ਸਭ ਤੋਂ ਛੋਟੀ ਪੁੱਛ ਲੈ, ਲਿਖ ਲਓ ਕਾਪੀ ਦੇ ਵਿੱਚ, ਸਟੈਪੇ ਨਾਂ ਦੀ ਜਿਹੜੀ ਬੋਨ ਹੁੰਦੀ ਹੈ ਇਹ ਆਪਣੇ ਈਅਰ ਦੇ ਵਿੱਚ, ਕੰਨ ਦੇ ਵਿੱਚ ਪਾਈ ਜਾਂਦੀ ਹੈ, ਠੀਕ ਹੈ, ਇਹ ਜਿਹੜੀ ਈਅਰ ਦੇ ਵਿੱਚ ਪਾਈ ਜਾਂਦੀ ਹੈ ਇਹ ਸਭ ਤੋਂ ਛੋਟੀ ਹੈ, ਜਿਹੜੀ ਥਾਈ ਦੇ ਵਿੱਚ ਪਾਈ ਜਾਂਦੀ ਹੈ ਫੈਮੂਰ, ਇਹ ਸਭ ਤੋਂ ਵੱਡੀ ਹੈ, ਇਹਨੂੰ ਤੁਸੀਂ ਯਾਦ ਰੱਖਣਾ, ਠੀਕ ਹੈ। ਮਸਲ ਵਿਚ ਇਜ਼ ਦਾ ਸਟਰੋਂਗੈਸਟ ਆਫ ਆਲ ਇਨ ਦਾ ਹਿਊਮਨ ਬੋਡੀ, ਸਭ ਤੋਂ ਸਟਰੋਂਗੈਸਟ ਮਸਲ ਕਿੱਥੇ ਦਾ, ਥਾਈ, ਇਹ ਵੀ ਤੁਸੀਂ ਯਾਦ ਰੱਖਣਾ। ਨੈਕਸਟ ਕੀ ਆ ਗਿਆ, ਵਿਚ ਪਾਰਟ ਆਫ ਦਾ ਸਨ ਇਜ਼ ਈਜ਼ੀਲੀ ਵਿਜ਼ੀਬਲ ਓਨਲੀ ਡਿਊਰਿੰਗ ਦਾ ਟੋਟਲ ਸੋਲਰ ਇਕਲਿਪਸ, ਠੀਕ ਹੈ। ਹੁਣ ਸੋਲਰ ਇਕਲਿਪਸ ਕੀ ਹੁੰਦਾ ਹੈਗਾ, ਗ੍ਰਹਿਣ ਲੱਗਣਾ, ਕੀ ਕਹਿੰਦੇ ਨੇਗੇ, ਸੂਰਜ ਗ੍ਰਹਿਣ, ਠੀਕ ਹੈ। ਕੀ ਹੁੰਦਾ ਹੈ, ਜਦੋਂ ਧਰਤੀ ਆਪਾਂ ਨੂੰ ਪਤਾ ਹੈ ਇਹਦੇ ਦੁਆਲੇ ਚੰਨ ਵੀ ਘੁੰਮ ਰਿਹਾ, ਠੀਕ ਹੈ, ਆਪਣੀ ਧਰਤੀ ਦੇ ਦੁਆਲੇ ਕੀ ਕਰ ਰਿਹਾ, ਚੰਨ ਘੁੰਮ ਰਿਹਾਗਾ ਅਤੇ ਸੂਰਜ ਖੜਾ ਹੈਗਾ ਅਤੇ ਉਹਦੇ ਆਲੇ ਦੁਆਲੇ ਕੀ ਕਰ ਰਹੀ ਹੈਗੀ, ਆਪਣੀ ਧਰਤੀ ਗੇੜੇ ਕੱਢ ਰਹੀ ਹੈ। ਇੱਕ ਇਹੋ ਜਿਹਾ ਟਾਈਮ ਆਉਂਦਾ ਹੈ ਕਿ ਮੂਨ ਕੀ ਆ ਜਾਂਦਾ, ਵਿਚਕਾਰ ਆ ਜਾਂਦਾ, ਮੂਨ ਵਿਚਕਾਰ ਆਉਣ ਕਰਕੇ ਜਿਹੜੀ ਇਹਦੀ ਪਰਛਾਈ ਹੈ ਉਹ ਪੈਂਦੀ ਹੈ ਅਤੇ ਸੂਰਜ ਦੀ ਰੋਸ਼ਨੀ ਧਰਤੀ 'ਤੇ ਡਾਇਰੈਕਟ ਨਹੀਂ ਪੈਂਦੀ, ਠੀਕ ਹੈ। ਇਹਨੂੰ ਕਹਿੰਦੇ ਨੇਗੇ ਸੋਲਰ ਇਕਲਿਪਸ ਲੱਗਣਾ, ਸੂਰਜ ਦਾ ਗ੍ਰਹਿਣ ਲੱਗਣਾ, ਠੀਕ ਹੈ। ਤਾਂ ਉਦੋਂ ਕੀ ਵਿਜ਼ੀਬਲ ਹੁੰਦਾ ਹੈ, ਜਿਹੜਾ ਆਹ ਉੱਪਰਲਾ ਪਾਰਟ ਹੈ ਕਰੋਨਾ, ਠੀਕ ਹੈ, ਕਰੋਨਾ ਹੈ ਜਿਹੜਾ, ਇਹਨੂੰ ਕਰੋਨਾ ਕਹਿੰਦੇ ਨੇਗੇ, ਕੋਰੋਨਾ, ਠੀਕ ਹੈ। ਇਹ ਕੀ ਹੈਗਾ, ਵਿਜ਼ੀਬਲ ਹੁੰਦਾ ਹੈ ਐਟ ਏ ਟਾਈਮ ਆਫ ਸੋਲਰ ਇਕਲਿਪਸ, ਸੂਰਜ ਦੇ ਗ੍ਰਹਿਣ ਦੇ ਸਮੇਂ, ਠੀਕ ਹੈ, ਇਹ ਤੁਸੀਂ ਯਾਦ ਰੱਖਣਾ। ਕਹਿੰਦੇ ਨੈਕਸਟ ਕੁਐਸਚਨ ਹੈ, ਵਿਚ ਔਰਗਨ ਇਜ਼ ਯੂਜ਼ਡ ਇਨ ਪਿਊਰੀਫਿਕੇਸ਼ਨ ਆਫ ਬਲੱਡ ਆਫ ਹਿਊਮਨ, ਠੀਕ ਹੈ। ਹਿਊਮਨ ਦਾ ਜਿਹੜਾ ਬਲੱਡ ਹੈ ਉਹਨੂੰ ਪਿਊਰੀਫਾਈ ਕਰਨ ਵਾਸਤੇ ਕਿਹਦਾ ਯੂਜ਼ ਹੁੰਦਾ ਹੈਗਾ, ਕਿਹੜੇ ਔਰਗਨ ਦਾ ਯੂਜ਼ ਹੁੰਦਾ, ਕਿਡਨੀ ਦਾ। ਜਿਹੜੀ ਕਿਡਨੀ ਹੁੰਦੀ ਹੈ ਇਹ ਪਿਊਰੀਫਿਕੇਸ਼ਨ ਕਰਦੀ ਹੈਗੀ, ਠੀਕ ਹੈ, ਕਿਹਦਾ, ਬਲੱਡ ਦਾ ਪਿਊਰੀਫਿਕੇਸ਼ਨ ਕਰਦੀ ਹੈ, ਠੀਕ ਹੈ। ਅਤੇ ਇਹਦੀ ਯੂਨਿਟ ਕੀ ਨੇ, ਕਿਤੋਂ ਮਿਲ ਕੇ ਬਣੀ ਹੁੰਦੀ ਹੈ, ਨੈਫਰੋਨ। ਨੈਫਰੋਨ ਕੀ ਹੈ, ਸਿੱਧਾ ਕੁਐਸਚਨ ਪੁੱਛਿਆ ਜਾਂਦਾ ਕਿ ਨੈਫਰੋਨ ਯੂਨਿਟ ਕਿਹਦੀ ਹੈ, ਕਿਡਨੀ ਦੀ, ਠੀਕ ਹੈ। ਨੈਫਰੋਨ ਤੋਂ ਮਿਲ ਕੇ ਕੀ ਬਣਦੇ ਨੇ, ਕਿਡਨੀ ਬਣਦੀ ਹੈ। ਹੁਣ ਕਈ ਵਾਰ ਕਿਡਨੀ ਖਰਾਬ ਹੋ ਜਾਂਦੀ ਹੈ, ਕਿਡਨੀ ਖਰਾਬ ਹੋਣ ਕਰਕੇ ਜਿਹੜਾ ਬਲੱਡ ਹੈ ਉਹ ਪਿਊਰੀਫਾਈ ਨਹੀਂ ਹੋ ਪਾਉਂਦਾ, ਹੈ ਨਾ, ਗੰਦਾ ਬਲੱਡ ਆਪਣੇ ਖੂਨ ਅੰਦਰ ਰਹਿੰਦਾ ਹੈਗਾ, ਠੀਕ ਹੈ। ਤਾਂ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ, ਡਾਇਲਿਸਿਸ, ਠੀਕ ਹੈ। ਜਿਹੜਾ ਡਾਇਲਿਸਿਸ ਟਰਮ ਹੈ ਉਹ ਇਹਦੇ ਨਾਲ ਹੀ ਰਿਲੇਟਡ ਹੈ, ਕਿਹਦੇ ਨਾਲ, ਕਿ ਬਲੱਡ ਪਿਊਰੀਫਿਕੇਸ਼ਨ ਕਰਨ ਵਾਸਤੇ ਆਰਟੀਫਿਸ਼ੀਅਲ ਕਿਡਨੀ ਲਗਾਈ ਜਾਂਦੀ ਹੈ ਅੰਦਰ, ਠੀਕ ਹੈ, ਆਰਟੀਫਿਸ਼ੀਅਲ ਮਸ਼ੀਨ ਲਗਾਈ ਜਾਂਦੀ ਹੈ ਜਿਹੜੀ ਕਿ ਪਿਊਰੀਫਾਈ ਕਰਦੀ ਹੈ ਬਲੱਡ ਨੂੰ, ਠੀਕ ਹੈ। ਨੈਕਸਟ ਕੁਐਸਚਨ ਕੀ ਹੈ, DNA ਇਜ਼ ਫਾਊਂਡ ਇਨ, DNA ਕਿੱਥੇ ਫਾਊਂਡ ਕੀਤਾ ਜਾਂਦਾ ਹੈਗਾ, ਕਹਿੰਦੇ ਨਿਊਕਲੀਅਸ ਆਫ ਦਾ ਸੈੱਲ, ਠੀਕ ਹੈ। ਜਿਹੜਾ ਨਿਊਕਲੀਅਸ ਹੈ ਸੈੱਲ ਦਾ, ਉੱਥੇ ਕੀ ਮਿਲਦਾ ਹੈ, DNA, ਜਿਹਦਾ ਨਾਮ ਹੈ ਡੀਆਕਸੀਰਾਈਬੋਜ਼ ਨਿਊਕਲਿਕ ਐਸਿਡ, ਲਿਖ ਲਓ, ਡੀਆਕਸੀਰਾਈਬੋਜ਼ ਨਿਊਕਲਿਕ ਐਸਿਡ, ਠੀਕ ਹੈ। ਫੁੱਲ ਫਾਰਮ ਸਿੱਧੀ ਪੁੱਛ ਲੈਣੀ ਜਾਂਦੀ ਹੈ ਕਿ DNA ਦੀ ਕੀ ਹੈਗੀ, ਫੁੱਲ ਫਾਰਮ ਕੀ ਹੈ, ਡੀਆਕਸੀਰਾਈਬੋਜ਼ ਨਿਊਕਲਿਕ ਐਸਿਡ ਹੈ ਜਿਹੜੀ ਇਹਦੀ ਫੁੱਲ ਫਾਰਮ ਹੈ, ਇਹ ਤੁਸੀਂ ਯਾਦ ਰੱਖਿਓ। ਕਿੱਥੇ ਪਾਇਆ ਜਾਂਦਾ, ਨਿਊਕਲੀਅਸ 'ਚ ਪਾਇਆ ਜਾਂਦਾ, ਕਿਹਦੇ, ਸੈੱਲ ਦੇ, ਠੀਕ ਹੈ। ਇਨ ਸਮਾਲ ਅਮਾਊਂਟ ਇਟ ਇਜ਼ ਆਲਸੋ ਫਾਈਂਡ ਇਨ ਮਾਈਟੋਕੌਂਡਰੀਆ ਅਤੇ ਕਲੋਰੋਪਲਾਸਟ। ਇਨ ਜਨਰਲ ਕਈ ਵਾਰ ਕੁਐਸਚਨ ਪੁੱਛ ਲੈਂਦੇ ਨੇ ਕਿ ਇਕੱਲੇ ਨਿਊਕਲੀਅਸ 'ਚ ਪਾਇਆ ਜਾਂਦਾ, ਨਹੀਂ, ਇਕੱਲੇ ਨਿਊਕਲੀਅਸ 'ਚ ਨਹੀਂ, ਥੋੜੀ ਅਮਾਊਂਟ ਦੇ ਵਿੱਚ। ਮਾਈਟੋਕੌਂਡਰੀਆ ਇੱਕ ਟਰਮ ਹੈ, ਠੀਕ ਹੈ, ਸਬਸਟੈਂਸ ਹੈ, ਇੱਕ ਕਲੋਰੋਪਲਾਸਟ, ਠੀਕ ਹੈ, ਇਹਦੇ ਵਿੱਚ ਵੀ ਪਾਇਆ ਜਾਂਦਾ, ਤੁਸੀਂ ਯਾਦ ਰੱਖਣਾ। ਨੈਕਸਟ ਕੀ ਆ ਗਿਆ, ਵਿਟਾਮਿਨ ਵਾਜ਼ ਇਨਵੈਂਟਡ ਬਾਈ, ਵਿਟਾਮਿਨਸ ਨੂੰ ਕਿਹਨੇ ਕੀਤਾ, ਇਨਵੈਂਟ ਕਿਹਨੇ ਕੀਤਾ, ਠੀਕ ਹੈ, ਕਿਹਨੇ, F.G. ਹੋਪਕਿੰਸ ਨੇ, ਸਰ F.G. ਹੋਪਕਿੰਸ ਸੀਗੇ ਜਿਹੜੇ, ਉਹਨਾਂ ਨੇ ਵਿਟਾਮਿਨਸ ਨੂੰ ਕੀ ਕੀਤਾ, ਇਨਵੈਂਟ ਕੀਤਾ। ਬਟ ਜਿਹੜੀ ਵਿਟਾਮਿਨ ਟਰਮ ਸੀਗੀ, ਜਿਹੜੀ ਇਹ ਵਿਟਾਮਿਨ ਵਰਡ ਹੈਗਾ, ਕਿਹਨੇ ਦਿੱਤਾ, ਫੰਕ ਨੇ, ਠੀਕ ਹੈ। ਫੰਕ ਨੇ ਕੀ ਕੀਤਾ ਹੈਗਾ, ਟਰਮ ਦਿੱਤੀ। ਬਟ ਜਿਹੜੇ ਇਨਵੈਂਟ ਕੀਤੇ ਸੀ ਵਿਟਾਮਿਨਸ ਕਿਹਨੇ ਕੀਤੇ, ਸਰ F.G. ਹੋਪਕਿੰਸ ਨੇ, ਤੁਸੀਂ ਯਾਦ ਰੱਖਿਓ, ਠੀਕ ਹੈ। ਅੱਗੇ ਕੀ ਆ ਗਿਆ, ਕੋਬਾਲਟ ਇਜ਼ ਫਾਊਂਡ ਇਨ ਵਿਚ ਵਿਟਾਮਿਨ, ਜਿਹੜਾ ਕੋਬਾਲਟ ਹੈ ਉਹ ਕਿਹੜੇ ਵਿਟਾਮਿਨ ਦੇ ਵਿੱਚ ਪਾਇਆ ਜਾਂਦਾ ਹੈਗਾ, B12 ਦੇ ਵਿੱਚ। ਸਿੱਧਾ ਕੁਐਸਚਨ ਪੁੱਛਿਆ ਜਾਂਦਾ, ਤਾਂ ਹੀ ਮੈਂ ਇੱਥੇ ਲਿਖਤਾ। ਇਹ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਕਿ ਕੋਬਾਲਟ ਹੈ, ਜਿਹੜਾ ਕੋਬਾਲਟ ਹੈ ਉਹ ਕਿਹੜੇ ਵਿਟਾਮਿਨ 'ਚ ਹੁੰਦਾ ਹੈ, B12 ਦੇ ਵਿੱਚ, ਠੀਕ ਹੈ। ਇਹੀ ਨੈਕਸਟ ਕੁਐਸਚਨ ਹੈ, ਕਹਿੰਦੇ ਸਿੰਥੇਸਿਸ ਆਫ ਵਿਚ ਵਿਟਾਮਿਨਸ ਟੇਕ ਪਲੇਸ ਇਨ ਆਰ ਬੋਡੀ, ਆਪਣੀ ਬੋਡੀ ਦੇ ਅੰਦਰ ਕਿਹੜੇ ਵਿਟਾਮਿਨ ਸਿੰਥੇਸਿਸ ਹੁੰਦੇ ਨੇ, D ਤੇ K, ਠੀਕ ਹੈ। ਕਿਹੜੀ ਜਿਹੜੇ ਵਿਟਾਮਿਨ ਨੇ, K ਤੇ D ਵਿਟਾਮਿਨ ਨੇ ਜਿਹੜੇ, ਉਹ ਕੀ ਹੁੰਦੇ ਨੇਗੇ, ਆਪਣੀ ਬੋਡੀ ਦੇ ਅੰਦਰ ਕੀ ਹੁੰਦੇ ਨੇ, ਬਣਦੇ ਨੇਗੇ। ਬਾਕੀ ਸਾਰੇ ਆਪਾਂ ਬਾਹਰੋਂ ਲੈਂਦੇ ਹਾਂ, ਜਿਵੇਂ A ਵਿਟਾਮਿਨ ਆਪਾਂ ਬਾਹਰੋਂ ਲੈਂਦੇ ਹਾਂ, ਹੈ ਨਾ। C ਸਿਟਰਸ ਫਰੂਟਸ ਤੋਂ, ਸੰਤਰਾ ਹੋ ਗਿਆ, ਮਸੰਮੀ ਹੋ ਗਿਆ, ਇਹਨਾਂ ਸਾਰਿਆਂ ਤੋਂ ਆਪਾਂ, ਆਮਲਾ ਹੋ ਗਿਆ, C ਦਾ ਬਹੁਤ ਵਧੀਆ ਸੋਰਸ ਹੈ ਨਾ, C ਦਾ ਸੋਰਸ ਹੋ ਗਿਆ, ਇਹ ਸਾਰੇ ਆਪਾਂ ਬਾਹਰੋਂ ਲੈਂਦੇ ਹਾਂ। ਬਟ D ਤੇ ਕੀ ਕਰਦੇ ਨੇਗੇ, ਆਪਣੇ ਅੰਦਰ ਬਣਦੇ ਨੇ। ਜਿਵੇਂ ਆਪਾਂ ਕਹਿੰਦੇ ਨੇ D ਹੈ, ਜਿਵੇਂ D ਹੈ ਜਿਹਦੇ ਕਰਕੇ ਕਿਹੜੀ ਬਿਮਾਰੀ ਹੁੰਦੀ ਹੈ, D ਕਰਕੇ, ਰਿਕਟਸ ਦੀ ਬਿਮਾਰੀ ਹੁੰਦੀ ਹੈ ਜਿਹੜੀ, ਉਹ D ਕਰਕੇ ਹੁੰਦੀ ਹੈ। ਜਿਹੜੀਆਂ ਲੱਤਾਂ ਹੁੰਦੀਆਂ ਨੇ, ਬੋਨਸ ਹੁੰਦੀਆਂ ਨੇ, ਬਹੁਤ ਕਮਜ਼ੋਰ ਹੋ ਜਾਂਦੇ ਨੇ ਰਿਕਟਸ ਦੇ ਵਿੱਚ,
ठीक है। ਹੁਣ ਆਪਾਂ ਕਹਿੰਦੇ ਵੀ ਧੁੱਪੇ ਬੈਠਣਾ ਚਾਹੀਦਾ ਹੈ ਨਾ, ਧੁੱਪੇ ਤੋਂ ਆਪਾਂ ਨੂੰ ਵਿਟਾਮਿਨ ਡੀ ਮਿਲਦਾ। ਇਹ ਸਾਰੀਆਂ ਚੀਜ਼ਾਂ ਬਾਹਰ ਆਪਣੇ ਅੰਦਰ ਹੀ ਸਿੰਥੇਸਿਸ ਹੁੰਦੀਆਂ ਨੇ। ਧੁੱਪੇ ਬੈਠਾਂਗੇ ਅੰਦਰ ਹੀ ਡੀ ਕੀ ਹੋ ਜਾਏਗਾ, ਸਿੰਥੇਸਾਈਜ਼ ਹੋ ਜਾਏਗਾ। ਐਵੇਂ ਕੇ ਹੈ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਇਹ ਸਾਰੇ ਮੈਂ ਤੁਹਾਨੂੰ ਦੱਸਦੇ ਵੀ ਇਹਨਾਂ ਦੇ ਕੈਮੀਕਲਸ ਨੇਮ ਕੀ ਨੇਗੇ, ਠੀਕ ਹੈ। ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਹੜੇ ਫੈਟ ਸੋਲੂਬਲਸ ਨੇ ਤੇ ਕਿਹੜੇ ਕੀ ਵਾਟਰ ਸੋਲੂਬਲ ਨੇ, ਠੀਕ ਹੈ। ਇੱਕ ਟ੍ਰਿਕ ਹੈ ਕੀੜਾ, 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 ਠੀਕ ਹੈ। ਜਿਹੜੇ ਤਾਂ ਕੇ ਹੋ ਗਿਆ, ਈ ਹੋ ਗਿਆ, ਡੀ ਹੋ ਗਿਆ, ਏ ਹੋ ਗਿਆ, ਜਿਹੜੇ ਤਾਂ ਕੀੜਾ ਨੇਗੇ ਇਹ ਕੀ ਨੇ, ਫੈਟ ਸੋਲੂਬਲ, ਠੀਕ ਹੈ। ਇਹ ਹੁਣ ਕੀੜੇ ਆਪਾਂ ਨੂੰ ਪਤਾ ਹੈ ਨਾ, ਘਿਓ ਦੇ ਨੇੜੇ ਤੇੜੇ ਹੈ ਨਾ ਵਾਲਾ ਘੁੰਮਦੇ ਨੇ, ਤਾਂ ਉਹ ਜਿਹੜੇ ਕੀੜਾ ਤੁਸੀਂ ਟਰਮ ਯਾਦ ਰੱਖਿਓ, ਜਿਹੜੇ ਕੇ ਈ ਡੀ ਏ ਨੇਗੇ ਇਹ ਤਾਂ ਫੈਟ ਸੋਲੂਬਲ ਹੁੰਦੇ ਨੇ। ਬਾਕੀ ਜਿਹੜੇ ਬਚ ਗਏ, ਕਿਹੜੇ ਬਚ ਗਏ, ਬੀ ਤੇ ਸੀ, ਇਹ ਕੀ ਹੁੰਦੇ ਨੇਗੇ, ਕੀ ਹੁੰਦੇ ਨੇਗੇ, ਇਹ ਹੁੰਦੇ ਨੇ ਵਾਟਰ ਸੋਲੂਬਲ, ਤੁਸੀਂ ਯਾਦ ਰੱਖਿਓ। ਬਾਕੀ ਇਹ ਤੁਹਾਨੂੰ ਮੈंने ਕੈਮੀਕਲਸ ਨੇਮ ਦਿੱਤੇ। ਦੇਖੋ ਹੁਣ ਇਹ ਥੋੜ੍ਹੇ ਹੈ ਤਾਂ ਹਾਈ ਲੈਵਲ ਦਾ, ਬਟ ਕੁਛ ਪਤਾ ਨਹੀਂ ਲੱਗਦਾ ਕਿ ਕੁਐਸਚਨ ਪੁੱਛਿਆ ਜਾ ਸਕਦਾ ਹੈਗਾ। ਬਾਕੀ ਤੁਸੀਂ ਯਾਦ ਰੱਖਿਓ, ਮੇਨ ਤੁਹਾਨੂੰ ਦੱਸ ਦਿੰਦਾ ਮੈਂ ਕਿਹੜੇ ਪੁੱਛੇ ਜਾ ਸਕਦੇ ਨੇ। ਇੱਕ ਤਾਂ ਪੁੱਛਿਆ ਜਾ ਸਕਦਾ ਵਿਟਾਮਿਨ ਏ ਰੈਟੀਨੋਲ, ਠੀਕ ਹੈ। ਬੀ ਥਾਇਮਾਈਨ, ਠੀਕ ਹੈ, ਬੀ ਪੁੱਛਿਆ ਜਾ ਸਕਦਾ। ਇੱਕ ਤੁਹਾਡੇ ਤੋਂ ਪੁੱਛਿਆ ਜਾਂਦਾ 7 ਬਾਇਓਟੀਨ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ। ਨਾਲ ਤੁਸੀਂ ਇਹ ਤਾਂ ਤੁਸੀਂ ਯਾਦ ਰੱਖੋਗੇ ਸੀ ਹੈ ਨਾ, ਜਿਹਦੇ ਕਰਕੇ ਸਕਰਵੀ ਰੋਗ ਹੁੰਦਾ। ਸੀ ਕਰਕੇ ਕੀ ਹੁੰਦਾ, ਸਕਰਵੀ ਰੋਗ ਹੁੰਦਾ ਹੈਗਾ, ਦੰਦਾਂ ਦਾ ਮਸੂੜਿਆਂ ਦਾ ਰੋਗ ਹੈਗਾ ਸੀ ਕਰਕੇ, ਠੀਕ ਹੈ। ਇਹਦਾ ਕੈਮੀਕਲ ਨੇਮ ਕੀ ਹੈ, ਠੀਕ ਹੈ, ਕੀ ਹੈ, ਐਸਕੋਰਬਿਕ ਐਸਿਡ, ਠੀਕ ਹੈ। ਡੀ ਦਾ ਕੀ ਹੈ, ਕੈਲਸੀਫਰੋਲ, ਠੀਕ ਹੈ। ਈ ਦਾ ਕੀ ਹੈ, ਟੋਕੋਫਿਰੋਲ, ਠੀਕ ਹੈ। ਕੇ ਦਾ ਇੰਪੋਰਟੈਂਟ ਨਹੀਂ, ਤੁਸੀਂ ਯਾਦ ਰੱਖਣੇ ਨੇ ਸਿਰਫ ਏ ਦਾ ਰੈਟੀਨੋਲ, B1 ਦਾ ਥਾਈਮਾਈਨ, B7 ਦਾ ਬਾਇਓਟੀਨ, ਸੀ ਦਾ ਐਸਕੋਰਬਿਕ ਐਸਿਡ, ਡੀ ਦਾ ਕੈਲਸੀਫਰੋਲ, ਈ ਦਾ ਟੋਕੋਫਿਰੋਲ। ਇਹ ਤੁਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹਨਾਂ ਨੂੰ ਤੁਸੀਂ ਯਾਦ ਰੱਖਣਾ। ਬਾਕੀ ਤੁਸੀਂ ਸਕਰੀਨਸ਼ਾਟ ਲੈ ਲਓ, ਇਹਨਾਂ ਨੂੰ ਇੱਕ ਵਾਰ ਫੇਰ ਰੀਡ ਕਰ ਲਿਓ। ਇਹ ਆ ਗਈਆਂ ਤੁਹਾਡੀਆਂ ਬਿਮਾਰੀਆਂ, ਠੀਕ ਹੈ। ਮੈਂ ਤੁਹਾਨੂੰ ਦੱਸਿਆ ਦਿੱਤਾ ਹੈ ਨਾ, ਆਪਾਂ ਬਚਪਨ ਦੀ ਪੜ੍ਹਦੇ ਆਏਗੇ ਤਾਂ ਕਿ ਇਹ ਕਰਕੇ ਅਧਰਾਗਤਾ ਹੋ ਜਾਂਦਾ, ਇਹ ਅਧਰਾਗਤਾ, ਠੀਕ ਹੈ। ਲੋਸ ਆਫ ਵਿਜ਼ਨ ਕਹਿੰਦੇ ਨੇ, ਠੀਕ ਹੈ। ਬੇਰੀ ਬੇਰੀ ਰੋਕ B1 ਨਾਲ, ਠੀਕ ਹੈ। ਸਕਰਬੀ ਨਾਲ ਸੀ ਨਾਲ ਸਕਰਬੀ, ਠੀਕ ਹੈ। ਡੀ ਨਾਲ ਰਿਕਟਸ ਮੈਂ ਤੁਹਾਨੂੰ ਦੱਸਿਆ ਦਿੱਤਾ, ਬੋਨਸ ਕੀ ਹੁੰਦੀਆਂ ਨੇ, ਵੀਕ ਹੋ ਜਾਂਦੀਆਂ ਨੇਗੀਆਂ। ਕੈਲਸ਼ੀਅਮ ਦੀ ਕਮੀ ਕਰਕੇ ਬੋਨ ਤੇ ਟੂਥ ਡਿਕੇ, ਆਪਾਂ ਨੂੰ ਪਤਾ ਕੈਲਸ਼ੀਅਮ ਕਾਰਬੋਨੇਟ ਆ ਜਿਹੜਾ, ਉਹਦੇ ਨਾਲ ਹੀ ਆਪਣੀਆਂ ਬੋਨ ਪੁੱਛੀਆਂ ਬਣਦੀਆਂ ਨੇਗੀਆਂ। ਪਟਵਾਰੀ ਦੇ ਮੇਨ 'ਚ ਪੁੱਛਿਆ ਗਿਆ ਸੀਗਾ ਕਿ ਆਪਣੀਆਂ ਜਿਹੜੇ ਬੋਨਸ ਹੁੰਦੇ ਨੇ, ਦੰਦ ਹੁੰਦੇ ਨੇ, ਕਿਹਦੇ ਨਾਲ ਬਣੇ ਹੁੰਦੇ ਨੇਗੇ, ਕੈਲਸ਼ੀਅਮ ਕਾਰਬੋਨੇਟ, ਠੀਕ ਹੈ। ਤੁਸੀਂ ਯਾਦ ਰੱਖਣਾ। ਨੈਕਸਟ ਕੀ ਹੈ, ਆਇਓਡੀਨ ਨਾਲ ਕੀ ਹੁੰਦਾ ਹੈਗਾ, ਕਮੀ ਨਾਲ ਗੋਇਟਰ। ਮੈਂ ਤੁਹਾਨੂੰ ਦੱਸਿਆ ਸੀਗਾ ਜਦੋਂ ਥਾਇਰੋਇਡ ਗਲੈਂਡ ਬਾਰੇ ਆਪਾਂ ਪੜ੍ਹਿਆ ਸੀਗਾ, ਉਹਦੇ ਵਿੱਚ ਦੱਸਿਆ ਸੀਗਾ ਆਇਓਡੀਨ ਦੀ ਕਮੀ ਕਰਕੇ ਕੀ ਹੁੰਦਾ, ਗੋਇਟਰ ਦਾ ਰੋਗ ਹੁੰਦਾ ਹੈਗਾ। ਆਪਣੇ ਗਲੇ ਦੇ ਵਿੱਚ ਇੱਕ ਵੱਡਾ ਸਾਰਾ ਇੱਕ ਮਤਲਬ ਕਿ ਫੋੜੇ ਟਾਈਪ ਜਾਂ ਨਿਕਲ ਜਾਂਦਾ ਵੱਡਾ ਸਾਰਾ, ਠੀਕ ਹੈ। ਆਇਰਨ ਦੀ ਕਮੀ ਕਰਕੇ ਕੀ ਹੁੰਦਾ, ਅਨੀਮੀਆ। ਅਨੀਮੀਆ ਤੁਹਾਨੂੰ ਦੱਸਿਆ ਸੀਗਾ ਜਿਹੜੇ RBC ਸੈਲਸ ਨੇ, ਮੈਂ ਤੁਹਾਨੂੰ ਉਦੋਂ ਵੀ ਕਰਾਇਆ ਸੀਗਾ, RBC ਸੈਲਸ ਦੀ ਕਮੀ ਕਰਕੇ ਕਿਹੜਾ ਰੋਗ ਹੁੰਦਾ, ਅਨੀਮੀਆ ਹੁੰਦਾ, ਵੀਕਨੈਸ ਆ ਜਾਂਦੀ ਆਪਣੇ ਬੋਡੀ ਦੇ ਵਿੱਚ, ਠੀਕ ਹੈ। ਸੈੱਲ ਘਟ ਗਏ, ਠੀਕ ਹੈ। ਇਹ ਆ ਗਏ ਪਲਾਂਟ ਹਾਰਮੋਨਸ, ਠੀਕ ਹੈ। ਪਲਾਂਟ ਹਾਰਮੋਨਸ ਦੇ ਵਿੱਚ ਤੁਸੀਂ ਸਿਰਫ ਯਾਦ ਰੱਖਣਾ ਹੈ ਕਿ ਕਿਹੜੇ ਤਾਂ ਪਲਾਂਟ ਦੀ ਗਰੋਥ ਨੂੰ ਵਧਾਉਂਦੇ ਨੇ ਤੇ ਪਲਾਂਟ ਦੀ ਗਰੋਥ ਨੂੰ ਕਿਹੜੇ ਘਟਾਉਂਦੇ ਨੇ, ਠੀਕ ਹੈ। ਜਿਹੜਾ ਐਬਸਿਸਿਕ ਐਸਿਡ ਹੈ, ਐਬਸਿਸਿਕ ਐਸਿਡ ਹੈ, ਇਹ ਇਨਹਿਬਿਟ ਕਰਦਾ, ਮੀਨਸ ਗਰੋਥ ਨੂੰ ਘਟਾਉਂਦਾ ਹੈਗਾ। ਤੇ ਪ੍ਰਮੋਟ ਸੀਡ ਡੋਰਮੈਂਸੀ, ਮੀਨਸ ਡੋਰਮੈਂਸੀ ਮੀਨਸ ਹੁੰਦਾ ਮੱਧਰਾ ਕਰਨਾ, ਮੀਨਸ ਉਹਨੂੰ ਮੱਧਰਾ ਕਰਕੇ ਰੱਖਦਾ ਹੈਗਾ। ਬਟ ਇਹੀ ਆਕਸੀਜਨ ਦੀ ਗੱਲ ਕਰੀਏ, ਇਹ ਸਟੈਮ ਨੂੰ ਇਲੋਂਗੇਟ ਕਰਦਾ ਹੈਗਾ, ਮੀਨਸ ਸਟੈਮ ਹੈ ਜਿਹੜਾ ਆਪਣਾ ਸ਼ੱਕ ਹੁੰਦੀ ਬਾਹਰਲੀ ਹੈ ਨਾ, ਜਿਹੜਾ ਤਣਾ ਹੁੰਦਾ ਉਹਨੂੰ ਵਧਾਉਂਦਾ ਹੈਗਾ। ਰੂਟ ਦੀ ਗਰੋਥ ਕਰਦਾ, ਫਰੂਟ ਡਿਵੈਲਪਮੈਂਟ ਕਰਦਾ। ਇਹ ਸਾਈਟੋਕਾਈਨਿਨਸ ਹੈ, ਇਹ ਵੀ ਕੀ ਕਰਦਾ ਹੈਗਾ, ਸਾਰੇ ਗਿਬਰਲਿਨਸ ਹੋ ਗਏ, ਸਾਰੇ ਕੀ ਕਰਦੇ ਨੇਗੇ, ਵਧਾਉਂਦੇ ਨੇ। ਇਹ ਬਡ ਜਰਮੀਨੇਸ਼ਨ ਕਰਦਾ, ਮੀਨਸ ਫੁੱਲ ਦਾ ਨਿਕਲਣਾ, ਸੀਡ ਦਾ ਫੁੱਟਣਾ, ਠੀਕ ਹੈ। ਇਹ ਹੁੰਦਾ ਗਿਬਰਲਿਨਸ, ਠੀਕ ਹੈ। ਬਟ ਜਿਹੜਾ ਇੰਪੋਰਟੈਂਟ ਹੈ ਉਹ ਹੈਗਾ ਆਕਸੀਨਸ ਤੇ ਸਾਈਟੋਕਾਈਨਿਨ ਤੇ ਆਹ ਤਿੰਨ ਤਾਂ ਇਹ ਹੋ ਗਏ ਜਿਹੜੇ ਕਿ ਗਰੋਥ ਨੂੰ ਵਧਾਉਂਦੇ ਨੇਗੇ। ਇੱਕ ਤੁਸੀਂ ਯਾਦ ਰੱਖਣਾ ਐਬਸਿਸਿਕ ਐਸਿਡ ਜਿਹੜਾ ਕਿ ਗਰੋਥ ਨੂੰ ਘਟਾਉਂਦਾ ਹੈ। ਨਾਲ ਹੀ ਮੈਂ ਤੁਹਾਨੂੰ ਕੈਮਿਸਟਰੀ ਦੇ ਵਿੱਚ ਜਿਹੜੀ ਪਹਿਲਾਂ ਵਾਲੀ ਮੈਰਾਥਨ ਕੀਤੀ ਸੀ ਆਪਾਂ ਨੇ, ਉਹਦੇ ਵਿੱਚ ਕਰਾਇਆ ਸੀਗਾ ਕਿ ਜਿਹੜਾ ਇਥਾਈਲਿਨ ਹੈ ਉਹ ਕੀ ਕਰਦਾ, ਫਰੂਟ ਰਾਈਪਨਿੰਗ 'ਚ ਫਰੂਟਸ ਨੂੰ ਜਲਦੀ ਪੱਕਣ ਦੇ ਵਿੱਚ ਕਿਹੜੀ ਹੈਲਪ ਕਰਦਾ, ਇਥਾਈਲਿਨ ਜਾਂ ਐਸੀਟਾਈਲਿਨ। ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਹੁਣ ਇਸ ਤੋਂ ਬਾਅਦ ਕੀ ਆ ਗਿਆ, ਮਲੇਰੀਆ, ਠੀਕ ਹੈ। ਬਿਮਾਰੀਆਂ ਤਾਂ ਤੁਸੀਂ ਐਂ ਲਗਾ ਲਓ ਵੀ ਹਰ ਇੱਕ ਪੇਪਰ ਦੇ ਵਿੱਚ ਤਾਂ ਵੀ ਪੁੱਛੀ ਜਾ ਰਹੀ, ਕੁਛ ਕਰੋਨਾ ਕਾਲ ਹੋ ਗਿਆ ਹੈ ਨਾ। ਇਹ ਕੁਐਸਚਨ ਬਹੁਤ ਜ਼ਿਆਦਾ ਵਾਰ ਪੁੱਛਿਆ ਜਾ ਚੁੱਕਿਆ ਕਿ ਮਲੇਰੀਆ ਜਿਹੜਾ ਕਿਹਦੇ ਕਰਕੇ ਹੁੰਦਾ, ਕਿਹਦੇ ਕਰਕੇ ਹੁੰਦਾ, ਪ੍ਰੋਟੋਜ਼ੋਆ ਕਰਕੇ, ਠੀਕ ਹੈ। ਜਿਵੇਂ ਕਰੋਨਾ ਹੈਗਾ, ਜਿਹੜਾ ਕਰੋਨਾ ਕਿਹਦੇ ਕਰਕੇ ਹੋਏਗਾ, ਵਾਇਰਸ ਕਰਕੇ, ਵਾਇਰਲ ਡਿਸੀਜ਼ ਹੈ ਇਹ, ਵਾਇਰਸ ਕਰਕੇ ਹੋਇਆ ਹੈ ਨਾ, ਆਪਾਂ ਕਹਿੰਦੇ ਸਾਰੇ ਹੈ ਨਾ, ਵਾਇਰਸ ਕਰਕੇ, ਵਾਇਰਸ ਹੈ ਇਹ। ਐਵੇਂ ਮਲੇਰੀਆ ਕੀ ਹੈ, ਪ੍ਰੋਟੋਜ਼ੋਆ ਕਰਕੇ ਹੋਇਆ। ਇੱਕ ਰੋਗ ਹੋਰ ਤੁਸੀਂ ਯਾਦ ਰੱਖਿਓ, ਬਾਰ-ਬਾਰ ਪੇਪਰ 'ਚ ਪੁੱਛਿਆ ਜਾਂਦਾ, ਕਿਹੜਾ ਹੈਗਾ, ਕਵਾਸ਼ੀਓਰ-ਕੋਰ। ਇਹ ਜਿਹੜਾ ਹੁੰਦਾ ਹੈਗਾ, ਇਹ ਹੁੰਦਾ ਪ੍ਰੋਟੀਨ ਦੀ ਕਮੀ ਕਰਕੇ, ਜਿਹੜੀ ਪ੍ਰੋਟੀਨ ਦੀ ਕਮੀ ਕਰਕੇ ਹੁੰਦਾ ਹੈ ਉਹ ਕਵਾਸ਼ੀਓਰ-ਕੋਰ ਹੈਗਾ। ਇੱਕ ਪੁੱਛਿਆ ਜਾਂਦਾ ਹੈ ਕਿ ਜਿਹੜੀ ਸੁਕਰੋਜ਼ ਹੈ ਉਹ ਕਿਹਦਾ ਕੰਬੀਨੇਸ਼ਨ ਹੈ, ਵਰਡ ਹੈ ਫਰਕਟੋਜ਼ ਤੇ ਗਲੂਕੋਜ਼। ਫਰਕਟੋਜ਼ ਤੇ ਗਲੂਕੋਜ਼ ਦਾ ਕੀ ਹੈਗਾ ਇੱਕ ਕੰਬੀਨੇਸ਼ਨ ਹੈ। ਗਲੂਕੋਜ਼ ਦਾ ਫਾਰਮੂਲਾ ਪੁੱਛ ਲੈਂਦੇ ਨੇ, ਕੀ ਹੈਗਾ, C6H12O6। ਇਹ ਕੀ ਹੈ ਤੁਹਾਡਾ, ਕਿਹਦਾ, ਗਲੂਕੋਜ਼ ਦਾ ਫਾਰਮੂਲਾ ਹੈਗਾ। ਗਲੂਕੋਜ਼ ਦੀ ਬੋਤਲ ਲਗਵਾ ਦਿੰਦੇ ਆਪਾਂ ਹੈ ਨਾ ਸਾਰੇ, ਠੀਕ ਹੈ। ਕਈ ਵਾਰ ਮਤਲਬ ਬੰਦਾ ਬਿਮਾਰ ਹੁੰਦਾ, ਗਲੂਕੋਜ਼ ਦੀ ਬੋਤਲ ਲਗਾ ਦਿੰਦੇ ਨੇ। ਅਤੇ ਜਿਹੜੀ ਆਪਣੀ ਸੁਕਰੋਜ਼ ਹੁੰਦੀ ਹੈ, ਖੰਡ ਹੁੰਦੀ ਹੈ, ਕਿਤੋਂ ਬਣਦੀ ਹੈ, ਫਰਕਟੋਜ਼ ਤੇ ਗਲੂਕੋਜ਼ ਤੋਂ। ਜਿਹੜੀ ਨੈਚੁਰਲੀ ਮਤਲਬ ਸਵੀਟੈਸਟ ਜਿਹੜੀ ਸ਼ੂਗਰ ਹੋ ਗਈ, ਮਤਲਬ ਸਭ ਤੋਂ ਮਿੱਠੀ ਕਿਹੜੀ ਹੁੰਦੀ ਹੈ, ਫਰਕਟੋਜ਼ ਹੁੰਦੀ ਹੈ। ਜਿਹੜੀ ਕਿ ਆਪਣੇ ਜਿਹੜੇ ਆਪਾਂ ਫਰੂਟਸ ਖਾਂਦੇ ਹਾਂ,
ਜਿਹੜੇ ਬਨਾਨਾ ਹੋ ਗਿਆ ਜਾਂ ਕੋਈ ਐਪਲ ਹੋ ਗਿਆ, ਉਹਦੇ ਵਿੱਚ ਜਿਹੜੀ ਮਿਠਾਸ ਹੁੰਦੀ ਆ ਉਹ ਕਿਹਦੇ ਕਰਕੇ ਹੁੰਦੀ ਆ, ਉਹ ਫਰਕਟੋਜ਼ ਕਰਕੇ ਹੁੰਦੀ ਹੈ। ਤੇ ਫਰਕਟੋਜ਼ ਤੇ ਗਲੂਕੋਜ਼ ਨੂੰ, ਜਿਹੜੀ ਆਰਟੀਫੀਸ਼ੀਅਲ ਗਲੂਕੋਜ਼ ਹੈ, ਇਹਨਾਂ ਨੂੰ ਮਿਲਾ ਕੇ ਕੀ ਬਣਦੀ ਹੈ, ਸੁਕਰੋਜ਼ ਬਣਦੀ ਹੈ। ਇਹ ਤੁਸੀਂ ਯਾਦ ਰੱਖਿਓ। ਮਾਲਟੋਜ਼ ਪੁੱਛ ਲੈਂਦੇ ਨੇ ਕਿਤੋਂ ਮਿਲ ਕੇ ਬਣਦੀ ਹੈ, ਗਲੂਕੋਜ਼ ਤੇ ਗਲੂਕੋਜ਼, ਦੋ ਗਲੂਕੋਜ਼ ਨੂੰ ਮਿਲਾ ਕੇ ਕੀ ਬਣਦੀ ਹੈ, ਮਾਲਟੋਜ਼ ਬਣਦੀ ਹੈ। ਲੈਕਟੋਜ਼ ਕਿਤੋਂ ਬਣਦੀ ਹੈ, ਗਲੂਕੋਜ਼ ਤਾਂ ਮਿਲੂਗਾ ਗਲੈਕਟੋਜ਼, ਇੱਕ ਗਲੈਕਟੋਜ਼ ਤੇ ਗਲੂਕੋਜ਼ ਨੂੰ ਮਿਲਾ ਕੇ ਕੀ ਬਣੂਗੀ, ਲੈਕਟੋਜ਼ ਬਣੂਗੀ। ਠੀਕ ਹੈ। ਸਭ ਤੋਂ ਜ਼ਿਆਦਾ ਇੰਪੋਰਟੈਂਟ ਦਾ ਇੱਕ ਦਾ ਫਾਰਮੂਲਾ ਯਾਦ ਰੱਖਿਓ ਗਲੂਕੋਜ਼ ਦਾ। ਇੱਕ ਯਾਦ ਰੱਖਿਓ ਕਿ ਫਰੂਟਸ 'ਚ ਕਿਹੜੀ ਸ਼ੂਗਰ ਪਾਈ ਜਾਂਦੀ ਹੈ, ਫਰਕਟੋਜ਼। ਠੀਕ ਹੈ। ਹਨੀ 'ਚ। ਠੀਕ ਹੈ। ਤੇ ਜਿਹੜੀ ਸੁਕਰੋਜ਼ ਹੈ ਕਿਤੋਂ ਕਿਤੋਂ ਮਿਲ ਕੇ ਬਣਦੀ ਹੈ, ਫਰਕਟੋਜ਼ ਤੇ ਗਲੂਕੋਜ਼ ਤੋਂ। ਇਹ ਤੁਸੀਂ ਪੱਕਾ ਯਾਦ ਰੱਖਣਾ। ਠੀਕ ਹੈ। ਨੈਕਸਟ ਕੀ ਆ ਗਿਆ ਤੁਹਾਡਾ, ਇਹ ਸਾਰੀਆਂ ਮੈंने ਤੁਹਾਨੂੰ ਜਿਹੜੀਆਂ ਕਾਮਨ ਡਿਸੀਜ਼ਸ ਸੀਗੀਆਂ ਜਿਹੜੇ ਕਿ ਪੇਪਰਾਂ 'ਚ ਪੁੱਛੀਆਂ ਜਾਂਦੀਆਂ ਉਹ ਸਾਰੀਆਂ ਮੈਂਸ਼ਨ ਕਰਤੀਆਂ ਹੈ ਨਾ। ਤੁਸੀਂ ਇੱਕ ਵਾਰ ਰੀਡ ਕਰ ਲਓ। ਠੀਕ ਹੈ। ਆਪਣੇ ਲਈ ਟਾਈਮ ਵੀ ਘੱਟ ਹੈ ਨਾ, ਪੇਪਰ ਵੀ ਨੇੜੇ ਆ ਗਿਆ, ਇਸ ਕਰਕੇ ਮੈਂ ਚਾਹੁੰਦਾ ਵੀ ਤੁਸੀਂ ਇੱਕ ਵਾਰ ਰੀਡ ਕਰੋ। ਠੀਕ ਹੈ। ਫਿਰ ਵੀ ਮੇਨ ਦੱਸ ਦੇਣਾ ਮੈਂ, ਜਿਹੜੇ ਤੁਸੀਂ ਯਾਦ ਰੱਖਣੀ ਹੀ ਰੱਖਣੀਆਂ ਨੇ। ਬੈਕਟੀਰੀਅਲ ਡਿਸੀਜ਼, ਇੱਕ ਤਾਂ ਪਲੇਗ ਯਾਦ ਰੱਖਣੀ ਤੁਸੀਂ, ਇੱਕ ਕੋਲੇਰਾ ਯਾਦ ਰੱਖਣੀ ਤੁਸੀਂ, ਟਾਈਫੋਇਡ ਹੋ ਗਿਆ, ਟਾਈਫਾਈਡ ਕਹਿੰਦੇ ਨੇ ਵੀ, ਟਾਈਫਾਈਡ ਹੋ ਗਿਆ, ਨਿਮੋਨੀਆ ਹੋ ਗਿਆ। ਇਹ ਸਾਰੀਆਂ ਕੀ ਨੇਗੀਆਂ, ਬੈਕਟੀਰੀਅਲ ਡਿਸੀਜ਼ ਨੇ, ਬੈਕਟੀਰੀਆ ਦੇ ਕਰਕੇ ਹੁੰਦੀਆਂ ਨੇ। ਬੈਕਟੀਰੀਅਲ ਡਿਸੀਜ਼ ਕਿਉਂ ਕਹਿੰਦੇ ਨੇਗੇ, ਬੈਕਟੀਰੀਆ ਦੇ ਕਰਕੇ ਜਿਹੜੀਆਂ ਡਿਸੀਜ਼ ਹੁੰਦੀਆਂ ਨੇ ਉਹ ਬੈਕਟੀਰੀਅਲ ਡਿਸੀਜ਼ ਹੁੰਦੀਆਂ ਨੇਗੀਆਂ। ਵਾਇਰਸ ਕਰਕੇ ਹੁੰਦੀਆਂ ਜਿਹੜੀਆਂ ਉਹ ਵਾਇਰਲ ਹੁੰਦੀਆਂ ਨੇਗੀਆਂ। ਫੰਗੀ ਕਰਕੇ ਹੁੰਦੀਆਂ ਜਿਹੜੀਆਂ ਉਹ ਫੰਗਲ ਹੁੰਦੀਆਂ ਨੇ। ਪ੍ਰੋਟੋਜੋਆ ਕਰਕੇ ਪ੍ਰੋਟੋਜੋਆ ਹੋ ਗਈਆਂ। ਠੀਕ ਹੈ। ਇਹ ਤੁਸੀਂ ਯਾਦ ਰੱਖਣੀਆਂ। ਵਾਇਰਲ ਇੱਕ ਤਾਂ ਆਪਣਾ ਕਾਮਨ ਕੋਲਡ ਹੋ ਗਿਆ, ਆਪਾਂ ਕਹਿੰਦੇ ਨਾ ਵੀ ਜ਼ੁਕਾਮ ਕਿਸੇ ਨੂੰ ਲੱਗਿਆ ਹੁੰਦਾ ਤੇ ਨਾਲ ਵਾਲੇ ਨੂੰ ਵੀ ਵਾਇਰਲ ਮੀਨਸ ਉਹ ਲਾਗ ਨਾਲ ਲੱਗ ਜਾਂਦਾ ਹੈਗਾ। ਕਾਮਨ ਕੋਲਡ ਹੋ ਗਿਆ, ਮੰਪਸ ਹੋ ਗਿਆ, ਮੀਜ਼ਲਸ ਹੋ ਗਿਆ। ਠੀਕ ਹੈ। ਹੈਪੇਟਿਟਸ, ਵਾਇਰਲ ਹੈਪੇਟਿਟਸ ਹੋ ਗਿਆ, ਡੇਂਗੂ ਹੋ ਗਿਆ, ਚਿਕਨਗੁਨੀਆ ਹੋ ਗਿਆ, ਚਿਕਨ ਪੋਕਸ। ਠੀਕ ਹੈ। ਇਹ ਬਸ ਇੰਨੇ ਕੁ ਤੁਸੀਂ ਯਾਦ ਰੱਖਣੇ ਨੇਗੇ। ਠੀਕ ਹੈ। ਇਹ ਸਾਰੇ ਕਿਹਦੇ ਕਰਕੇ ਹੁੰਦੀਆਂ ਨੇਗੀਆਂ, ਵਾਇਰਲ ਡਿਸੀਜ਼ ਕਰਕੇ ਹੁੰਦੀਆਂ ਨੇਗੀਆਂ। ਫੰਗਲ ਕਰਕੇ ਜਿਹੜਾ ਮੇਨ ਯਾਦ ਰੱਖਣਾ ਐਥਲੀਟਸ ਫੁੱਟ। ਐਥਲੀਟਸ ਫੁੱਟ ਹੈ ਜਿਹੜਾ, ਇਹ ਕਿਹਦੇ ਕਰਕੇ ਹੁੰਦਾ ਹੈਗਾ, ਫੰਗਲ ਡਿਸੀਜ਼ ਕਰਕੇ ਹੁੰਦਾ। ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਹੈਗਾ, ਇਹਨੂੰ ਤੁਸੀਂ ਯਾਦ ਰੱਖਿਓ। ਨੈਕਸਟ ਕੀ ਆ ਗਿਆ, ਪ੍ਰੋਟੋਜੋਆ ਕਰਕੇ। ਇੱਕ ਮਲੇਰੀਆ ਤਾਂ ਮੈਂ ਤੁਹਾਨੂੰ ਪੜ੍ਹਾਈ ਦਿੱਤਾ ਹੈ ਨਾ। ਇੱਕ ਤੁਸੀਂ ਯਾਦ ਰੱਖਣਾ ਇਹਦੇ ਵਿੱਚੋਂ ਸਲੀਪਿੰਗ ਸਿਕਨੈਸ, ਕਾਲਾ ਅਜ਼ਰ। ਇਹ ਜਿਹੜੀਆਂ ਤਿੰਨ ਬਿਮਾਰੀਆਂ ਨੇ ਇਹ ਤਾਂ ਤੁਸੀਂ ਪੱਕਾ ਯਾਦ ਰੱਖਣੀਆਂ ਨੇਗੀਆਂ। ਠੀਕ ਹੈ। ਇੱਕ ਸਲੀਪਿੰਗ ਸਿਕਨੈਸ, ਇੱਕ ਕਾਲਾ ਅਜ਼ਰ। ਠੀਕ ਹੈ। ਤੇ ਇੱਕ ਮਲੇਰੀਆ। ਇਹ ਕਿਹਦੇ ਕਰਕੇ ਹੁੰਦਾ, ਪ੍ਰੋਟੋਜੋਆ ਕਰਕੇ ਹੁੰਦਾ। ਠੀਕ ਹੈ। ਇਹ ਵੀ ਇੰਨਾ ਇੰਪੋਰਟੈਂਟ ਨਹੀਂ, ਤੁਸੀਂ ਇੱਕ ਵਾਰ ਦੇਖ ਲਿਓ ਬਸ, ਇਹਨੂੰ ਜ਼ਿਆਦਾ ਇੰਪੋਰਟੈਂਟ ਨਹੀਂ। ਜਿਹੜੀਆਂ ਆਹ ਤਿੰਨ ਚੀਜ਼ਾਂ ਦੱਸੀਆਂ ਮੈंने ਤੁਹਾਨੂੰ, ਆਹ ਤਾਂ ਤੁਸੀਂ ਪੱਕਾ ਯਾਦ ਰੱਖਣੀਆਂ ਨੇਗੀਆਂ ਤੇ ਇਹਦੇ ਵਿੱਚੋਂ ਕੁਐਸਚਨ ਤੁਹਾਨੂੰ ਪੱਕਾ ਇੱਕ ਮਿਲ ਹੀ ਜਾਏਗਾ। ਠੀਕ ਹੈ। ਨੈਕਸਟ ਕੀ ਆ ਗਿਆ, ਦ ਆਰਟੀਫਿਸ਼ੀਅਲ ਰੇਅਰਿੰਗ ਆਫ ਹਨੀਜ਼ ਬੀਜ਼ ਇਜ਼ ਕਾਲਡ। ਇਹ ਕੁਐਸਚਨ ਇੰਟੈਲੀਜੈਂਸ 'ਚ ਪੁੱਛਿਆ ਗਿਆ ਸੀ, ਇਸ ਕਰਕੇ ਮੈਂ ਇਹਨੂੰ ਇੱਥੇ ਕਰ ਲਿਆ। ਠੀਕ ਹੈ। ਕਿ ਆਰਟੀਫਿਸ਼ੀਅਲ ਰੇਅਰਿੰਗ ਹੈ ਜਿਹੜੀ ਹਨੀ ਬੀਜ਼ ਦੀ, ਉਹ ਕਿੱਥੇ ਹੁੰਦੀ, ਐਪੀਕਲਚਰ। ਉਹਨੂੰ ਕੀ ਕਹਿੰਦੇ ਨੇ, ਐਪੀਕਲਚਰ ਕਹਿੰਦੇ ਨੇਗੇ। ਠੀਕ ਹੈ। ਐਪੀਕਲਚਰ ਹੈ ਜਿਹੜਾ, ਇਹ ਤੁਸੀਂ ਲਾ ਲਓ ਵੀ TCS ਦਾ ਤਾਂ ਬਹੁਤ ਪ੍ਰੀਏ ਕੁਐਸਚਨ ਹੈ। TCS ਕੰਡਕਟ ਕਰਾਉਂਦੀ ਇਹ ਜਿਹੇ ਪੇਪਰ, ਤਾਂ TCS ਦਾ ਮੇਨ ਕੁਐਸਚਨ ਹਰ ਇੱਕ ਸ਼ਿਫਟ 'ਚ ਕਿਸੇ ਨਾ ਕਿਸੇ ਸ਼ਿਫਟ 'ਚ ਪੁੱਛ ਲੈਂਦੇ ਨੇ ਕਿ ਐਪੀਕਲਚਰ ਹੈ ਕੀ। ਐਪੀਕਲਚਰ ਕੀ ਹੈ, ਜਿਹੜੀਆਂ ਹਨੀ ਬੀਜ਼ ਹੋ ਗਈਆਂ, ਮਧੂ ਮੱਖੀਆਂ ਹੋ ਗਈਆਂ, ਉਹਨਾਂ ਦੇ ਪਾਲਣ ਨੂੰ ਕੀ ਕਹਿੰਦੇ ਨੇਗੇ, ਐਪੀਕਲਚਰ ਕਹਿੰਦੇ ਨੇ। ਠੀਕ ਹੈ। ਹੁਣ ਇੱਕ ਪੁੱਛ ਲੈਂਦੇ ਕਿ ਫਾਸਟੈਸਟ ਗਰੋਇੰਗ ਪਲਾਂਟ ਕਿਹੜਾ ਹੈਗਾ, ਸਭ ਤੋਂ ਜ਼ਿਆਦਾ ਜਲਦੀ ਕੌਣ ਕਰਦਾ ਹੈਗਾ, ਇਕੁਆਲੀਪਟਸ। ਠੀਕ ਹੈ। ਇਹ ਤੁਸੀਂ ਯਾਦ ਰੱਖਿਓ, ਯੂਕਾਲਾਈਪਟਸ ਕਹਿ ਸਕਦੇ, ਯੂਕਾਲਾਈਪਟਸ। ਠੀਕ ਹੈ। ਅਜੀਬ ਜਿਹਾ ਨਾਮ ਹੈ, ਯੂਕਾਲਾਈਪਟਸ, ਤੁਸੀਂ ਯਾਦ ਰੱਖਿਓ। ਨੈਕਸਟ ਕੀ ਹੈ, ਨੈਚੁਰਲ ਰਬਰ ਇਜ਼ ਆ ਪਲਾਂਟ ਪ੍ਰੋਡਕਟ ਕੈਮੀਕਲੀ ਨੋਨ ਐਜ਼। ਜਿਹੜੀ ਨੈਚੁਰਲ ਰਬੜ ਹੈਗੀ, ਰਬੜ ਆਪਾਂ ਕਹਿੰਦੇ ਵੀ ਹੈ ਨਾ, ਉਹ ਕੀ ਤੋਂ ਬਣਦੀ ਹੈ, ਕੈਮੀਕਲੀ ਕੀ ਤੋਂ ਬਣਦੀ ਹੈ, ਲੇਟੈਕਸ ਤੋਂ। ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਹੈ, ਤੁਸੀਂ ਦੇਖੋਗੇ ਲੇਟੈਕਸ ਨਾ ਇੰਨੀ ਉਨੀ ਹੁੰਦੀ ਨਹੀਂ ਹੈਗੀ, ਬਾਅਦ ਦੇ ਵਿੱਚ ਇਹਨੂੰ ਨੈਚੁਰਲ ਰਬੜ 'ਚ ਕਨਵਰਟ ਕੀਤਾ ਜਾਂਦਾ ਹੈ। ਜਿਹੜੀ ਆਪਣੀ ਪੇਪਰਾਂ ਦੀ ਸੀਲਸ ਹੁੰਦੀਆਂ ਨੇਗੀਆਂ ਉਹ ਵੀ ਲੇਟੈਕਸ ਨਾਲ ਹੀ ਲੱਗਦੀਆਂ ਨੇ, ਜਿਹੜੇ ਉਹ ਰੈੱਡ ਜਿਹੇ ਹੁੰਦੇ ਨੇਗੇ ਅਤੇ ਪੇਪਰਾਂ ਦੇ ਉੱਪਰ ਸੀਲ ਲਗਾ ਦਿੰਦੇ ਨੇ, ਉਹ ਸਾਰੀ ਲੇਟੈਕਸ ਨਾਲ ਲੱਗਦੀ। ਇਹ ਤੁਸੀਂ ਯਾਦ ਰੱਖਿਓ। ਠੀਕ ਹੈ। ਉਸ ਤੋਂ ਬਾਅਦ ਕੀ ਆ ਗਿਆ, ਵਿਚ ਕਲਰ ਇਜ਼ ਨੋਟ ਅਬਜ਼ਰਵਡ ਬਾਏ ਕਲੋਰੋਫਿਲ। ਠੀਕ ਹੈ। ਆਪਾਂ ਨੂੰ ਪਤਾ ਹੈ ਫੋਟੋਸਿੰਥੇਸਿਸ ਹੁੰਦਾ। ਠੀਕ ਹੈ। ਫੋਟੋਸਿੰਥੇਸਿਸ ਕਰਕੇ ਕਲੋਰੋਫਿਲ ਬਣਦੀ। ਠੀਕ ਹੈ। ਜਿਹੜਾ ਪੌਦਿਆਂ ਦੇ ਵਿੱਚ ਫੋਟੋਸਿੰਥੇਸਿਸ ਹੁੰਦਾ ਹੈਗਾ, ਠੀਕ ਹੈ, ਉਹਦੇ ਵਿੱਚ ਕਲੋਰੋਫਿਲ ਕੀ ਕਰਦੀ ਹੈ, ਕਲਰਸ ਨੂੰ ਅਬਜ਼ਰਵ ਕਰਦੀ ਹੈ। ਬਟ ਕਿਹੜਾ ਕਲਰ ਨਹੀਂ ਕਰਦੀ, ਉਹ ਹੈਗਾ ਗ੍ਰੀਨ। ਠੀਕ ਹੈ। ਚਾਹੇ ਪੌਦਿਆਂ ਦਾ ਕਲਰ ਹੈ ਜਿਹੜਾ ਉਹ ਗ੍ਰੀਨ ਹੈਗਾ। ਕਿਉਂ ਗ੍ਰੀਨ ਹੈ, ਕਿਉਂਕਿ ਉਹ ਅਬਜ਼ਰਵ ਨਹੀਂ ਕਰਦੀ। ਆਪਾਂ ਨੂੰ ਪਤਾ ਹੈ, ਆਪਾਂ ਨੂੰ ਕੋਈ ਚੀਜ਼ ਹੈ ਜਿਹੜੀ ਉਹ ਰੈੱਡ ਕਿਉਂ ਦਿਖਦੀ ਹੈ, ਆਪਾਂ ਨੂੰ ਪਤਾ ਹੈ ਵੀ ਜਿਹੜੀਆਂ ਕਿਰਨਾਂ ਆਉਂਦੀਆਂ, ਸੂਰਜ ਦੀ ਲਾਈਟ ਆਉਂਦੀ ਹੈ, ਉਹਦੇ ਵਿੱਚ 7 ਕਲਰ ਹੁੰਦੇ ਨੇ, ਮਿਲ ਕੇ ਅਲੱਗ-ਅਲੱਗ ਕਲਰ ਬਣਦੇ ਨੇ, ਹੈ ਨਾ। ਤਾਂ ਜਿਹੜੀ ਕਲਰ ਤਾਂ ਸਾਰੇ ਅਬਜ਼ਰਵ ਕਰ ਲਏ, ਜਿਹੜਾ ਛੱਡਤਾ ਮੀਨ ਜੇ ਕੋਈ ਕਲੀਨ ਕਲਰ ਉਹਨੇ ਅਬਜ਼ਰਵ ਨਹੀਂ ਕੀਤਾ ਅਤੇ ਉਹਨੂੰ ਰਿਫਲੈਕਟ ਕਰਤਾ, ਤਾਂ ਉਹੀ ਆਪਾਂ ਨੂੰ ਚੀਜ਼ ਲੱਗਦੀ। ਤਾਂ ਹੀ ਆਪਾਂ ਨੂੰ ਪੌਦੇ ਕੀ ਲੱਗਦੇ ਨੇ, ਹਰੇ ਲੱਗਦੇ ਨੇ, ਕਿਉਂਕਿ ਉਹ ਗ੍ਰੀਨ ਕਲਰ ਨੂੰ ਅਬਜ਼ਰਵ ਨਹੀਂ ਕਰਦੇ। ਠੀਕ ਹੈ। ਨੈਕਸਟ ਕੀ ਆ ਗਿਆ, ਵੁੱਡ ਇਜ਼ ਕਾਮਨ ਨੇਮ ਆਫ। ਠੀਕ ਹੈ। ਲੱਕੜ ਦਾ ਕਾਮਨ ਨੇਮ ਕਿਹਦਾ ਹੈਗਾ, ਸਕੈਂਡਰੀ ਜ਼ਾਈਲਮ। ਠੀਕ ਹੈ। ਇੱਥੇ ਕੁਐਸਚਨ ਬਹੁਤ ਇੰਪੋਰਟੈਂਟ ਬਣ ਗਿਆ, ਮੇਰੇ ਯਾਦ ਆ ਗਿਆ, ਬਹੁਤ ਵਾਰ ਕੁਐਸਚਨ 'ਚ ਪੁੱਛਿਆ ਜਾਂਦਾ, ਜ਼ਾਈਲਮ ਅਤੇ ਫਲੋਇਮ। ਠੀਕ ਹੈ। ਫਲੋਇਮ, ਇਹ ਦੋ ਵਰਡ ਤੁਸੀਂ ਹਰ ਇੱਕ ਪੇਪਰ 'ਚ ਦੇਖੋਗੇ ਕਿ ਇਹ ਹੁੰਦੇ ਕੀ ਨੇ। ਠੀਕ ਹੈ। ਜ਼ਾਈਲਮ ਦਾ ਕੀ ਕੰਮ ਹੁੰਦਾ ਹੈ, ਜ਼ਾਈਲਮ ਦਾ ਕੰਮ ਹੁੰਦਾ ਹੈ ਜਿਹੜੇ ਪੇੜ ਪੌਦੇ ਨੇ ਉਹਦੇ ਵਿੱਚ ਜੜ੍ਹਾਂ ਤੋਂ, ਠੀਕ ਹੈ, ਜੜ੍ਹਾਂ ਤੋਂ ਪਾਣੀ ਹੈ ਜਿਹੜਾ, ਠੀਕ ਹੈ, ਜਾਂ ਹਵਾ ਹੈ, ਉਹ ਸਾਰੇ ਦਰਖਤ ਤੱਕ ਪਹੁੰਚਾਉਣ ਦਾ ਕੰਮ ਕਿਹਦਾ, ਜ਼ਾਈਲਮ ਦਾ ਹੈ। ਇਹੀ ਜਿਹੜਾ ਜਦੋਂ ਫੋਟੋਸਿੰਥੇਸਿਸ ਹੋ ਗਿਆ, ਭੋਜਨ ਬਣ ਗਿਆ, ਆਪਾਂ ਨੂੰ ਪਤਾ ਹੈ ਜਿਹੜੇ ਪੌਦੇ ਨੇ ਫੋਟੋਸਿੰਥੇਸਿਸ ਦੀ ਪ੍ਰਕਿਰਿਆ ਨਾਲ ਕੀ ਕਰਦੇ ਨੇ, ਭੋਜਨ ਪੈਦਾ ਕਰਦੇ ਨੇਗੇ। ਜਿਹੜਾ ਭੋਜਨ ਹੈਗਾ ਉਹਨੂੰ ਥਾਂ ਥਾਂ 'ਤੇ ਪਹੁੰਚਾਉਣ ਦਾ ਕੰਮ ਕਿਹਦਾ ਹੈਗਾ, ਫਲੋਇਮ ਦਾ।
ਫੂਡ ਫੂਡ ਪਹੁੰਚਾਉਣ ਦਾ ਫਲੋਇਮ ਦਾ, ਐਫ ਤੋਂ ਫੂਡ, ਐਫ ਤੋਂ ਫਲੋਇਮ। ਤੁਸੀਂ ਯਾਦ ਰੱਖਿਓ ਕੀ ਹੈ, ਫਲੋਇਮ ਦਾ ਕੰਮ ਹੈਗਾ ਫੂਡ ਪਹੁੰਚਾਉਣ ਦਾ। ਜਿਹੜਾ ਪਾਣੀ ਹੈ ਬਣਾਉਣ ਵਾਸਤੇ ਪਾਣੀ ਚਾਹੀਦਾ, ਆਕਸੀਜਨ ਚਾਹੀਦੀ, ਉਹਨੂੰ ਕੌਣ ਕੈਰੀ ਕਰਦਾ, ਉਹਨੂੰ ਕੌਣ ਪਹੁੰਚਾਉਂਦਾ, ਜਾਈਲਮ। ਠੀਕ ਹੈ। ਤੇ ਵੁੱਡ ਕਿਹਦਾ ਮਤਲਬ ਕਿ ਕਾਮਨ ਆਪਾਂ ਕਹਿੰਦੇ ਵੀ ਲੱਕੜ ਹੈ, ਲੱਕੜ, ਪਰ ਉਹਦਾ ਨਾਮ ਅਸਲ ਕੀ ਹੈ, ਕੈਮੀਕਲੀ ਨੇਮ ਕੀ ਹੈ, ਸਕੈਂਡਰੀ ਜਾਈਲਮ। ਸਕੈਂਡਰੀ ਜਾਈਲਮ ਹੈਗਾ ਉਹਦਾ ਅਸਲ ਨੇਮ ਹੈ, ਤੇ ਆਪਾਂ ਵੁੱਡ ਤਾਂ ਉਹਨੂੰ ਜਰਨਲ ਕਹਿ ਦਿੰਦੇ ਹਾਂ। ਠੀਕ ਹੈ। ਇਹ ਤੁਹਾਨੂੰ ਮੈਂ ਪਹਿਲੀ ਕਰਾਤਾ। ਨੈਕਸਟ ਕੁਐਸਚਨ ਹੈ ਜਿਹੜਾ ਕਿ ਸਵੀਟੈਸਟ ਸ਼ੂਗਰ ਕਿਹੜੀ ਹੁੰਦੀ, ਫਰਕਟੋਜ਼, ਜਿਹੜੀ ਕਿ ਆਪਣੇ ਫਰੂਟਸ 'ਚ ਪਾਈ ਜਾਂਦੀ। ਨੈਕਸਟ ਕੀ ਆ ਗਿਆ, ਫੋਟੋਸਿੰਥੇਸਿਸ ਹੈਪਨਸ ਮੋਸਟ ਐਕਟਿਵਲੀ ਇਨ ਵਿਚ ਲਾਈਟ। ਜਿਹੜਾ ਫੋਟੋਸਿੰਥੇਸਿਸ ਹੁੰਦਾ ਹੈ, ਮੈਂ ਤੁਹਾਨੂੰ ਪਹਿਲਾਂ ਕਰਾ ਕੇ ਹਟਾਂ ਕਿ ਭੋਜਨ ਬਣਾਉਣ ਦਾ ਪ੍ਰਕਿਰਿਆ ਜਿਹੜੀ ਪੌਦਿਆਂ ਦੇ ਵਿੱਚ ਹੁੰਦੀ ਹੈ, ਉਹ ਕਿਹਦੀ ਹੁੰਦੀ ਹੈਗੀ, ਰੈੱਡ ਲਾਈਟ ਦੇ ਵਿੱਚ ਮੋਸਟਲੀ ਹੁੰਦੀ ਹੈ। ਕਿਹਦੇ ਵਿੱਚ, ਰੈੱਡ ਲਾਈਟ ਦੇ ਵਿੱਚ। ਇਹ ਤੁਸੀਂ ਯਾਦ ਰੱਖਣਾ। ਨੈਕਸਟ ਕੀ ਹੈ, ਮੈਗਨੀਸ਼ੀਅਮ ਇਜ਼ ਐਸੈਂਸ਼ੀਅਲ ਫॉर ਪਲਾਂਟਸ ਐਜ਼ ਇਟ ਹੈਲਪਸ ਇਨ ਕਲੋਰੋਫਿਲ ਫੋਰਮੇਸ਼ਨ। ਆਪਾਂ ਨੂੰ ਪਤਾ ਫੋਟੋਸਿੰਥੇਸਿਸ ਨਾਲ ਕੀ ਬਣਦੀ ਹੈ, ਕਲੋਰੋਫਿਲ ਬਣਦਾ ਹੈ, ਤੇ ਕਲੋਰੋਫਿਲ ਦੇ ਬਣਨ ਦੇ ਵਿੱਚ ਸਭ ਤੋਂ ਜ਼ਿਆਦਾ ਮੇਨ ਕੰਮ ਕਿਹਦਾ ਹੁੰਦਾ, ਮੈਗਨੀਸ਼ੀਅਮ ਦਾ ਕੰਮ ਹੁੰਦਾ ਹੈ। ਇਹ ਤੁਸੀਂ ਯਾਦ ਰੱਖਿਓ। ਨੈਕਸਟ ਕੀ ਹੈ, ਸਿਲਕ ਇਜ਼ ਪ੍ਰੋਡਿਊਸਡ ਬਾਈ ਲਾਰਵਾ ਆਫ ਸਿਲਕ ਵੋਮ। ਠੀਕ ਹੈ। ਸਿਲਕ ਵੋਮ ਜਿਹੜੇ ਕੀੜੇ ਹੁੰਦੇ ਨੇਗੇ, ਉਹਦਾ ਜਿਹੜਾ ਲਾਰਵਾ ਹੁੰਦਾ ਹੈ, ਉਹ ਤੋਂ ਕੀ ਬਣਦੀ ਹੈ, ਆਪਣੀ ਸਿਲਕ ਬਣਦੀ ਹੈ। ਇਹ ਤੁਸੀਂ ਯਾਦ ਰੱਖਿਓ। ਠੀਕ ਹੈ। ਨੈਕਸਟ ਕੁਐਸਚਨ ਕੀ ਹੈ, ਦ ਹੀਲਿੰਗ ਆਫ ਵਾਊਂਡਸ ਇਜ਼ ਹੈਸਟਨਡ ਬਾਏ ਵਿਚ ਵਿਟਾਮਿਨ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਬਲੱਡ ਕਲੋਟਿੰਗ ਹੈ ਜਿਹੜੀ ਉਹਨੂੰ ਹੈਲਪ ਕੌਣ ਕਰ ਰਿਹਾ ਸੀਗਾ, ਆਪਾਂ ਨੇ ਪਹਿਲਾਂ ਕੁਐਸਚਨ ਕੀਤਾ ਸੀਗਾ, ਲਿੰਫ ਦਾ ਹੋਣਾ ਜ਼ਰੂਰੀ ਹੈ। ਠੀਕ ਹੈ। ਐਵੇਂ ਜਿਹੜਾ ਆਪਣੇ ਬਾਉਂਡਸ ਹੁੰਦੇ ਨੇ, ਆਪਣੇ ਜ਼ਖਮ ਹੋ ਗਏ, ਆਪਣੇ ਖੂਨ ਨਿਕਲ ਰਿਹਾ, ਤਾਂ ਉਹਨੂੰ ਹੀਲ ਕਰਨ ਵਾਸਤੇ, ਤਾਂ ਕਿ ਉੱਤੇ ਪਾਪੜੀ ਜੰਮ ਜਾਂਦੀ ਹੈ ਨਾ, ਤਾਂ ਉਹਦਾ ਕਿਹਦਾ ਕੰਮ ਹੁੰਦਾ, ਉਹ ਵਿਟਾਮਿਨ ਕੇ ਦਾ। ਇਹ ਤੁਸੀਂ ਯਾਦ ਰੱਖਿਓ। ਵਿਟਾਮਿਨ ਕੇ ਇਜ਼ ਵੈਰੀ ਇਸੈਂਸ਼ੀਅਲ ਟੂ ਬਾਉਂਡ ਜਿਹੜੇ ਆਪਣੇ ਹੈਗੇ ਨੇ, ਉਹ ਜਲਦੀ ਰਿਕਵਰ ਕਰਦੇ ਆ। ਠੀਕ ਹੈ। ਨੈਕਸਟ ਆ ਗਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ, ਬਹੁਤ ਵਾਰ ਪੇਪਰ 'ਚ ਪੁੱਛਿਆ ਗਿਆ, ਵੈਨ ਦ ਲੈਂਜ ਆਫ ਆਈ ਬਿਕਮਸ ਫੋਗੀ। ਠੀਕ ਹੈ। ਜਿਹੜਾ ਆਈ ਦਾ ਲੈਂਜ ਹੈ, ਠੀਕ ਹੈ, ਆਈ ਦਾ ਲੈਂਜ ਹੈਗਾ ਜਿਹੜਾ ਉਹ, ਠੀਕ ਹੈ, ਆਪਾਂ ਜਿਹੜਾ ਅੱਖ ਹੁੰਦੀ ਹੈ ਨਾ, ਅੱਖ ਦੇ ਵਿੱਚ ਲੈਂਜ ਹੁੰਦਾ, ਉਹਦੇ ਕਰਕੇ ਆਪਾਂ ਨੂੰ ਦਿਖਾਈ ਦਿੰਦਾ। ਆਪਾਂ ਨੂੰ ਪਤਾ ਵੀ 25 ਸੈਂਟੀਮੀਟਰ ਤੱਕ ਆਪਾਂ ਨੂੰ ਕਲੀਅਰ ਦਿਖਾਈ ਦਿੰਦਾ। ਠੀਕ ਹੈ। ਪੂਰਾ ਐਨ ਸਾਫ਼ 25 ਸੈਂਟੀਮੀਟਰ ਤੱਕ ਹੁੰਦਾ। ਆਪਣਾ ਫੋਕਲ ਪੁਆਇੰਟ ਕੀ ਹੁੰਦਾ, 25 ਸੈਂਟੀਮੀਟਰ ਹੁੰਦਾ ਆਪਣੇ ਲੈਂਜ ਦਾ, ਜਿਹੜਾ ਆਪਣੇ ਅੱਖਾਂ ਦੇ ਵਿੱਚ ਲੈਂਜ ਹੁੰਦਾ ਹੈਗਾ। ਠੀਕ ਹੈ। ਬਾਕੀ ਨੈਕਸਟ ਇਹਦੇ ਵਿੱਚ ਪੁੱਛਿਆ ਗਿਆ ਕਿ ਜੇ ਫੋਗੀ ਮੀਨਸ ਥੋੜ੍ਹਾ ਧੁੰਦਲਾ ਜਿਹਾ ਹੋ ਜਾਂਦਾ ਹੈਗਾ, ਉਹਨੂੰ ਕੀ ਕਹਿੰਦੇ ਨੇਗੇ, ਕੈਟਾਰੈਕਟ ਟਰਮ ਯੂਜ਼ ਕੀਤੀ ਜਾਂਦੀ ਹੈ, ਕੈਟਾਰੈਕਟ ਇਹਦੇ ਵਾਸਤੇ। ਠੀਕ ਹੈ। ਇਹ ਤੁਸੀਂ ਯਾਦ ਰੱਖਣਾ, ਕੈਟਾਰੈਕਟ। ਠੀਕ ਹੈ। ਇਹ ਤੁਹਾਡੀ ਜਿਹੜੀ ਸੀਗੀ ਮੈਰਾਥਨ ਸੀਗੀ। ਠੀਕ ਹੈ। ਇਹਦੇ ਵਿੱਚ ਆਪਣੇ ਜਿੰਨੇ ਵੀ ਇੰਪੋਰਟੈਂਟ ਬਾਇਓ ਦੇ ਕੁਐਸਚਨ ਬਣਦੇ ਸੀਗੇ, ਤੇ ਸਾਇੰਸ ਐਂਡ ਟੈਕ ਦਾ ਪਲੱਸ ਕਰੰਟ ਦਾ ਜਿਹੜਾ ਕਰੰਟ ਹੈਗਾ, ਉਹਦੇ ਵਿੱਚ ਤੁਸੀਂ ਐਂ ਲਗਾ ਲਓ ਵੀ 1-2 ਕੁਐਸਚਨ ਪੱਕਾ ਤੁਹਾਨੂੰ ਪੁੱਛੀ ਜਾਣਗੇ। ਮੈਨੇ ਜਿੰਨੇ ਵੀ ਮੇਨ ਪੇਪਰਾਂ ਦੇ ਵਿੱਚ ਕੁਐਸਚਨ ਆਏ ਹੋਏ ਸੀ, ਠੀਕ ਹੈ, ਜਾਂ ਕੋਈ ਹੋਰ ਉਹਨਾਂ ਨਾਲ ਰਿਲੇਟਡ ਇਨਫੋਰਮੇਸ਼ਨ ਸੀ, ਸਾਰੀ ਤੁਹਾਨੂੰ ਦੇਤੀ ਹੈ ਨਾ। ਇਸ ਤੋਂ ਬਾਅਦ ਜੇ ਕੋਈ ਕੁਐਸਚਨ ਆਉਂਦਾ ਤਾਂ ਤੁਸੀਂ ਐਂ ਲਗਾ ਲਓ ਵੀ ਬਹੁਤ ਹੀ ਜ਼ਿਆਦਾ ਡੀਪ ਜਾ ਕੇ ਆਏਗਾ। ਇਸ ਤੋਂ ਬਾਹਰ ਕੁਐਸਚਨ ਤਾਂ ਹੀ ਆ ਸਕਦਾ ਜੇ ਉਹਨਾਂ ਨੇ ਸੋਚ ਲਿਆ ਕਿ ਹਾਂ ਬਹੁਤ ਹੀ ਔਖਾ ਪੇਪਰ ਸੈੱਟ ਕਰਨਾ। ਬਟ ਜਿਸ ਲੈਵਲ ਦਾ ਪੇਪਰ ਹੈੱਡ ਕਾਂਸਟੇਬਲ ਦਾ ਆਇਆ ਸੀਗਾ ਜਾਂ ਸਬ ਇੰਸਪੈਕਟਰ ਦਾ ਆਇਆ ਸੀ, ਉਸ ਹਿਸਾਬ ਨਾਲ ਮੈंने ਜਿੰਨੇ ਵੀ ਕੁਐਸਚਨ ਇੰਪੋਰਟੈਂਟ ਬਣਦੇ ਸਾਰੇ ਦੋਨੋਂ ਵੀਡੀਓ ਦੇ ਵਿੱਚ ਕਰਾ ਲਏ। ਜਿਨ੍ਹਾਂ ਨੇ ਫਸਟ ਵੀਡੀਓ ਨਹੀਂ ਦੇਖੀ, ਉਹ ਜਾ ਕੇ ਪਹਿਲਾਂ ਫਸਟ ਵੀਡੀਓ ਦੇਖਿਓ, ਦੈਨ ਸੈਕਿੰਡ ਦੇਖਿਓ। ਠੀਕ ਹੈ। ਉਹਦੇ ਵਿੱਚ ਆਪਾਂ ਨੇ ਫਿਜ਼ਿਕਸ ਤੇ ਕੈਮਿਸਟਰੀ ਦੋਨੋਂ ਕਵਰ ਕਰ ਲਈਆਂ ਸੀ, ਤੇ ਅੱਜ ਆਪਣੇ ਇਹ ਸਾਰੇ ਸਬਜੈਕਟ ਕਵਰ ਕਰਕੇ ਕੰਪਰੀਹੈਂਸਿਵਲੀ ਜਿਹੜੀ ਸਾਇੰਸ ਐਂਡ ਟੈਕਨੋਲੋਜੀ ਬੇਸਿਸ ਉਹਨਾਂ ਨੇ ਮੈਂਸ਼ਨ ਕੀਤਾ ਹੈ, 8 ਜਾਂ 9 ਨੰਬਰ ਤੁਸੀਂ ਲਗਾ ਲਓ ਵੀ ਪੇਪਰ ਆਊਗਾ ਇਹਨਾਂ ਦੇ ਵਿੱਚੋਂ, ਹੈ ਨਾ। ਠੀਕ ਹੈ। ਤਾਂ ਤੁਸੀਂ ਇਹਨਾਂ ਵਿੱਚੋਂ ਕਵਰ ਕਰ ਸਕਦੇ ਹੋਗੇ। ਠੀਕ ਹੈ। ਬਾਕੀ ਸ਼ੇਅਰ ਕਰ ਲਿਓ। PDF ਲਈ ਤੁਸੀਂ ਨੀਚੇ ਮੈਂ ਲਿੰਕ ਦੇ ਦੂੰਗਾ ਵੀਡੀਓ ਦੇ ਵਿੱਚ, PDF ਲਈ ਤੁਸੀਂ ਉਹ ਟੈਲੀਗ੍ਰਾਮ ਦੇ ਚੈਨਲ 'ਤੇ ਜਾ ਕੇ PDF ਨੂੰ ਡਾਊਨਲੋਡ ਕਰ ਸਕਦੇ ਹੋ। ਠੀਕ ਹੈ। ਬਾਕੀ ਆਲ ਦਾ ਬੈਸਟ, ਸਾਰੇ ਬਹੁਤ ਵਧੀਆ ਐਗਜ਼ਾਮ ਕਰਕੇ ਆਇਓ। ਥੈਂਕ ਯੂ ਸੋ ਮਚ। ਬਾਕੀ ਜੇ ਕੋਈ ਸੁਜੈਸ਼ਨਸ ਹੈ, ਕੋਈ ਹੋਰ ਚਾਹੁੰਦੇ ਕੋਈ ਟੌਪਿਕ 'ਤੇ ਮੈਂ ਵੀਡੀਓ ਬਣਾਵਾਂ, ਤਾਂ ਤੁਸੀਂ ਉਹ ਕਮੈਂਟ ਦੇ ਵਿੱਚ ਮੈਂਸ਼ਨ ਕਰ ਦਿਓ। ਬਾਕੀ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮਚ।